मैं अज तुहाडे माध्यम राਹੀਂ पुछना चाहना ਜਿਹੜੀਆਂ 1981 ਦੇ ਵਿੱਚ ਧਰਮਯੁੱਧ ਮੋਰਚੇ ਦੀਆਂ ਮੰਗਾਂ ਸੀ ਉਹਨਾਂ ਵਿੱਚੋਂ ਇੱਕ ਮੰਗ ਇਹੋ ਜੀ ਵਿਖਾਓ ਜਿਹਦੇ ਨਾਲ ਦੇਸ਼ ਟੁੱਟ ਰਿਹਾ ਸੀ ਕਿ ਤੁਹਾਨੂੰ ਟੈਂਕ ਲੈ ਕੇ ਜਾਣਾ ਪੈ ਗਿਆ। ਖਾਲਿਸਤਾਨ ਤੇ ਗਲ ਪਾ ਦਿੱਤਾ ਗਿਆ ਜਦੋਂ ਸੰਤ ਨੇ ਕਿਹਾ ਤੁਹਾਡੇ ਕੋਲ ਦੋ ਵਿਕਲਪ ਨੇ, ਜਾਂ ਤਾਂ ਸਾਡੀਆਂ ਮੰਗਾਂ ਮੰਨ ਲਓ ਜਾਂ ਸਾਨੂੰ ਵੱਖਰੇ ਕਰ ਦਿਓ। ਅੱਜ ਰਾਜੇਵਾਲ ਸਟੇਜ ਤੋਂ ਕਹਿੰਦਾ ਹੈ ਕਿ ਖਾਲਿਸਤਾਨ ਅਮਰੀਕਾ 'ਚ ਬਣਾ ਲਓ। ਜੇ ਅਸੀਂ 80% ਕੁਰਬਾਨੀਆਂ ਅਮਰੀਕਾ ਲਈ ਦਿੱਤੀਆਂ ਤੇ ਅਸੀਂ ਅਮਰੀਕਾ 'ਚ ਬਣਾ ਲੈਂਦੇ। ਪੰਡਿਤ ਜਵਾਹਰ ਲਾਲ ਨਹਿਰੂ ਭਾਸ਼ਣ ਦੇ ਕੇ ਲੱਡੂ ਵੰਡ ਕੇ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ। ਸਾਡੇ ਪੰਜਾਬੀ ਰਿਫਿਊਜੀ ਬੈਠੇ ਇੱਕ ਰੋਟੀ ਤੋਂ ਆਤਰ ਸੀਗੇ। ਉਹ ਜਿਹੜੇ ਬਾਬਾ ਫੌਜਾ ਸਿੰਘ ਦੀ ਅਗਵਾਈ ਦੇ ਵਿੱਚ ਸ਼ਾਂਤਮਈ ਜਾ ਰਹੇ ਸੀ, 13 ਸਿੰਘ ਸ਼ਹੀਦ ਹੋਏ। ਅੱਜ ਹੀ ਦੱਸ ਦਿਓ ਉਹਦਾ ਕਾਤਲ ਕੌਣ ਸੀ। ਹੁਣ ਤੁਸੀਂ ਦੱਸੋ, ਜਦੋਂ ਸਰਕਾਰ ਮੰਗਾਂ ਨਹੀਂ ਮੰਨ ਰਹੀ ਤੇ ਤੋਪਾਂ ਲੈ ਕੇ ਜਾ ਰਹੀ ਹੈ, ਇਹਦਾ ਮਤਲਬ ਵੱਖ ਕਰਨਾ ਹੈ ਕਿ ਨਹੀਂ ਵੱਖ ਕਰਨਾ। ਸੋ ਵੱਖਵਾਦੀ ਕੌਣ ਹੋਇਆ? ਸੰਤ ਜਰਨੈਲ ਸਿੰਘ ਵੱਖਵਾਦੀ ਹੈ ਕਿ ਸਰਕਾਰ ਵੱਖਵਾਦੀ ਹੈ ਜਿਹੜੀ ਮੰਗਾਂ ਮੰਨਣ ਦੀ ਬਜਾਏ ਕਿੰਨੇ ਸਾਲ ਭਲਾ 81 ਤੋਂ 84 ਤੱਕ ਇੱਕ ਵੀ ਮੰਗ ਨਹੀਂ ਮੰਨੀ। ਇਹ ਲੋਕਤੰਤਰ ਨਹੀਂ ਹੈ, ਇਹ ਠੋਕਤੰਤਰ ਹੈ। ਇੱਥੇ ਮਾਨਸਿਕ ਪੱਧਰ ਦੇ ਉੱਤੇ ਜਦੋਂ ਦਿੱਲੀ 'ਚ ਬਹਿ ਕੇ ਮਨੁੱਖ ਵਿਗਿਆਨਕ ਢੰਗ ਦੇ ਨਾਲ ਕੌਮਾਂ ਨੂੰ ਬਰਬਾਦ ਕਰਨ ਦੇ ਮਨਸੂਬੇ ਘੜੇ ਜਾਂਦੇ ਆ ਸਿਰਫ ਆਪਣੀ ਕੁਰਸੀ ਬਚਾਉਣ ਖਾਤਰ। ਫਿਰ ਕੀ ਕਾਂਗਰਸ ਦੀ ਕੁਰਸੀ ਰਹਿ ਗਈ ਜਿੰਦੀ? ਪੰਜਾਬ 'ਚ ਸਿਰਫ 400 ਲੋਕਾਂ ਦੀ ਜਾਨ ਗਈ, ਜਿਹਦੇ ਵਿੱਚੋਂ ਤੁਹਾਡੀਆਂ ਸਾਜ਼ਿਸ਼ਾਂ ਵੀ ਸ਼ਾਮਲ ਸੀਗੀਆਂ ਤੇ ਤੁਸੀਂ ਟੈਂਕ ਲੈ ਕੇ ਆ ਗਏ। ਪਤੰਦਰੋਂ ਕਿਸਾਨੀ ਮੋਰਚੇ ਦੇ ਵਿੱਚ ਤੇ 400 ਤੋਂ ਵੱਧ ਲੋਕ ਜਿਹੜੇ ਆਪਣੀ ਜਾਨ ਗਵਾ ਚੁੱਕੇ ਨੇ, ਤੁਹਾਡੇ ਕੰਨ ਤੇ ਜੂੰ ਨਹੀਂ ਸਰਕੀ। ਕਿ ਸਿੱਖਾਂ ਦਾ ਜਿਹੜਾ ਸਿਧਾਂਤਕ ਪੱਖ, ਗੁਰਬਾਣੀ ਦਾ ਪੱਖ ਹੈ, ਉਹ ਬ੍ਰਾਹਮਣਵਾਦ ਦੇ ਉਲਟ ਹੈ। ਸਨਾਤਨਵਾਦ, ਮਨੂਵਾਦ ਉਹਦੇ ਖਿਲਾਫ ਹੈ। ਜਾਤਾਂ ਪਾਤਾਂ ਵਰਨ ਵੰਡ ਦੇ ਸਿਧਾਂਤਕ ਤੌਰ ਤੇ ਖਿਲਾਫ ਆ। ਉਹ 5 ਸਦੀਆਂ ਦਾ ਵੈਰ ਸੀ, ਪਰ ਇਹ ਗੁਲਾਮ ਸੀਗੇ। ਇਹ ਸਾਡੇ ਤੋਂ ਵੈਰ ਨਹੀਂ ਲੈ ਸਕੇ। ਜਿੱਦਣ ਕੁਰਸੀ ਤੇ ਬੈਠੇ ਸਭ ਤੋਂ ਪਹਿਲਾਂ ਸਾਡਾ ਹੀ ਕੰਡਾ ਕੱਢਣ ਦੀ ਸੋਚੀ। ਅੱਜ ਵੀ ਕਈ ਵਾਰੀ ਬਹੁਤਿਆਂ ਨੂੰ ਲੱਗਦਾ ਵੀ ਲੜਾਈ ਸੀ ਭਿੰਡਰਾਂਵਾਲਾ ਵਰਸਸ ਕਾਂਗਰਸ। ਨਹੀਂ, ਇਹ ਲੜਾਈ ਹੈ ਉਹੀ ਗੁਰਮਤ ਵਰਸਸ ਬ੍ਰਾਹਮਣਵਾਦ, ਦਿੱਲੀ ਵਰਸਸ ਅਕਾਲ ਤਖਤ। ਇਹ ਲੜਾਈ ਤਖਤ ਦੀ ਹੈ। ਅੱਜ ਬਹੁਤ ਵਾਰੀ ਕਿਹਾ ਜਾਂਦਾ ਕਿ ਕਾਂਗਰਸ ਨੇ ਅਕਾਲ ਤਖਤ ਢਾਤਾ ਜੀ, ਸਾਨੂੰ ਵੋਟਾਂ ਪਾਓ। ਮੈਂ ਕਹਿੰਦਾ ਕਾਂਗਰਸ ਨੇ ਅਕਾਲ ਤਖਤ ਦੀ ਬਿਲਡਿੰਗ ਢਾਈ। ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦਾ ਸਿਧਾਂਤ ਤੋੜਿਆ, ਕਟਹਿਰੇ 'ਚ ਉਹ ਵੀ ਖੜੇ ਨੇ। ਤੇ ਗੋਰੇ ਜਦੋਂ ਰਾਜ ਦੇਣਗੇ ਤਾਂ ਭਗਤ ਸਿੰਘ ਦੇ ਵਾਰਸਾਂ ਨੂੰ, ਊਧਮ ਸਿੰਘ ਦੇ ਵਾਰਸਾਂ ਨੂੰ ਨਹੀਂ ਦੇਣਗੇ। ਉਹ ਤਾਂ ਉਹਨਾਂ ਨੂੰ ਦੇਣਗੇ ਜਿਹੜੇ ਉਹਨਾਂ ਦੇ ਯਾਰ ਸੀਗੇ। ਅਸੀਂ ਤਾਂ ਬਾਗੀ ਸੀ, ਅਸੀਂ ਤਾਂ ਦੁਸ਼ਮਣ ਸੀ, ਸਾਨੂੰ ਕਿਉਂ ਦੇਣਗੇ? ਇੱਕ ਤਾਂ ਚਲੋ ਅਕਾਲੀ ਜਿਹੜੇ ਸਰਕਾਰ ਦੀ ਸਹਿ ਤੇ ਚੱਲ ਰਹੇ ਸੀ, ਕਹਿੰਦੇ ਬਿਆਨ ਇਹ ਦਿੰਦੇ ਸੀ ਵੀ ਟੈਂਕ ਸਾਡੀਆਂ ਲਾਸ਼ਾਂ ਦੇ ਉੱਤੋਂ ਨਹੀਂ ਲੰਘ ਕੇ ਜਾਣਗੇ, ਪਰ ਜਦੋਂ ਪਈ ਤੇ ਚੁੱਪ ਕਰਕੇ ਉਹਨਾਂ ਦੀਆਂ ਗੱਡੀਆਂ 'ਚ ਟੈਂਕਾਂ 'ਚ ਬਹਿ ਕੇ ਗਏ। ਸ਼ਰਮ ਨਹੀਂ ਆਈ? ਜਦੋਂ ਉਹਨਾਂ ਯੋਧਿਆਂ ਨੂੰ, ਜਿਨ੍ਹਾਂ ਦੇ ਵਿੱਚ ਵਿਰਸਾ ਸਿੰਘ ਬਲਟੋਆ, ਮਹਿਤਾ, ਚਾਵਲਾ, ਹਰਮਿੰਦਰ ਗਿੱਲ, ਸੰਤ ਭਿੰਡਰਾਂਵਾਲਿਆਂ ਦੇ ਆਖਰੀ ਸ਼ਹੀਦਨ, ਉਹਨੂੰ ਪੜ੍ਹ ਕੇ ਦੇਖੋ। ਮੇਰਾ ਰੋਣ ਨਿਕਲ ਗਿਆ ਉਹ ਗੱਲ ਪੜ੍ਹਦਿਆਂ ਦਾ ਕਿ ਕਿਹੜੇ ਲਫ਼ਜ਼ਾਂ ਨਾਲ ਮੱਥੇ ਚੁੰਮ ਕੇ ਸੰਤ ਬਾਬਾ ਜਰਨੈਲ ਸਿੰਘ ਨੇ ਇਹਨਾਂ 4 ਬੰਦਿਆਂ ਨੂੰ ਮੋਰਚਿਆਂ ਵੱਲ ਨੂੰ ਤੋਰਿਆ ਸੀ। ਸੱਚੀ ਮੁੱਚੀ ਕਹਿਣਾ, ਉਹ ਪੈਰਾ ਪੜ੍ਹਦਿਆਂ ਮੇਰਾ ਰੋਣ ਨਿਕਲ ਗਿਆ ਕਿ ਜਿਹੜੇ ਬੰਦਿਆਂ ਦੇ ਉੱਤੇ ਸੰਤ ਜਰਨੈਲ ਸਿੰਘ ਨੂੰ ਆਪਦੇ ਪੁੱਤਾਂ ਤੋਂ ਵੱਧ ਮਾਣ ਸੀ, ਉਹਨਾਂ ਮਗਰੋਂ ਕੀ ਕੀਤੀ। ਠੀਕ ਆ, ਲੋਕੀ ਕਹਿੰਦੇ ਉਹ ਅਨਪੜ੍ਹ ਸੀ। ਮੈਂ ਕਹਿੰਦਾ ਸ਼ੁਕਰ ਮਨਾਓ ਫਿਰ, ਜੇ ਉਹ ਅਨਪੜ੍ਹ ਹੋ ਕੇ ਵੀ ਇੰਨੀ ਵੱਡੀ ਲੜਾਈ, ਏਡੀ ਵੱਡੀ ਸਲਤਨਤ ਨੂੰ ਦੇ ਗਿਆ, ਉਹਦੇ ਤੇ ਮਤਲਬ ਪੈਰ ਚੁੰਮਣੇ ਚਾਹੀਦੇ ਤੁਹਾਨੂੰ। ਤੇ ਪੜ੍ਹੇ ਲਿਖੇ ਜਿਹੜੇ ਸੀਗੇ ਉਹ ਸਿਰਫ ਤੇ ਸਿਰਫ ਲਿਖ ਰਹੇ ਸੀ, ਬੋਲ ਰਹੇ ਸੀ। ਤੇ ਅੱਜ ਜੇ ਮੇਰੀ ਕੌਮ ਦਾ ਵੱਡਾ ਨੁਕਸਾਨ ਕੀਤਾ ਤੇ ਉਹ ਸਿਰਫ ਬਹੁਤੇ ਪੜ੍ਹਨ ਲਿਖਣ ਵਾਲਿਆਂ ਨੇ ਕੀਤਾ, ਕਿਉਂਕਿ ਗਰਾਊਂਡ ਤੇ ਕੰਮ ਤਾਂ ਕੀਤਾ ਨਹੀਂ। ਪ੍ਰਕਰਮਾਂ ਵਿੱਚ ਇੱਕ ਵੀ ਫੌਜੀ ਨਹੀਂ ਜਾ ਸਕਿਆ। 4 ਤਰੀਕ ਦੀ ਰਾਤ ਪੈ ਗਈ, ਕੋਈ ਫੌਜੀ ਪ੍ਰਕਰਮਾਂ 'ਚ ਪੈਰ ਨਹੀਂ ਰੱਖ ਸਕਿਆ। ਸੰਤ ਜਰਨੈਲ ਸਿੰਘ ਨੇ ਕਿਹਾ ਸੀ ਨਾ ਕਿ ਆਪਣੇ ਜੀਂਦਿਆਂ ਜੀ ਇੱਕ ਵੀ ਫੌਜੀ ਪ੍ਰਕਰਮਾਂ ਵਿੱਚ ਪੈਰ ਨਹੀਂ ਰੱਖੇਗਾ। ਇੱਦਾਂ ਹੀ ਹੋਇਆ। ਜਨਰਲ ਸੁਬੇਗ ਸਿੰਘ ਹੋਰਾਂ ਦੀ ਜਿਹੜੀ ਯੁੱਧ ਨੀਤੀ ਹੈ, ਜਨਰਲ ਬਰਾੜ ਖੁਦ ਇਹ ਗੱਲ ਲਿਖਦਾ ਕਿ ਸਾਡਾ ਸਾਰਾ ਜਿੰਨੀਆਂ ਗੋਂਦਾਂ ਗੁੰਦੀਆਂ, ਜਿਹੜੇ ਨਕਸ਼ੇ ਮੈਪ, ਜੋ ਸਟ੍ਰੈਟਜੀਜ਼ ਬਣਾਈਆਂ ਸੀ, ਸਾਰੀਆਂ ਖਤਮ। ਬਰਾੜ ਖੁਦ ਲਿਖਦਾ ਪਹਿਲੇ ਹਮਲੇ ਦੇ ਵਿੱਚ ਸਾਡੀ 30% ਆਰਮੀ ਜਿਹੜੀ ਹੈ ਉਹ ਮਾਰੀ ਗਈ। ਖੁਦ ਲਿਖਦਾ ਇਹ ਗੱਲ। ਹੁਣ ਵੇਖੋ 30% ਆਪ ਲਿਖ ਰਿਹਾ ਤੇ ਮਾਰੀ ਤੇ 50% 70% ਗਈ ਹੋ ਸਕਦੀ ਹੈ। 30 ਤੇ ਉਹ ਖੁਦ ਲਿਖਣ ਡਿਆ। ਟੈਂਕਾਂ ਦੇ ਗੋਲੇ, ਅਜੰਤਾ ਟੈਂਕ 105 mm ਦਾ ਗੋਲਾ ਉਹਦੇ 'ਚ ਪਾ ਕੇ ਅਕਾਲ ਤਖਤ ਸਾਹਿਬ ਵੱਲ ਮੂੰਹ ਕਰਕੇ ਸਿੱਟਿਆ ਜਾਂਦਾ। ਕਹਿੰਦੇ ਲੜਿਆ ਨਹੀਂ ਜਾਣਾ। ਇਹ ਲੜਾਈ ਜਿੱਤੀ ਮੰਨੀਏ ਕਿ ਹਾਰੀ ਮੰਨੀਏ?
ਬੰਦੇ ਤੇ ਬੰਦੇ ਦਾ ਮੁਕਾਬਲਾ ਹੁੰਦਾ ਹੈ, ਟੈਂਕ ਤੇ ਬੰਦੇ ਦਾ ਕੀ ਮੁਕਾਬਲਾ ਹੈ? ਟੈਂਕ ਤੇ ਬੰਦੇ ਦਾ ਕੋਈ ਮੁਕਾਬਲਾ ਹੈ? ਇਹ ਜਦੋਂ ਲੜਾਈ ਹਾਰ ਗਏ, ਇਹਨਾਂ ਲੜਾਈ ਖਤਮ ਕਰਨ ਲਈ ਟੈਂਕ ਲਿਆਂਦੇ। ਮੈਂ ਇਹ ਕਹੂੰਗਾ 47 ਬੰਦਿਆਂ ਨੂੰ ਸੰਬੋਧਨ ਹੋ ਕੇ ਕਿਹਾ ਵੀ ਮੈਂ ਚੱਲਿਆ, ਜ਼ਰੂਰੀ ਨਹੀਂ ਹੈ ਤੁਸੀਂ ਸਾਰੇ ਮੇਰੇ ਨਾਲ ਹੋ, ਕਿਉਂਕਿ ਮੈਂ ਕੌਮ ਨੂੰ ਪ੍ਰੋਮਿਸ ਕੀਤਾ ਸੀ ਮੈਂ ਭੱਜਾਂਗਾ ਨਹੀਂ, ਮੈਂ ਗਦਾਰ ਨਹੀਂ ਹਾਂ ਕੌਮ ਦਾ, ਮੈਂ ਸਿਰ ਦੇਣਾ। ਉਹ ਗਾਉਂਦੇ ਹੁੰਦੇ ਸੀ ਕਿ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਹੈਰਾਨ ਹੋ ਜੂਗੀ ਇਤਿਹਾਸ ਦੀ ਕਲਮ, ਔਰ ਲੋਕ ਹੈਰਾਨ ਹੋ ਜਾਣਗੇ ਕਿ 47 ਵਿੱਚੋਂ 35 ਬੰਦੇ ਉਹਦੇ ਨਾਲ, ਜਿਨ੍ਹਾਂ ਨੇ 15 ਸੈਕਿੰਡ ਬਾਅਦ ਮੌਤ ਦੇ ਗਲ ਲੱਗ ਜਾਣਾ ਸੀ, 35 ਬੰਦੇ 47 'ਚ ਉਹਦੇ ਨਾਲ ਤੁਰਦੇ। ਇਹ ਪਾਗਲਪਨ ਹੈ, ਇਹ ਜਜ਼ਬਾ ਹੈ, ਇਹ ਸਿੱਖੀ ਹੈ, ਇਹ ਸ਼ਹਾਦਤ ਦਾ ਮਰਤਬਾ ਹੈ। ਸਿੱਖਾਂ ਦੀ ਤਾਕਤ ਕੀ ਹੈ? ਸਿੱਖਾਂ ਦੀ ਰੀੜ੍ਹ ਦੀ ਹੱਡੀ ਕੀ ਹੈ? ਉਹਨਾਂ ਨੇ ਚੈੱਕ ਕੀਤਾ, ਸਿੱਖਾਂ ਦੀ ਰੀੜ੍ਹ ਦੀ ਹੱਡੀ ਹੈ ਅਕਾਲ ਤਖਤ। ਅਕਾਲ ਤਖਤ ਦਾ ਜਥੇਦਾਰ ਜਦੋਂ ਇਸ਼ਾਰਾ ਕਰਦਾ ਤੇ ਸਾਰੀ ਕੌਮ ਮਰਨ ਲਈ ਤਿਆਰ ਹੋ ਜਾਂਦੀ। ਉਹ ਕਹਿੰਦੇ ਇਹੋ ਜਿਹੇ ਜਥੇਦਾਰ ਲਾਓ, ਇਹੋ ਜਿਹੇ ਫੈਸਲੇ ਕਰਾਓ ਕਿ ਕੌਮ ਹੀ ਜਥੇਦਾਰਾਂ ਦੇ ਛਿੱਤਰ ਮਾਰੇ। ਐਨਾਲਿਸਿਸ ਵਿੱਚੋਂ ਨਿਕਲਿਆ ਕਿ ਦਮਦਮੀ ਟਕਸਾਲ ਜਿਹੜੀ ਹੈ ਉਹ ਯੋਧੇ ਪੈਦਾ ਕਰ, ਉਹਨਾਂ ਨੇ ਦਮਦਮੀ ਟਕਸਾਲ 'ਚ ਇਹੋ ਜਿਹਾ ਰੌਲਾ ਪੈਦਾ ਕੀਤਾ ਕਿ ਉਹ ਦਮਦਮੀ ਟਕਸਾਲ ਅੱਜ ਬਾਦਲਾਂ ਵਰਗਿਆਂ ਦੀਆਂ ਅਰਦਾਸਾਂ ਦੇ ਲਈ ਹੱਥ ਜੋੜ ਕੇ ਖੜੀ, ਜਾਂ ਉਹਨਾਂ ਦੇ ਪੁੰਜੇ ਪੈਂਦੀ ਜਾ ਕੇ। ਇਹ ਸਿੱਧੂ ਮੂਸੇਵਾਲਾ ਕਲਚਰ, ਕਈ ਵਾਰੀ ਮੈਨੂੰ ਕਹਿ ਦਿੰਦੇ ਤੁਸੀਂ ਸਿੱਧੂ ਮੂਸੇਵਾਲੇ ਦੇ ਖਿਲਾਫ, ਮੈਂ ਨਹੀਂ ਕਹਿੰਦੀ ਭਾਈ। ਕਲਚਰ ਮਤਲਬ ਉਹ ਸਾਰੀ ਸ਼੍ਰੇਣੀ ਜਿੰਨੇ ਵੀ ਆ, ਉਹ 'ਚ ਕੋਈ ਬੱਬੂ ਮਾਨ ਹੋਵੇ, ਭਾਵੇਂ 2-2 3-3 ਗਾਣੇ, ਕਈ ਵਾਰੀ ਉਹ ਸਿੱਖਾਂ ਦੇ ਜਾਂ ਕਿਸਾਨਾਂ ਦੇ ਵੀ। ਮੈਂ ਕਹਿੰਦਾ 1-2 ਗਾਣਿਆਂ ਨਾਲ ਫਰਕ ਨਹੀਂ ਪੈਣਾ। ਤੁਸੀਂ ਇਹ ਦੇਖੋ ਵੀ ਤੁਸੀਂ ਪਹਿਲਾਂ ਕਿਹੜੀ ਕੜੀ ਘੋਲੀ ਹੈ। ਅੱਜ ਕਿਹੜੇ ਸਿੱਖ ਨੌਜਵਾਨ ਨੂੰ ਪਤਾ ਹੈ ਕਿ ਪਾਣੀਆਂ ਦਾ ਰੌਲਾ ਅਜੇ ਤੱਕ ਉੱਦਾਂ ਹੀ ਹੈ, ਚੰਡੀਗੜ੍ਹ ਦੀ ਰਾਜਧਾਨੀ ਦਾ ਉੱਦਾਂ ਹੀ ਆ। ਉਹਦੇ 'ਚ ਇੱਕੋ ਗੱਲ ਸਮਝ ਲੱਗੀ, ਹਾਏ ਆ ਕੁੜੀ ਹੈ, ਇਹਦੇ ਨਾਲ ਮੇਰਾ ਵਿਆਹ ਹੋ ਜੇ, ਇਹਦੇ ਲਈ ਮੈਂ ਤੈਨੂੰ ਚੁੱਕ ਲੂੰਗਾ, ਫਲਾਣੇ ਨੂੰ ਗੋਲੀ ਮਾਰ ਦੂੰ, ਉਹਨੂੰ ਧਰ ਦੂੰਗਾ। ਉਹ ਜਿਹੜੀ ਅਣਖ ਗੈਰਤ, ਜਿਹੜਾ DNA 'ਚ ਗਰਮੀ ਸੀ, ਉਹ ਗੈਂਗਸਟਰ ਬਣਨ ਵੱਲ ਨੂੰ ਗਈ, ਯੋਧੇ ਬਣਨ ਵੱਲ ਨੂੰ ਨਹੀਂ ਗਈ। ਡੇਰਾ ਵੋਟ ਕਿੱਥੇ ਪਏਗੀ ਤੇ ਤੁਸੀਂ ਜਿੱਤ ਜਾਓਗੇ ਕਿ ਹਾਰ ਜਾਓਗੇ, ਇਹ ਡੇਰਾ ਫੈਕਟਰ। ਉਹ ਪੰਥ ਪੰਜਾਬ 'ਚ ਰਹਿੰਦਾ, ਕੋਈ ਫੈਕਟਰੀ ਨਹੀਂ ਬਚਿਆ। ਕੋਈ ਕਿਸੇ ਲੀਡਰ ਨੂੰ ਪੁੱਛਦਾ ਜੀ ਸਿੱਖ ਵੋਟ ਦਾ ਕੀ ਕਰਨਾ? ਸਿੱਖਾਂ ਦੀਆਂ ਮੰਗਾਂ ਨੇ। ਮੁਹੰਮਦ ਅਲੀ ਜਿਨ੍ਹਾਂ ਨੇ ਸਿੱਖਾਂ ਨੂੰ ਕਿਹਾ ਤੁਸੀਂ ਇਹਨਾਂ ਨੂੰ ਗੁਲਾਮ ਵੇਖਿਆ, ਆਜ਼ਾਦ ਕੁਰਸੀ ਤੇ ਨਹੀਂ ਵੇਖਿਆ, ਇਹ ਆਜ਼ਾਦ ਹੋ ਕੇ ਕੁਰਸੀ ਤੇ ਬਹਿ ਗਏ, ਬਹੁਤ ਖਤਰਨਾਕ ਹੋਣਗੇ, ਤੇ ਤੁਸੀਂ ਭਈ ਆਪਦਾ ਕੋਈ ਸੋਚ ਲਓ। ਮਹਾਤਮਾ ਗਾਂਧੀ ਨੇ ਲੰਬੇ ਬਿਆਨ ਵਿੱਚ ਇਹ ਗੱਲ ਕਹੀ ਕਿ ਭਾਈ ਜੇ ਅਸੀਂ ਮੁੱਕਰੇ, ਅਸੀਂ ਸਿੱਖਾਂ ਨੂੰ ਹੱਕ ਨਹੀਂ ਦਿੱਤੇ, ਤੇ ਫਿਰ ਤੁਹਾਡੇ ਗਾਤਰੇ ਕਿਰਪਾਨ ਤਾਂ ਹੈਗੀ ਆ, ਤੁਸੀਂ ਤਲਵਾਰ ਦੇ ਜ਼ੋਰ ਤੇ ਆਪਦੇ ਹੱਕ ਲੈ ਲਿਓ। ਹੱਕ ਮੰਗਣ ਲਈ ਵੀ ਮਜਬੂਰੀ ਕੀਤਾ ਤੁਸੀਂ, ਬਣਦੇ ਹੱਕ ਸੀ ਨਹੀਂ ਸੀ ਦੇ ਰਹੇ ਤੇ ਮਜਬੂਰੀ ਬਣ ਗਈ ਇੱਕ। ਸੋ ਮਹਾਤਮਾ ਗਾਂਧੀ ਜੜ ਹੈ ਸਾਰੇ ਪਵਾੜੇ ਦੀ। ਦੁਬਈ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ, ਪੂਰੀ ਦੁਨੀਆ ਮੰਨਦੀ ਹੈ ਵੀ ਦੁਬਈ, ਉਸ ਕੰਟਰੀ ਨੂੰ ਯੂਨਾਈਟਿਡ ਸਟੇਟਸ ਬਣਾਉਣ ਦੇ ਨਾਲ ਕੋਈ ਫਰਕ ਨਹੀਂ ਪਿਆ, ਅਮਰੀਕਾ ਨੂੰ ਕੋਈ ਫਰਕ ਨਹੀਂ ਪਿਆ, ਤੁਹਾਨੂੰ ਮੌਤ ਪੈਂਦੀ ਹੈ। ਗੱਲ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਕੇ ਰੂੜੀਆਂ ਤੇ ਸਿੱਟਣ ਤੱਕ ਆ ਗਈ, ਕਿਉਂਕਿ ਜੇ ਉਸ ਲੁੱਚੇ ਸਾਧ ਨੂੰ ਉਸ ਵੇਲੇ ਰੋਕ ਲਿਆ ਗਿਆ ਹੁੰਦਾ ਤੇ ਨੌਬਤ ਗੁਰੂ ਸਾਹਿਬ ਦੇ ਪੰਨੇ ਪਾੜਨ ਤੱਕ ਨਾ ਆਉਂਦੀ। ਇਤਿਹਾਸ ਕੌਮ ਦਾ ਸਰਮਾਇਆ ਹੁੰਦਾ ਹੈ। ਇਤਿਹਾਸ ਤੋਂ ਸੱਚ ਦਾ ਪਤਾ ਲੱਗਦਾ ਹੈ ਤੇ ਆਉਣ ਵਾਲੀ ਜਨਰੇਸ਼ਨ ਨੇ ਇਤਿਹਾਸ ਨੂੰ ਮੰਨ ਕੇ ਚੱਲਣਾ ਹੁੰਦਾ ਹੈ। ਜਦੋਂ ਆਪਾਂ ਇਤਿਹਾਸ ਨੂੰ ਚੰਗੀ ਤਰ੍ਹਾਂ ਘੋਖ ਪੜਤਾਲ ਕੇ ਪੜ੍ਹਾਂਗੇ ਜਾਂ ਲਿਖਾਂਗੇ, ਕਿਉਂਕਿ ਫਰਜ਼ ਦੋਏ ਨੇ, ਇਨਸਾਫ ਦੇ ਨਾਲ ਪੜ੍ਹਨਾ ਅਤੇ ਇਨਸਾਫ ਦੇ ਨਾਲ ਅੱਗੇ ਜਾ ਕੇ ਵੰਡਣਾ। ਤੇ ਨਾਲ ਹੀ ਸਾਡਾ ਮੁੱਢਲਾ ਫਰਜ਼ ਹੈ ਵੀ ਅਸੀਂ ਜਿਸ ਨੂੰ ਵੀ ਅੱਗੇ ਜਾਣਕਾਰੀ ਦੇਣੀ ਹੈ ਤੇ ਉਹ ਇਨਸਾਫ ਕਰਕੇ ਅਸੀਂ ਜਾਣਕਾਰੀ ਦੇਣੀ ਹੁੰਦੀ ਹੈ। ਜਦੋਂ ਜੂਨ 84 ਦੀ ਗੱਲ ਆਉਂਦੀ ਹੈ ਤੇ ਆਪਾਂ ਇੰਝ ਕਹਿ ਸਕਦੇ ਹਾਂ ਵੀ ਹਜ਼ਾਰਾਂ ਹੀ ਛੋਟੀਆਂ ਵੱਡੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ। ਹਰ ਇੱਕ ਇਨਸਾਨ ਨੇ ਸੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਜੇ ਸਮਝਣ ਦਾ ਯਤਨ ਕਰੋਗੇ ਤੇ ਬਹੁਤ ਸਾਰੇ ਤੱਥ ਉਹ ਵੀ ਸਾਹਮਣੇ ਆਉਂਦੇ ਨੇ ਜੋ ਉਸ ਵੇਲੇ ਉੱਥੇ ਮੌਜੂਦ ਸਨ, ਚਾਹੇ ਉਹ ਅੰਦਰ ਕੀਰਤਨ ਕਰ ਰਹੇ ਸਨ, ਚਾਹੇ ਬਹੁਤ ਸਾਰੇ ਇਨਸਾਨ ਉੱਥੇ ਉਹ ਵੀ ਗਏ ਹੋਏ ਸਨ ਜਿਨ੍ਹਾਂ ਨੂੰ ਆਪਾਂ ਇੱਕ ਚੰਗੇ ਲਿਖਾਰੀ ਵੀ ਕਹਿ ਸਕਦੇ ਹਾਂ, ਜਿਨ੍ਹਾਂ ਨੇ ਉਹ ਤੱਥ ਸਾਹਮਣੇ ਰੱਖੇ ਨੇ। ਚਾਹੇ ਉਹ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਲੈ ਕੇ ਗਏ ਹੋਏ ਸਨ, ਚਾਹੇ ਉਹ ਵੈਸੇ ਹੀ ਦਰਸ਼ਨ ਦੀਦਾਰੇ ਕਰਨ ਦੇ ਲਈ ਉੱਥੇ ਗਏ ਸਨ। ਉਹਨਾਂ ਨੇ ਵੀ ਛੋਟੀਆਂ ਵੱਡੀਆਂ ਦਾ ਕਿਤਾਬ 'ਚ ਲਿਖ ਕੇ ਲੋਕਾਂ ਨੂੰ ਸੱਚ ਤੋਂ ਜਾਣੂ ਕਰਾਉਣ ਦਾ ਯਤਨ ਕੀਤਾ ਹੈ। ਅੱਜ ਕੋਸ਼ਿਸ਼ ਕਰਦੇ ਹਾਂ, ਸਾਡੇ ਨਾਲ ਮੌਜੂਦ ਨੇ ਪਰਮਪਾਲ ਸਿੰਘ ਜੀ ਸਭਰਾ, ਜਿਹੜੇ ਬੜੇ ਵਧੀਆ ਵਿਗਿਆਨੀ ਨੇ,
ਜਿਹੜੇ ਬੜੇ ਵਧੀਆ ਵਿਦਵਾਨ ਨੇ ਅਤੇ ਨਾਲ ਦੀ ਨਾਲ ਕੋਸ਼ਿਸ਼ ਕਰਦੇ ਨੇ ਹਰ ਚੀਜ਼ ਨੂੰ ਤੱਥਾਂ ਦੇ ਆਧਾਰ ਦੇ ਉੱਪਰ ਪੇਸ਼ ਕੀਤਾ ਜਾਵੇ, ਕਿਉਂਕਿ ਤੱਥ ਤਾਂ ਸਾਹਮਣੇ ਰੱਖੇ ਜਾਣਗੇ ਜੇ ਬਹੁਤ ਸਾਰਾ ਲਿਟਰੇਚਰ ਆਪ ਖੁਦ ਅਧਿਐਨ ਦੇ ਵਿੱਚ ਲਿਆਂਦਾ ਜਾਵੇ। ਗਿਆਨੀ ਜੀ ਹੁਣੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਅਕਸਰ ਜਿਹੜੇ ਨੌਜਵਾਨਾਂ ਦੇ ਸਵਾਲ ਹੁੰਦੇ ਨੇ, ਕਿਉਂਕਿ ਸਵਾਲਾਂ ਦੇ ਵਿੱਚੋਂ ਜਦੋਂ ਸਵਾਲ ਨਿਕਲਦੇ ਨੇ ਤਾਂ ਦੋਏ ਪੱਖ ਹੁੰਦੇ ਨੇ, ਨੈਗੇਟਿਵ ਤੇ ਪੋਜ਼ਿਟਿਵ। ਕਿਸੇ ਦੀ ਸੋਚਣੀ ਕਿੱਦਾਂ ਦੀ, ਕਿਸੇ ਦੀ ਸੋਚਣੀ ਕਿੱਦਾਂ ਦੀ। ਜਦੋਂ ਬਾਬਾ ਜਰਨੈਲ ਸਿੰਘ ਜੀ ਦੇ ਆਪਾਂ ਇਸ ਸਾਰੇ ਦੌਰ ਨੂੰ ਵੇਖਦੇ ਹਾਂ ਤਾਂ ਨੌਜਵਾਨ ਕਈ ਵਾਰ ਸਵਾਲ ਕਰਦੇ ਨੇ ਵੀ ਅਕਸਰ ਫੇਸਬੁੱਕ ਦੇ ਉੱਪਰ ਲੜਾਈਆਂ ਚੱਲਦੀਆਂ ਵੇਖੀਆਂ ਹੋਣਗੀਆਂ ਤੁਸੀਂ, ਬਈ ਕੋਈ ਕਹਿੰਦਾ ਠੀਕ ਨਹੀਂ ਸੀ, ਕੋਈ ਕਹਿੰਦਾ ਠੀਕ ਸੀਗਾ। ਹਰੇਕ ਦੀਆਂ ਆਪੋ ਆਪਣੀਆਂ ਦਲੀਲਾਂ ਨੇ। ਤੁਸੀਂ ਅਧਿਐਨ ਕੀਤਾ ਹੈ, ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਵੇਖੋ ਗੁਜਰਵਾਲ ਸਾਹਿਬ, 37 ਸਾਲ ਹੋ ਗਏ ਕੌਮ ਇਸ ਪੀੜ ਨੂੰ ਹੰਢਾ ਰਹੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ 37 ਸਾਲਾਂ ਦੇ ਵਿੱਚ ਜਿਹੜੀ ਸਾਡੀ ਨਵੀਂ ਪਨੀਰੀ ਆਈ ਹੈ, ਉਹਨੇ ਜਦੋਂ ਇਤਿਹਾਸ ਦਾ ਮੁਲਾਂਕਣ ਕਰਨਾ, ਨਵੇਂ ਸਿਰ ਤੋਂ ਪੜ੍ਹਨਾ, ਸਮਝਣਾ, ਜਾਂ ਸੋਸ਼ਲ ਮੀਡੀਆ ਦਾ ਯੁੱਗ ਹੈ, ਬਹੁਤ ਸਾਰੀਆਂ ਵੀਡੀਓਜ਼ ਦੇਖਣੀਆਂ ਨੇ, ਤਾਂ ਅਫਕੋਰਸ ਉਹਦੇ ਮਨ ਵਿੱਚ ਇੱਕ ਬਹੁਤ ਵੱਡੀ ਕਨਫਿਊਜ਼ਨ ਹੈ। ਕਿਉਂਕਿ ਜਿਹੜਾ ਸਾਹਿਤ ਸਰਕਾਰੀ ਐਂਗਲ ਤੋਂ ਲਿਖਿਆ ਗਿਆ ਜਾਂ ਪਲਾਨ ਵੇ ਦੇ ਨਾਲ ਲਿਖਿਆ ਗਿਆ, ਉਹਨੇ ਕਲੀਅਰ ਕੱਟ ਸਰਕਾਰ ਦਾ ਪੱਖ ਪੂਰ ਕੇ ਇਹ ਸਿੱਧ ਕੀਤਾ, ਭਾਵੇਂ ਸਿੱਖ ਵੀ ਸੀ ਬਹੁਤ ਸਾਰੇ ਰਾਈਟਰ ਵਿੱਚੋਂ, ਇਹ ਸਿੱਧ ਕੀਤਾ ਕਿ 1984 ਜੋ ਕੁਛ ਹੋਇਆ ਉਹਦੇ ਲਈ ਸੰਤ ਜਰਨੈਲ ਸਿੰਘ ਜ਼ਿੰਮੇਵਾਰ ਨੇ। ਜਦੋਂ ਸਿੱਖਾਂ ਨੇ ਵੀ ਲਿਖਿਆ, ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਲਿਖਿਆ, ਚੰਗੇ ਚੰਗੇ ਵਧੀਆ ਜਿਹੜੇ ਸਿੱਖਾਂ ਦੇ ਸਕਾਲਰ ਸੀਗੇ, ਜਦੋਂ ਉਹਨਾਂ ਨੇ ਲਿਖਿਆ ਤੇ ਉਹ ਸਾਰੀ ਦੀ ਸਾਰੀ ਗੱਲ ਦੇ ਵਿੱਚ ਪਤਾ ਲੱਗਾ ਕਿ ਸਰਕਾਰ ਪੂਰੀ ਤਰ੍ਹਾਂ ਦੋਸ਼ੀ ਸੀਗੀ। ਹੁਣ ਨੌਜਵਾਨ ਹੋ ਗਿਆ ਕਨਫਿਊਜ਼, ਉਹ ਉੱਧਰਲਾ ਪੜ੍ਹਦਾ ਅਤੇ ਉਹਨੂੰ ਉਹ ਠੀਕ ਲੱਗਦਾ, ਉਹ ਉੱਧਰਲਾ ਪੜ੍ਹਦਾ ਅਤੇ ਉਹ ਠੀਕ ਲੱਗਦਾ। ਅਸਲ ਵਿੱਚ ਮਸਲਾ ਇਹ ਬਣ ਗਿਆ ਕਿ ਨੌਜਵਾਨ ਕੋਲ ਸਹੀ ਸਾਹਿਤ, ਸਹੀ ਮੁਲਾਂਕਣ ਨਾ ਹੋਣ ਦੀ ਵਜ੍ਹਾ ਕਰਕੇ ਬਹੁਤ ਵੱਡੀ ਕਨਫਿਊਜ਼ਨ ਕ੍ਰੀਏਟ ਹੋਈ ਪਈ ਹੈ, ਜਿੱਥੋਂ ਇਹ ਲੱਗਦਾ ਹੈ ਕਿ ਕੌਣ ਸਹੀ ਸੀ। ਦੇਖੋ, ਜਦੋਂ ਜਜਮੈਂਟਲ ਹੋਈਦਾ, ਜੱਜ ਕੋਈ ਫੈਸਲਾ ਕਰਦਾ ਅਤੇ ਉਹ ਤੱਥਾਂ ਦੇ ਆਧਾਰ 'ਤੇ ਕਰਦਾ। ਉਹ ਕਹਿੰਦਾ ਕਿ ਮੇਰੀ ਟੇਬਲ 'ਤੇ ਸਭ ਤੋਂ ਪਹਿਲਾਂ ਸਬੂਤ ਰੱਖੋ, ਮੈਂ ਉਹਦੇ ਸਬੂਤਾਂ ਦੇ ਆਧਾਰ 'ਤੇ ਚੈੱਕ ਕਰਾਂਗਾ ਵੀ ਦੋਵਾਂ ਧਿਰਾਂ 'ਚੋਂ ਕਿਹੜੀ ਧਿਰ, ਭਾਵੇਂ ਕਿ ਦੋਵੇਂ ਪਾਸੇ ਵਕੀਲ ਹੁੰਦੇ ਆ, ਦੋਵੇਂ ਪੜ੍ਹੇ ਲਿਖੇ ਹੁੰਦੇ ਆ, ਦੋਵਾਂ ਨੇ ਮੋਟੀ ਫੀਸ ਲਈ ਹੁੰਦੀ ਹੈ, ਬਿਲਕੁਲ ਜੀ, ਦੋਵੇਂ ਚਾਹੁੰਦੇ ਮੈਂ ਕੇਸ ਜਿੱਤ ਜਾ, ਪਰ ਜੱਜ ਦਾ ਫੈਸਲਾ ਤੱਥਾਂ ਦੇ ਆਧਾਰ 'ਤੇ ਹੁੰਦਾ ਹੈ। ਸੋ ਜਿਹੜਾ ਤੁਹਾਡਾ ਪਹਿਲਾ ਸਵਾਲ ਹੈ, ਔਰ ਇਹ ਹਰ ਇੱਕ ਪੂਰੀ ਦੁਨੀਆ ਵਿੱਚ ਵਸਦੇ ਹੋਏ ਪੰਜਾਬੀ ਦਾ ਸਵਾਲ ਹੈ, ਜਾਂ ਭਾਰਤ ਨਾਲ ਸੰਬੰਧਿਤ ਜਾਂ ਭਾਰਤ ਦੀ ਰਾਜਨੀਤੀ ਨਾਲ ਸੰਬੰਧਿਤ ਹਰ ਕਿਸੇ ਦਾ ਸਵਾਲ ਹੈ ਕਿ ਗਲਤ ਕੌਣ। ਮੈਂ ਪਹਿਲਾਂ ਹੀ ਸਵਾਲ ਦੇ ਜਵਾਬ ਵਿੱਚ ਕ੍ਰਾਸ ਕੁਐਸਚਨ ਕਰਨਾ ਚਾਹੁੰਦਾ, ਇੱਥੋਂ ਪਤਾ ਲੱਗੂਗਾ ਵੀ ਗਲਤ ਕੌਣ, ਵੀ ਸ਼ੁਰੂਆਤ ਕਿੱਥੋਂ ਹੋਈ ਸੀ, ਮੁੱਢ ਕਿੱਥੋਂ ਸ਼ੁਰੂ ਹੋਇਆ, ਮੁੱਢ ਕਿੱਥੋਂ ਸ਼ੁਰੂ ਹੋਇਆ। ਦੂਜੀ ਗੱਲ, ਮਸਲਾ ਕੀ ਹੈ, ਗੱਲ ਇਸ ਲੈਵਲ 'ਤੇ ਕਿੱਦਾਂ ਪਹੁੰਚੀ ਕਿ ਤੋਪਾਂ ਅਤੇ ਟੈਂਕਾਂ ਦੇ ਨਾਲ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਉਡਾਉਣਾ ਪੈ ਗਿਆ। ਉਹਦੀ ਜੇ ਸ਼ੁਰੂਆਤ ਵਿੱਚ ਜਾਵਾਂ ਤਾਂ ਜੇ ਬਹੁਤ ਸਾਰੇ ਪਹਿਲੂ ਨੇ ਉਹਦੇ, ਅਸੀਂ ਕੋਸ਼ਿਸ਼ ਕਰਾਂਗੇ ਸ਼ਾਰਟ ਦੇ ਵਿੱਚ ਉਹਨਾਂ ਨੂੰ ਮੈਂ ਥੋੜ੍ਹਾ ਟੂਕ ਮਾਤਰ ਜਿਹੜਾ ਉਹ ਕਲੀਅਰ ਕਰਦਾ ਜਾਵਾਂ। ਸਭ ਤੋਂ ਪਹਿਲਾਂ ਜਿਹੜਾ ਬੇਸਿਕ ਥਾਟ ਪ੍ਰੋਸੈਸ ਦਾ ਮਸਲਾ ਹੈ ਉਹ ਹੈ ਕਿ 1947 ਤੋਂ ਪਹਿਲਾਂ ਅਸੀਂ ਮੁਗਲਾਂ ਨਾਲ ਲੜੇ, ਸਿਧਾਂਤ ਸੇਮ ਸੀ ਜੀ। ਅਸੀਂ ਅਫਗਾਨਾਂ ਨਾਲ ਲੜੇ, ਸਿਧਾਂਤ ਸੇਮ ਸੀ ਜੀ। ਮੁਗਲਾਂ ਨਾਲ ਲੜੇ, ਵਜ਼ੀਰ ਖਾਨ ਨੂੰ ਹਰਾ ਕੇ ਸਿੱਖ ਰਾਜ ਕਾਇਮ ਕੀਤਾ ਜੀ। 18ਵੀਂ ਸਦੀ ਦੇ ਵਿੱਚ ਅਫਗਾਨਾਂ ਨਾਲ ਲੜੇ, ਉਹਨਾਂ ਨੂੰ ਹਰਾ ਕੇ ਸਿੱਖ ਰਾਜ ਕਾਇਮ ਕੀਤਾ ਅਤੇ ਅਫਗਾਨਿਸਤਾਨ ਕੌਂਕਰ ਕੀਤਾ ਜੀ। ਉਸ ਤੋਂ ਮਗਰੋਂ ਆ ਗਏ ਗੋਰੇ। ਗੋਰਿਆਂ ਨੇ ਦੇਖਿਆ ਵੀ ਇਹ ਕੌਮ ਬੜੀ ਜੰਗਜੂ ਹੈ, ਇਹਨਾਂ ਨੂੰ ਡਾਂਗ ਦੇ ਨਾਲ ਜਾਂ ਸਿੱਧੀ ਜਿਹੜੀ ਫਾਈਟ ਦੇ ਕੇ ਜਿੱਤਿਆ ਨਹੀਂ ਜਾ ਸਕਦਾ। ਗੋਰਿਆਂ ਨੇ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਪਰ ਉਹ ਅਜੇ ਤੱਕ ਕੌਮ ਉਹਦੇ 'ਤੇ ਇੰਨੀ ਵੱਡੀ ਵਿਚਾਰ ਨਹੀਂ ਕਰ ਸਕੀ ਕਿ ਸਿਧਾਂਤਕ ਤੌਰ 'ਤੇ ਜਿਹੜੇ ਅੰਗਰੇਜ਼ ਨੇ ਉਹਨਾਂ ਨੇ ਕਿੱਦਾਂ ਹਮਲੇ ਕਰਕੇ ਕੌਮ ਨੂੰ ਬਹੁਤ ਬਰੀਕੀ ਦੇ ਨਾਲ ਜੜ੍ਹਾਂ ਵੱਢੀਆਂ। ਪਰ ਉਹਨਾਂ ਨੇ ਫਿਜ਼ੀਕਲੀ ਸਿੱਧਾ ਅਟੈਕ ਨਹੀਂ ਕੀਤਾ, ਬਲਕਿ ਇਹਦੇ ਉਲਟ ਜਦੋਂ ਸਿੱਖਾਂ ਨੇ ਮੋਰਚੇ ਲਾਏ, ਇਹ 'ਚ ਕੋਈ ਸ਼ੱਕ ਨਹੀਂ ਉਹਦੇ 'ਚ ਵੀ ਸ਼ਹਾਦਤਾਂ ਹੋਈਆਂ, ਪਰ ਬਹੁਤ ਜਲਦੀ 1920 ਦੇ ਵਿੱਚ ਹੀ ਗੁਰਦੁਆਰੇ ਆਜ਼ਾਦ ਕਰਵਾ ਲਏ ਗਏ ਜੀ। ਹੁਣ ਮਸਲਾ ਇਹ ਪੈਂਦਾ ਹੈ ਕਿ ਜਦੋਂ ਸਿੱਖ ਹੱਕਾਂ ਲਈ ਆਪਣੇ ਗੁਰੂ ਦੇ ਹੁਕਮਾਂ 'ਤੇ ਮੁਗਲਾਂ ਨਾਲ ਲੜਨ ਦੇਸ਼ ਭਗਤ, ਅਫਗਾਨਾਂ ਨਾਲ ਲੜਨ
ਦੇਸ਼ ਭਗਤ ਦਰਾ ਖੈਬਰ, ਜਿੱਥੋਂ ਸਦੀਆਂ ਤੋਂ ਧਾੜਵੀ ਭਾਰਤ ਵਿੱਚ ਆ ਕੇ ਹਮਲੇ ਕਰਦੇ ਸੀ, ਇੱਥੋਂ ਦਾ ਸਭ ਕੁਝ ਲੁੱਟ ਕੇ ਲਿਜਾਂਦੇ ਸੀ, ਉਹ ਦਰਾ ਖੈਬਰ ਸਿੱਖਾਂ ਨੇ ਹਰੀ ਸਿੰਘ ਨਲੂਆ ਨੇ ਆਪਣੇ ਯੋਧਿਆਂ ਦੇ ਸਿਰ ਦੇ ਕੇ ਉਹ ਦਰਵਾਜ਼ਾ ਬੰਦ ਕੀਤਾ ਜੀ। ਦੇਸ਼ ਭਗਤ ਉਦੋਂ ਉਹ ਸੂਰਮੇ ਨੇ ਉਹਨਾਂ ਦੀਆਂ ਗਾਥਾ ਗਾਓ ਸਭ ਕੁਝ ਓਕੇ। ਜਦੋਂ ਅੰਗਰੇਜ਼ਾਂ ਨਾਲ ਲੜੇ, ਹੁਣ ਇਹ ਤਾਂ ਤੱਥਾਂ ਦੇ ਆਧਾਰ ਤੇ ਹੈ ਨਾ, ਭਾਰਤ ਦੀ ਜਿਹੜੀ ਆਜ਼ਾਦੀ ਦੀ ਲਹਿਰ ਹੈ ਇਹਦੇ ਵਿੱਚ ਜੋ ਕੁਛ ਹੈ ਕੋਈ ਇੰਨਾ ਪੁਰਾਣਾ ਨਹੀਂ ਹੈ ਕਿ ਇੰਨਾ ਪੁਰਾਣਾ ਸਾਹਿਤ ਪਤਾ ਨਹੀਂ ਲੱਗਦਾ। ਹਿਸਟਰੀ ਕੱਢ ਲਓ, ਫਾਂਸੀਆਂ ਤੇ ਕਿੰਨੇ ਚੜੇ, ਕਾਲੇ ਪਾਣੀ ਕਿੰਨਿਆਂ ਨੂੰ ਮਿਲਿਆ, ਇਹ ਤਾਂ ਮਿੰਟ 'ਚ ਪਤਾ ਲੱਗ ਜਾਣਾ। ਨਾ ਹਜ਼ਾਰਾਂ ਸਾਲ ਪੁਰਾਣੀਆਂ ਗੱਲਾਂ ਥੋੜ੍ਹੀ ਹੈ, ਕੀ ਗੱਲ ਹੁੰਦੀ ਹੈ 100 ਸਾਲ ਦੀ, 100 ਸਾਲ ਦੀ ਗੱਲ ਹੈ। ਉਹ ਤੁਹਾਨੂੰ ਸਾਰੇ ਦੇ ਸਾਰੇ ਕਾਗਜ਼ ਦੇ ਉੱਤੇ ਲਿਖਿਆ ਮਿਲ ਜੂਗਾ ਕਿ 80 ਤੋਂ ਵੱਧ % ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਸਿੱਖ ਆਜ਼ਾਦ ਕਰਵਾਉਂਦੇ ਨੇ। ਹੁਣ ਮਸਲਾ ਆ ਗਿਆ ਕਿ ਜਿਸ ਦੇਸ਼ ਨੂੰ ਉਹ ਸਦੀਆਂ ਤੋਂ ਦੇਸ਼ ਦੇ ਦੁਸ਼ਮਣਾਂ ਨਾਲ ਲੜਦੇ ਆ ਰਹੇ ਨੇ, ਹੁਣ ਜਦੋਂ ਆਜ਼ਾਦੀ ਤੋਂ ਮਗਰੋਂ ਕੀ ਹੁੰਦਾ ਹੈ, ਸਭ ਤੋਂ ਵੱਧ ਨੁਕਸਾਨ ਆਜ਼ਾਦੀ ਦਾ, ਸਭ ਤੋਂ ਵੱਧ ਕੁਰਬਾਨੀ ਪੰਜਾਬ ਨੇ ਕੀਤੀ, ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ। ਬਿਲਕੁਲ ਜੀ। 2.5 ਦਰਿਆ ਚਲੇ ਗਏ, 80% ਉਹ ਇਲਾਕਾ ਸਿੱਖਾਂ ਨੇ ਗਵਾ ਦਿੱਤਾ ਜਿਹਦੇ ਤੇ ਰਾਜ ਕਰਦੇ ਸਾਂ। ਸਾਡਾ ਲਾਹੌਰ, ਸਾਡਾ ਖਾਲਸਾ ਦਰਬਾਰ, ਉਹ ਸਾਰਾ ਅਸੀਂ ਗਵਾ ਚੁੱਕੇ ਸੀਗੇ। ਸਾਡੀ ਵੱਡੀ ਸਲਤਨਤ ਲੈਗੇਸੀ ਜਿਹੜੀ ਸਿੱਖਾਂ ਦੀ ਸੀਗੀ ਉਹ ਬਹੁਤ ਵੱਡੀ ਸਾਰੀ ਦੀ ਸਾਰੀ, ਔਰ ਵੱਡੀ ਤਾਦਾਦ ਵਿੱਚ ਗੁਰਧਾਮ ਸਾਡੇ ਤੋਂ ਵਿਛੋੜੇ ਗਏ। ਜਿਹੜਾ ਸਾਡਾ ਆਪਣਾ ਆਸ਼ੀਆਨਾ ਤਿਆਰ ਕੀਤਾ ਹੋਇਆ ਸੀ, ਜਿਹੜੀ ਸਾਡੀ ਆਪਣੀ ਮਿਹਨਤ ਸੀ, ਉਹ ਵੀ ਅਸੀਂ ਗਵਾ ਲਿਆ। ਅਸੀਂ ਜਰ ਲਿਆ। ਗਵਾਉਣ ਦਾ ਮਸਲਾ ਨਹੀਂ ਹੈ, ਮੈਂ ਕਹਿੰਦਾ ਇਸ ਦੇਸ਼ ਦੇ ਉਸ ਵੇਲੇ ਹਿੱਤਾਂ ਵਿੱਚ ਸਭ ਕੁਝ ਜਰ ਲਿਆ। 10 ਲੱਖ ਪੰਜਾਬੀ ਮਾਰਿਆ ਗਿਆ, ਖਰਬਾਂ ਦੇ ਹਿਸਾਬ ਨਾਲ ਜਾਇਦਾਦ ਤਬਾਹ ਹੋ ਗਈ, ਲੱਖਾਂ ਦੇ ਹਿਸਾਬ ਨਾਲ ਲੋਕ ਘਰੋਂ ਬੇਘਰ ਹੋ ਕੇ ਰਿਫਿਊਜੀ ਹੋ ਗਏ। ਜਿਸ ਵੇਲੇ ਇਹ ਦੇਸ਼ ਦਾ ਪ੍ਰਧਾਨ ਮੰਤਰੀ 1947 'ਚ ਬਣ ਕੇ ਪੰਡਿਤ ਜਵਾਹਰ ਲਾਲ ਨਹਿਰੂ ਭਾਸ਼ਣ ਦੇ ਕੇ ਲੱਡੂ ਵੰਡ ਕੇ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ, ਸਾਡੇ ਪੰਜਾਬੀ ਰਿਫਿਊਜੀ ਬੈਠੇ ਇੱਕ ਰੋਟੀ ਤੋਂ ਆਤਰ ਸੀਗੇ, ਸਬਰ ਦਾ ਘੁੱਟ ਭਰ ਰਹੇ ਸੀ, ਕਹਿ ਸਕਦੇ ਹਾਂ। ਅਸੀਂ ਸਾਰਾ ਕੁਝ ਜਰ ਲਿਆ। ਹੁਣ ਇੰਨੀਆਂ ਕੁਰਬਾਨੀਆਂ, ਇੰਨੀ ਲਹੂ ਡੋਲਵੀਂ ਲੜਾਈ, ਇੰਨੀ ਵੱਡੀ ਤਾਦਾਦ ਵਿੱਚ ਸ਼ਹੀਦੀਆਂ ਤੋਂ ਬਾਅਦ ਸਾਨੂੰ ਮਿਲਿਆ ਕੀ ਭਲਾ? ਹਰ ਇੱਕ ਜ਼ਿਲ੍ਹੇ ਦੇ ਡੀਸੀਆਂ ਨੂੰ ਇੱਕ ਸਰਕੂਲੇਸ਼ਨ ਜਾਰੀ ਕੀਤਾ ਜਾਂਦਾ ਹੈ ਕਿ ਭਾਈ ਜਿਹੜੇ ਸਿੱਖ ਨੇ ਇਹ ਫਿਰਕਾ ਪ੍ਰਸਤ ਕੌਮ ਹੈ। ਪੰਜਾਬੀ ਵਿੱਚ ਇਹ ਸ਼ਬਦ ਸਾਡੇ ਨਾਂ ਦੇ ਉੱਤੇ ਮੜਿਆ ਗਿਆ ਕਿ ਅਸੀਂ ਲੜਨ ਭਿੜਨ ਵਾਲੀ ਕੌਮ ਆ, ਅਸੀਂ ਫਿਰਕਾ ਪ੍ਰਸਤ। ਇਹ ਪਹਿਲਾ ਜਿਹੜਾ ਮੋਮੈਂਟੋ ਕਹਿ ਲਓ, ਟਰੋਫੀ ਕਹਿ ਲਓ, ਸਿੱਖਾਂ ਨੂੰ 80% ਕੁਰਬਾਨੀਆਂ ਦੀ ਦਿੱਤੀ ਗਈ। ਇਦਾਂ ਦੇ ਮੈਡਲ ਹੋਰ ਪਹਿਲਾਂ ਵੀ ਬੜੇ ਮਿਲੇ ਸੀ, ਤੇ ਪਰ ਆ ਜਿਹੜਾ ਝੋਲੀ ਦੇ ਵਿੱਚ ਪਾਇਆ ਗਿਆ ਇਹ ਵੱਖਰਾ ਹੀ ਸੀ। ਮੈਂ ਕਹਿੰਦਾ ਪਹਿਲਾਂ ਵੀ ਘੱਲੂਘਾਰੇ ਹੋਏ ਆ, 3 ਘੱਲੂਘਾਰੇ ਦੀ ਆਪਾਂ ਗੱਲ ਕਰਦੇ, ਤੀਜਾ ਘੱਲੂਘਾਰਾ ਸੀ। 2 ਘੱਲੂਘਾਰੇ, ਇੱਕ ਵਿੱਚ 30,000 ਸਿੰਘ ਸ਼ਹੀਦ ਹੋਇਆ, ਇੱਕ 'ਚ 5,000 ਸਿੰਘ ਸ਼ਹੀਦ, 7,000 ਸਿੰਘ ਸ਼ਹੀਦ ਹੋਇਆ। ਵੀਰੇ ਉਹ ਬਗਾਨਿਆਂ ਵੱਲੋਂ ਸੀਗੇ। ਅੱਜ ਰਾਜੇਵਾਲ ਸਟੇਜ ਤੋਂ ਕਹਿੰਦਾ ਕਿ ਖਾਲਿਸਤਾਨ ਅਮਰੀਕਾ 'ਚ ਬਣਾ ਲਓ। ਜੇ ਅਸੀਂ 80% ਕੁਰਬਾਨੀਆਂ ਅਮਰੀਕਾ ਲਈ ਦਿੱਤੀਆਂ ਤੇ ਅਸੀਂ ਅਮਰੀਕਾ 'ਚ ਬਣਾ ਲੈਂਦੇ। ਜਦੋਂ ਕੁਰਬਾਨੀਆਂ ਇਸ ਦੇਸ਼ ਲਈ ਹੋਈਆਂ ਨੇ, ਸਾਡਾ ਪੰਜਾਬ ਟੋਟੇ ਹੁੰਦਾ ਅੱਜ ਨਿੱਕਾ ਜਿਹੀ ਸੂਬੜੀ ਰਹਿ ਗਿਆ, ਤੇ ਅਸੀਂ ਕਿਹਦੀ ਮਾਂ ਨੂੰ ਮਾਸੀ ਆਖੀਏ? ਅਸੀਂ ਕਿਹਦੇ ਅੱਗੇ ਰੋਈਏ? ਕਿੱਥੋਂ ਹੱਕ ਮੰਗੀਏ ਜਾ ਕੇ? ਇਸੇ ਦੇਸ਼ ਤੋਂ ਹੀ ਮੰਗਣੇ ਜਦੋਂ ਕੁਰਬਾਨੀਆਂ ਇਸ ਦੇਸ਼ ਲਈ ਦਿੱਤੀਆਂ। ਕੁਰਬਾਨੀਆਂ ਦੇਣ ਤੋਂ ਬਾਅਦ ਅਕਿਰਤ ਘਣਤਾ ਦੀ ਇਸ ਦੇਸ਼ ਨੇ ਹੱਦ ਕੀਤੀ ਕਿ ਇੱਕ ਤਾਂ ਫਿਰਕਾ ਪ੍ਰਸਤ ਕੌਮ ਕਿਹਾ ਗਿਆ, ਸੰਵਿਧਾਨ ਬਣਿਆ ਤੇ ਸਾਨੂੰ ਹਿੰਦੂ ਧਰਮ ਦਾ ਹਿੱਸਾ ਬਣਾ ਲਿਆ ਗਿਆ। ਅਗਲੀ ਗੱਲ, ਜਦੋਂ ਸੂਬਾ ਬਣਦਾ ਪੰਜਾਬੀ ਸੂਬਾ, ਉਸ ਵੇਲੇ ਤੋਂ ਗੋਂਦਾਂ ਗੁੰਦੀਆਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਕਿ ਕਿਸੇ ਢੰਗ ਨਾਲ ਸਿੱਖਾਂ ਨੂੰ ਉਕਸਾਇਆ ਜਾਵੇ। ਮੈਨੂੰ ਅੱਜ ਜਵਾਨੀ ਜਿਹੜੀ ਹੈ, ਮੇਰੀ ਅੱਜ ਦੀ ਜਵਾਨੀ, ਉਹ ਜਦੋਂ 78 ਪੜ੍ਹੇਗੀ, 1978 ਦਾ ਇਤਿਹਾਸ ਪੜ੍ਹੇਗੀ ਕਿ ਦਿੱਲੀੋਂ ਇੱਕ ਨਕਲੀ ਨਿਰੰਕਾਰੀ ਬਾਬਾ ਵਿਸਾਖੀ ਵਾਲੇ ਦਿਨ, ਜਿਹੜਾ ਸਿੱਖਾਂ ਦਾ ਸਭ ਤੋਂ ਮੇਨ ਤਿਉਹਾਰ ਹੈ, ਅੰਮ੍ਰਿਤਸਰ 'ਚ ਸਭ ਤੋਂ ਵੱਡੀ ਵਿਸਾਖੀ ਮਨਾਈ ਜਾਂਦੀ ਹੈ, ਉੱਥੇ ਨਗਰ ਕੀਰਤਨ ਕੱਢ ਕੇ ਗੁਰੂਆਂ ਦੀ ਬਰਾਬਰਤਾ ਕਰਕੇ 7 ਸਿਤਾਰੇ ਸਾਜ ਕੇ ਨਗਰ ਕੀਰਤਨ ਕੱਢਦਾ, ਗੁਰੂਆਂ ਦੀ ਬੇਅਦਬੀ ਕਰਦਾ। ਤੁਹਾਨੂੰ ਕੀ ਲੱਗਦਾ ਕਿ ਇਹ ਮਜ਼ਾਕ ਹੈ? ਤੁਹਾਨੂੰ ਕੀ ਲੱਗਦਾ ਕਿ ਉਹ ਬਾਬੇ ਦੇ ਮਗਰ ਕੋਈ ਕੌਨਸਪੀਰੈਂਸੀ ਨਹੀਂ ਹੋਏਗੀ? ਇਹ ਸਾਜ਼ਿਸ਼ ਨਹੀਂ ਸੀਗੀ ਸਰਕਾਰ ਤੋਂ। ਹੁਣ ਤੁਸੀਂ ਆ, ਮੈਂ ਕਹਿੰਦਾ ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਕਿਸੇ ਗਰਾਊਂਡ ਵਿੱਚ ਗਏ, ਉੱਥੇ ਇੱਕ ਪੁਲਿਸ ਵਾਲਾ ਵਰਦੀ ਵਾਲਾ ਖੜਾ ਸੀ, ਤੁਹਾਡਾ ਬੱਚਾ ਕਹਿੰਦਾ ਪਾਪਾ ਮੇਰਾ ਜੀ ਕਰਦਾ ਪੁਲਿਸ ਵਾਲੇ ਨੂੰ ਥੱਪੜ ਮਾਰਨਾ, ਤੇ ਤੁਸੀਂ ਮਾਰਨ ਦਿਓਗੇ? ਤੁਸੀਂ ਉਹਨੂੰ ਸਮਝਾਓਗੇ ਕਾਕਾ ਇਹ ਪੁਲਿਸ ਹੈ, ਇਹਨੂੰ ਥੱਪੜ ਨਹੀਂ ਮਾਰਿਆ ਜਾ ਸਕਦਾ? ਤੇ ਜਿਹੜਾ ਦਿੱਲੀੋਂ ਚੱਲ ਕੇ ਸਵਾਂਗ ਰਚਾ ਕੇ ਦਰਬਾਰ ਸਾਹਿਬ ਦੀ, ਅੰਮ੍ਰਿਤਸਰ ਦੀ ਪਵਿੱਤਰ ਨਗਰੀ 'ਚ ਆ ਕੇ ਇਹ ਕੜੀ ਘੋਲੇਗਾ, ਤੇ ਸਿੱਖ ਅੱਗੋਂ ਕੀ ਕਰਨਗੇ? ਇਹ ਪਤਾ ਨਹੀਂ ਸੀ ਪਹਿਲਾਂ ਕਿ ਸਿੱਖ ਕੀ ਕਰਨਗੇ। ਇਹ ਸਾਜ਼ਿਸ਼ ਸੀਗੀ ਕਿ ਸਿੱਖਾਂ ਨੂੰ ਉਕਸਾਇਆ ਜਾਵੇ।
ਹੁਣ ਜਦੋਂ ਸ਼ਾਂਤਮਈ ਢੰਗ ਨਾਲ 13 ਸਿੰਘ ਜਾ ਕੇ ਉਹਨਾਂ ਨਾਲ ਗੱਲ ਕਰਨ ਜਾਂਦੇ ਨੇ ਤੇ ਅੱਗੋਂ ਵੱਡਾ ਜਥਾ ਜਾਂਦਾ ਹੈ ਤੇ 13 ਸਿੰਘ ਗੋਲੀਆਂ ਨਾਲ ਭੁੰਨ ਦਿੱਤੇ ਜਾਂਦੇ ਨੇ। ਜੀ, ਸਰਕਾਰਾਂ ਇਨਸਾਫ ਦੇਣ ਲਈ ਹੁੰਦੀਆਂ ਕਿ ਸਰਕਾਰਾਂ ਸਾਜ਼ਿਸ਼ਾਂ ਕਰਨ ਲਈ ਹੁੰਦੀਆਂ? ਇੱਥੋਂ ਹੀ ਪਤਾ ਲੱਗ ਜਾਂਦਾ ਵੀ ਕਿਹਦੇ ਹੱਕ ਦੇ ਵਿੱਚ ਭੁਗਤੀ ਹੈ ਸਰਕਾਰ। ਇੱਥੋਂ ਕਲੀਅਰ ਕੱਟ ਮੈਂ ਤਾਂ ਹੀ ਕਿਹਾ ਨਾ ਕਿ ਜਦੋਂ ਗਲਤੀ ਲੱਭਣੀ ਹੈ ਤੇ ਫਿਰ ਪਿਛੋਕੜ 'ਚ ਜਾਈਏ। ਹੁਣ ਪਤਾ ਲੱਗ ਮੈਂ ਅੱਜ ਪੁੱਛਣਾ ਚਾਹੁੰਦਾ, ਅੱਜ 37 ਸਾਲ ਹੋ ਗਏ ਉਹ ਜਿਹੜੇ ਬਾਬਾ ਫੌਜਾ ਸਿੰਘ ਦੀ ਅਗਵਾਈ ਦੇ ਵਿੱਚ ਸ਼ਾਂਤਮਈ ਜਾ ਰਹੇ ਸੀ, 13 ਸਿੰਘ ਸ਼ਹੀਦ ਹੋਏ, ਅੱਜ ਹੀ ਦੱਸ ਦਿਓ ਉਹਦਾ ਕਾਤਲ ਕੌਣ ਸੀ? ਜੀ, ਅੱਜ 37 ਸਾਲਾਂ ਬਾਅਦ ਵੀ ਉਹਦਾ ਕਾਤਲ ਸਾਨੂੰ ਨਹੀਂ ਪਤਾ ਲੱਗਾ। ਇਹ ਦੇਸ਼ ਦੀ ਸਰਕਾਰ ਸਾਨੂੰ, ਭਾਵੇਂ ਕੋਈ ਅੰਗਰੇਜ਼ ਦੀ ਹੋਈ, ਬੀਜੇਪੀ ਦੀ ਹੋਈ, ਕੋਈ ਹੋਈ, ਅਕਾਲੀਆਂ ਦੀ ਵੀ ਹੋਈ, ਸਾਨੂੰ ਅੱਜ ਤੱਕ ਉਹਦਾ ਕੋਈ ਇਨਸਾਫ ਨਹੀਂ ਮਿਲਿਆ। ਨਹੀਂ ਪਤਾ ਲੱਗਾ ਕਿ ਉਹ 13 ਸਿੰਘਾਂ ਨੂੰ ਕਤਲ ਕਰਨ ਵਾਲੇ ਕੌਣ ਸੀਗੇ। ਜੇ ਆਪਾਂ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਤੇ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਦੇ ਵਿੱਚ ਜਿਹੜਾ ਸੀਗਾ ਉਹ ਅੰਮ੍ਰਿਤ ਸੰਚਾਰ ਕਰਾਉਣ ਦੇ ਲਈ ਜਾਂਦੇ ਸੀ, ਗੁਰਬਾਣੀ ਦੀ ਵਿਆਖਿਆ ਕਰਵਾਉਣ ਦੇ ਲਈ ਜਾਂਦੇ ਸੀ। ਪੰਗਾ ਤੇ ਸਰਕਾਰ ਨੇ ਆਪ ਲਿਆ ਸੀ ਨਾ। ਫਿਰ ਮੈਂ ਇਹੀ ਪੁੱਛਣਾ ਚਾਹੁੰਦਾ ਵੀ ਦਿੱਲੀੋਂ ਲੜਾਈ ਅੰਮ੍ਰਿਤਸਰ ਆਈ ਸੀ ਕਿ ਅੰਮ੍ਰਿਤਸਰ ਲੜਾਈ ਦਿੱਲੀ ਲੈ ਕੇ ਗਿਆ ਸੀ? ਜੀ, ਹੁਣ ਜਦੋਂ ਇਨਸਾਫ ਨਹੀਂ ਮਿਲਿਆ ਸਾਰੇ ਪਾਸੇ ਇੱਕ ਵੱਡੀ ਲਹਿਰ, ਕਿਉਂਕਿ 13 ਸਿੰਘਾਂ ਦੀ ਸ਼ਹੀਦੀ, ਸ਼ਾਂਤਮਈ ਸ਼ਹੀਦੀ ਬਹੁਤ ਵੱਡਾ ਪੰਜਾਬ ਦੇ ਵਿੱਚ ਜਿਹੜਾ ਬਵੰਡਰ ਹੋਇਆ। ਤੁਸੀਂ ਦੇਖੋ ਲੋਕਾਂ ਨੂੰ ਲੱਗਦਾ ਸਰਸੇ ਵਾਲਾ ਬਲਾਤਕਾਰੀ ਸਾਧ ਇੱਕ ਛੋਟੀ ਜੀ ਜਿਹੜੀ ਉਹ ਗੁਰੂ ਗੋਬਿੰਦ ਸਿੰਘ ਵਰਗਾ ਸਵਾਂਗ ਰਚ ਲੇਗਾ ਤਾਂ ਕਿਹੜੀ ਗੱਲ ਹੈ? ਅੱਜ ਪਤਾ ਲੱਗਦਾ ਕਿਹੜੀ ਗੱਲ ਹੈ। ਗੱਲ ਸਵਾਂਗ ਦੀ ਨਹੀਂ ਰਹੀ, ਗੱਲ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਕੇ ਰੂੜੀਆਂ ਤੇ ਸਿੱਟਣ ਤੱਕ ਆ ਗਈ। ਕਿਉਂਕਿ ਜੇ ਉਸ ਲੁੱਚੇ ਸਾਧ ਨੂੰ ਉਸ ਵੇਲੇ ਰੋਕ ਲਿਆ ਗਿਆ ਹੁੰਦਾ ਤੇ ਨੌਬਤ ਗੁਰੂ ਸਾਹਿਬ ਦੇ ਪੰਨੇ ਪਾੜਨ ਤੱਕ ਨਾ ਆਉਂਦੀ। ਹੁਣ ਜੇ 78 ਦੇ ਵਿੱਚ ਸਿੱਖਾਂ ਨੂੰ ਇਨਸਾਫ ਦੇ ਦਿੱਤਾ ਹੁੰਦਾ ਤੇ ਗੱਲ 81 ਤੱਕ ਨਹੀਂ ਸੀ ਪਹੁੰਚਣੀ। 81 ਦੇ ਵਿੱਚ ਬਾਬਾ ਜਰਨੈਲ ਸਿੰਘ, ਅਕਾਲੀ, ਅਖੰਡ ਕੀਰਤਨੀ ਜੱਥਾ ਤੇ ਪੰਜਾਬ ਦੀਆਂ ਜਿੰਨੀਆਂ ਵੀ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਜਥੇਬੰਦੀਆਂ ਜਾਂ ਭਾਵਨਾ ਵਾਲੇ ਲੋਕ ਜਾਂ ਸਿੱਖ ਵਿਦਵਾਨ ਸੀਗੇ ਜਾਂ ਹੋਰ ਪੰਜਾਬੀ ਸੀ, ਉਹਨਾਂ ਨੇ ਇਕੱਠੇ ਹੋ ਕੇ ਇੱਕ ਮੋਰਚਾ ਆਰੰਭ ਕੀਤਾ। ਜਿਵੇਂ ਅੱਜ ਸੰਯੁਕਤ ਮੋਰਚਾ ਸ਼ਾਂਤਮਈ ਹੈ, ਬਿਲਕੁਲ ਠੀਕ ਹੈ। ਮੈਂ ਇੱਥੇ ਕਹਿਣਾ ਚਾਹੁੰਦਾ 1981 ਦੇ ਵਿੱਚ 46 ਮੰਗਾਂ ਨਾਲ ਲੱਗਾ ਹੋਇਆ ਮੋਰਚਾ ਬਿਲਕੁਲ 6 ਜੂਨ 1984 ਤੱਕ ਸ਼ਾਂਤਮਈ ਸੀਗਾ। ਜੀ, ਟੈਂਕਾਂ ਤੱਕ ਗੱਲ ਤਾਂ ਜੂਨ 84 ਚ ਆਈ ਨਾ। 81 ਵਿੱਚ ਮੋਰਚਾ ਲੱਗਾ ਸੀਗਾ। 81 ਤੋਂ 84 ਤੱਕ ਕੀ ਦਿੱਲੀ ਦੀ ਸਰਕਾਰ ਉਹ 46 ਮੰਗਾਂ ਦੇ ਉੱਤੇ ਸੋਚ ਹੀ ਨਹੀਂ ਸਕੀ ਕਿ 46 ਚੋਂ 20 ਇਹਨਾਂ ਦੀਆਂ ਮੰਨ ਲਈਏ? ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦਾ, ਜਿਹੜੀਆਂ 1981 ਦੇ ਵਿੱਚ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਸੀ, ਉਹਨਾਂ ਵਿੱਚੋਂ ਇੱਕ ਮੰਗ ਇਹੋ ਜਿਹੀ ਵਿਖਾਓ ਜਿਹਦੇ ਨਾਲ ਦੇਸ਼ ਟੁੱਟ ਰਿਹਾ ਸੀ ਕਿ ਤੁਹਾਨੂੰ ਟੈਂਕ ਲੈ ਕੇ ਜਾਣਾ ਪੈ ਗਿਆ। ਉਹ ਮੰਗਾਂ ਕੀ ਸੀਗੀਆਂ? ਐਡੀ ਵੱਡੀ ਕਾਰਵਾਈ ਕਰਨੀ ਪੈ ਗਈ। ਉਹ ਮੰਗਾਂ ਕੀ ਨੇ? ਉਹ ਮੰਗਾਂ ਸੀ ਕਿ ਪੰਜਾਬ ਦੇ ਪਾਣੀਆਂ ਦੀ ਰਾਇਲਟੀ ਸਾਨੂੰ ਦੇ ਦਿਓ। ਜੇ ਰਾਜਸਥਾਨ ਤੋਂ ਅਸੀਂ ਸੰਗਮਰਮਰ ਖਰੀਦਦੇ ਹਾਂ ਤੇ ਜੇ ਉਹ ਪਾਣੀ ਸਾਡੇ ਤੋਂ ਖਰੀਦ ਲੈਣਗੇ ਤੇ ਕਿਹੜੀ ਗੱਲ ਹੈ? ਉਹ ਪਾਣੀਆਂ ਦੀ ਰਾਇਲਟੀ ਵੀਰੇ ਨਾ ਤਾਂ ਪਰਮਪਾਲ ਦੀ ਜੇਬ 'ਚ ਆਉਣੀ ਸੀਗੀ ਤੇ ਨਾ ਉੱਥੇ ਸੰਤ ਜਰਨੈਲ ਸਿੰਘ ਦੀ ਜੇਬ 'ਚ ਜਾਣੀ ਸੀਗੀ। ਉਹ ਤਾਂ ਰਾਜਸਥਾਨ ਸਰਕਾਰ ਨੇ ਪੰਜਾਬ ਸਰਕਾਰ ਨੂੰ ਦੇਣੀ ਸੀ ਨਾ। ਅੱਜ ਲੱਖਾਂ ਹਜ਼ਾਰ ਕਰੋੜ ਰੁਪਈਆ ਕਰਜ਼ਾ ਪੰਜਾਬ ਦੇ ਸਿਰ ਚੜ੍ਹਿਆ ਹੈ। ਮੈਂ ਪੁੱਛਦਾ, ਜਿਹੜੀਆਂ ਇੰਨੇ ਲੰਬੇ ਸਮੇਂ ਤੋਂ ਉਹ ਨਹਿਰਾਂ ਕੱਢ ਕੇ ਸਾਡੇ ਦਰਿਆਵਾਂ ਦਾ ਪਾਣੀ ਉਹਨਾਂ ਨੂੰ ਦਿੱਤਾ ਗਿਆ ਤੇ ਸਾਡੀ ਧਰਤੀ ਦੇ ਵਿੱਚੋਂ ਪਾਣੀ ਖਤਮ ਹੋ ਗਿਆ। ਅੱਜ WHO ਦੀਆਂ ਰਿਪੋਰਟਾਂ ਲਾਲ ਖਾਸੀਏ ਦੇ ਵਿੱਚ ਪੰਜਾਬ ਨੂੰ ਰੱਖ ਕੇ ਕਹਿੰਦੀਆਂ ਤੁਹਾਡੀ ਧਰਤੀ ਦਾ ਪਾਣੀ ਖਤਮ ਹੋ ਗਿਆ, 20-22-25 ਸਾਲਾਂ ਤੱਕ ਤੁਹਾਡੇ ਕੋਲ ਪੀਣ ਵਾਲਾ ਪਾਣੀ ਨਹੀਂ ਬਚਣਾ। ਮੈਂ ਪੁੱਛਦਾ, ਅਸੀਂ ਇਹੋ ਜਿਹਾ ਦਾਨ ਜਿਹੜਾ ਕੀਤਾ ਪਾਣੀ ਰਾਜਸਥਾਨ ਨੂੰ ਹਰਿਆਵਲ ਦੇਣ ਵਾਸਤੇ, ਉੱਥੋਂ ਦੇ ਲੋਕਾਂ ਦੀ ਮਿੱਟੀ ਨੂੰ ਉਪਜਾਊ ਕਰਨ ਵਾਸਤੇ, ਸਾਨੂੰ ਕੀ ਮਿਲਿਆ ਉਹਦਾ? ਜੇ ਦੇਸ਼ ਦੀ ਸਰਕਾਰ ਦਿੱਲੀ ਪੰਜਾਬ ਪ੍ਰਤੀ ਸੁਹਿਰਦ ਸੀਗੀ ਤੇ ਸਟੇਟ ਨੇ ਪੈਸੇ ਦੇਣੇ ਸੀ ਨਾ। ਵਸੁੰਧਰਾ ਰਾਜੇ ਸਿੰਧੀਆ ਨੇ ਕਿਸੇ ਦੇ ਘਰੋਂ ਚੁੱਕ ਕੇ ਪਰਮਪਾਲ ਨੂੰ ਤਾਂ ਨਹੀਂ ਦੇਣੇ ਜਾਂ ਸੰਤ ਜਰਨੈਲ ਸਿੰਘ ਨੂੰ ਤਾਂ ਨਹੀਂ ਦੇਣੇ ਸੀ। ਇਹ ਸੀ ਮੰਗ। ਹੁਣ ਵੇਖੋ, ਫੈਕਟ ਦੀ ਗੱਲ ਕਰਦੇ ਹਾਂ, ਤੱਥਾਂ ਦੀ ਗੱਲ ਕਰਦੇ ਹਾਂ। ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਚੰਡੀਗੜ੍ਹ। ਪੰਜਾਬ ਨੂੰ ਨਹੀਂ ਮਿਲਿਆ। ਜਿਹੜਾ ਦੇਸ਼ ਦਾ ਸੂਬਾ ਸਭ ਤੋਂ ਵੱਧ ਕੁਰਬਾਨੀਆਂ ਕਰਦਾ ਉਸ ਦੇਸ਼ ਦੇ ਸੂਬੇ ਕੋਲ ਆਪਣੀ ਇੰਡੀਪੈਂਡੈਂਟ ਰਾਜਧਾਨੀ ਨਹੀਂ ਹੈਗੀ। ਇਹ ਮੈਂ ਅੱਜ ਦੇ ਨੌਜਵਾਨਾਂ ਨੂੰ ਪੁੱਛਣਾ ਚਾਹੁੰਦਾ, ਕਿਉਂ ਨਹੀਂ ਹੈਗੀ? ਵੀ 70 ਸਾਲਾਂ 'ਚ ਪੰਜਾਬ ਨੂੰ ਆਪਦੀ ਰਾਜਧਾਨੀ ਨਹੀਂ ਮਿਲੀ। ਇਹ ਉਸ ਵੇਲੇ ਰਾਜਧਾਨੀ ਮੰਗੀ ਗਈ ਸੀ। ਖਾਲਿਸਤਾਨ ਮੰਗਿਆ ਨਹੀਂ ਸੀ ਗਿਆ। ਖਾਲਿਸਤਾਨ ਤੇ ਗਲ ਪਾ ਦਿੱਤਾ ਗਿਆ ਜਦੋਂ ਸੰਤ ਨੇ ਕਿਹਾ ਤੁਹਾਡੇ ਕੋਲ 2 ਵਿਕਲਪ ਨੇ, ਜਾਂ ਤਾਂ ਸਾਡੀਆਂ ਮੰਗਾਂ ਮੰਨ ਲਓ ਜਾਂ ਸਾਨੂੰ ਵੱਖਰੇ ਕਰ ਦਿਓ। ਇਹ ਤਾਂ ਬਿਜ਼ਨਸ ਵਿੱਚ, ਖੇਤੀਬਾੜੀ ਦੇ ਵਿੱਚ ਇੱਕੋ ਇੱਕ ਦੁਨੀਆ ਪੱਧਰ ਦਾ ਫਾਰਮੂਲਾ ਕਿ ਪਿਓ ਪੁੱਤ ਨੂੰ ਕਹਿੰਦਾ ਵੀ ਜੋ ਮੇਰਾ ਬਣਦਾ ਜਾਂ ਤਾਂ ਮੈਨੂੰ ਦੇ ਕੇ ਵੱਖ ਕਰ ਦਿਓ ਤੇ ਜਾਂ ਮੇਰੀ ਗੱਲ ਮੰਨ ਲਓ।
ਬਾਬਾ ਜਰਨੈਲ ਸਿੰਘ ਜੀ ਵੀ ਇਹੀ ਗੱਲ ਕਹਿੰਦੇ ਸੀ ਵੀ ਅਸੀਂ ਤੇ ਲੈਣਾ ਹੀ ਨਹੀਂ ਚਾਹੁੰਦੇ, ਪਰ ਜੇ ਦਵੋਗੇ, ਜੇ ਕੋਈ ਸਾਡੇ 'ਚ ਤੁਹਾਨੂੰ ਲੱਗਦਾ ਵੀ ਹਾਂ, ਪਰ ਉਹ 47 ਵਾਲੀ ਗਲਤੀ ਨਹੀਂ ਕਰਦੇ ਹੁਣ। ਕਿਉਂਕਿ ਮਸਲਾ ਵੀਰੇ ਇਸ ਗੱਲ ਦਾ ਹੈ ਕਿ ਜਦੋਂ ਉਹ ਕਹਿੰਦੇ ਵੀ ਜਾਂ ਤਾਂ ਸਾਨੂੰ ਬਰਾਬਰ ਦੇ ਸ਼ਹਿਰੀ ਬਣਾਓ, ਸੰਵਿਧਾਨਿਕ ਹੱਕ ਦਿਓ, ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਖਿੱਤਾ ਸਾਨੂੰ ਦਿਓ, ਤੇ ਜੇ ਤੁਸੀਂ ਨਹੀਂ ਦੇਣਾ ਤੇ ਇੱਕ ਗੱਲ ਯਾਦ ਰੱਖਿਓ, ਫਿਰ ਸਾਨੂੰ ਵੱਖ ਕਰ ਦਿਓ। ਹੁਣ ਤੁਸੀਂ ਦੱਸੋ, ਜਦੋਂ ਸਰਕਾਰ ਮੰਗਾਂ ਨਹੀਂ ਮੰਨ ਰਹੀ ਤੇ ਤੋਪਾਂ ਲੈ ਕੇ ਜਾ ਰਹੀ ਹੈ, ਇਹਦਾ ਮਤਲਬ ਵੱਖ ਕਰਨਾ ਹੈ ਕਿ ਨਹੀਂ ਵੱਖ ਕਰਨਾ? ਸੋ ਵੱਖਵਾਦੀ ਕੌਣ ਹੋਇਆ? ਸੰਤ ਜਰਨੈਲ ਸਿੰਘ ਵੱਖਵਾਦੀ ਹੈ ਕਿ ਸਰਕਾਰ ਵੱਖਵਾਦੀ ਹੈ, ਜਿਹੜੀ ਮੰਗਾਂ ਮੰਨਣ ਦੀ ਬਜਾਏ ਕਿੰਨੇ ਸਾਲ ਭਲਾ 81 ਤੋਂ 84 ਤੱਕ ਇੱਕ ਵੀ ਮੰਗ ਨਹੀਂ ਮੰਨੀ, ਤੇ ਉਲਟਾ ਟੈਂਕ ਲੈ ਕੇ ਤੁਸੀਂ ਬੰਬ ਭਰਾਓਗੇ ਤੇ ਤੁਸੀਂ ਕਹਿੰਦੇ ਵੱਖਵਾਦੀ ਭਿੰਡਰਾਂ ਵਾਲਾ ਤੇ ਖਾਲਿਸਤਾਨੀ ਭਿੰਡਰਾਂ ਵਾਲਾ। ਇਹ ਤੱਥਾਂ ਦੇ ਆਧਾਰ ਤੇ ਜਵਾਬ ਦੇ ਦਿਓ। ਆਨੰਦਪੁਰ ਦਾ ਮਤਾ ਅੱਜ ਹਰ ਇੱਕ ਸਿੱਖ ਨੌਜਵਾਨ ਨੂੰ, ਜਦੋਂ ਆ ਸੰਘਰਸ਼ ਚੱਲਿਆ, ਕਿਸਾਨੀ ਸੰਘਰਸ਼, ਬਹੁਤ ਵੱਡੇ ਪੱਧਰ ਤੇ ਕਿਹਾ ਗਿਆ ਕਿ ਆਨੰਦਪੁਰ ਦਾ ਮਤਾ ਪੜ੍ਹੋ। ਮੈਂ ਅੱਜ ਵੀ ਬੇਨਤੀ ਕਰਦਾ, ਜੇ ਤੁਸੀਂ ਆਨੰਦਪੁਰ ਦੇ ਮਤੇ ਦੀ ਸਹੀ ਵਿਆਖਿਆ ਪੜ੍ਹ ਲਓ, ਤੁਹਾਨੂੰ ਖੁਦ ਸਮਝ ਲੱਗ ਜਾਊਗਾ ਕਿ ਇਹਦੇ ਚੋਂ ਕਿਹੜੀ ਮੰਗ ਹੈ ਜਿਹੜੀ ਪੂਰੀ ਨਹੀਂ ਕੀਤੀ ਜਾ ਸਕਦੀ, ਕਿਹੜੀ ਮੰਗ ਹੈ ਜਿਹੜੀ ਦੇਸ਼ ਤੋੜ ਰਹੀ ਹੈ। ਇੱਕੋ ਮੰਗ ਹੈ ਜਿਹਨੂੰ ਇਹ ਦੇਸ਼ ਤੋੜਨਾ ਕਹਿੰਦੇ ਆ, ਉਹ ਹੈ ਫੈਡਰਲ ਸਟਰਕਚਰ ਦੀ, ਫੈਡਰਲ ਢਾਂਚੇ ਦੀ ਗੱਲ, ਕਿ ਵੱਧ ਅਧਿਕਾਰਾਂ ਦੀ ਗੱਲ ਹੈ, ਸਟੇਟ ਨੂੰ ਵੱਧ। ਮੈਂ ਪੁੱਛਣਾ ਚਾਹੁੰਦਾ, ਅਮਰੀਕਾ ਕੀ ਹੈ ਜਿਹਦੀ ਸਾਰੀ ਦੁਨੀਆ, ਇਹ ਅਮਰੀਕਾ ਨੂੰ ਫੋਲੋ ਕਰਦੀ ਨਾ ਦਿੱਲੀ, ਮੈਂ ਪੁੱਛਣਾ ਚਾਹੁੰਦਾ, ਉਹਦਾ ਨਾਮ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ। ਉਹ ਕੋਈ ਕੰਟਰੀ ਨਹੀਂ ਹੈ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਉਹ ਫੈਡਰਲ ਸਟਰਕਚਰ ਹੈ। ਰਸ਼ੀਆ ਕੀ ਹੈ? USSR, ਉਹ ਵੀ ਯੂਨਾਈਟਿਡ ਸਟੇਟਸ ਹੈ। ਯੂਨਾਈਟਿਡ ਸਟੇਟਸ ਆਫ ਐਮੀਰਾਤ, ਜਿਹੜੇ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਤਰੱਕੀ ਕਰਨ ਵਾਲੇ ਮੁਲਕ ਹੈ, ਉਹ ਤਾਂ ਸਾਰੇ ਫੈਡਰਲ ਸਟਰਕਚਰ 'ਚ। ਤੁਸੀਂ ਕਹਿੰਦੇ ਫੈਡਰਲ ਸਟਰਕਚਰ ਦੀ ਗੱਲ ਕੋਈ ਕਰੇਗਾ ਤੇ ਉਹ ਵੱਖਵਾਦੀ ਹੋਊਗਾ, ਉਹਦੇ ਨਾਲ ਦੇਸ਼ ਟੁੱਟ ਜਾਊਗਾ। ਭਾਰਤ ਦੀ ਅਖੰਡਤਾ ਨੂੰ, ਜੇ ਅਮਰੀਕਾ ਦੀ ਅਖੰਡਤਾ ਨੂੰ ਕੋਈ ਰੌਲਾ ਨਹੀਂ ਪਿਆ, ਆਸਟ੍ਰੇਲੀਆ ਦੀ ਅਖੰਡਤਾ ਨੂੰ ਸਟੇਟਾਂ ਨਾਲ ਕੋਈ ਰੌਲਾ ਨਹੀਂ ਪਿਆ, ਜੇ ਦੁਬਈ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ, ਪੂਰੀ ਦੁਨੀਆ ਮੰਨਦੀ ਹੈ ਵੀ ਦੁਬਈ, ਉਸ ਕੰਟਰੀ ਨੂੰ ਯੂਨਾਈਟਿਡ ਸਟੇਟਸ ਬਣਾਉਣ ਦੇ ਨਾਲ ਕੋਈ ਫਰਕ ਨਹੀਂ ਪਿਆ, ਅਮਰੀਕਾ ਨੂੰ ਕੋਈ ਫਰਕ ਨਹੀਂ ਪਿਆ, ਤੁਹਾਨੂੰ ਮੌਤ ਪੈਂਦੀ ਹੈ। ਤੁਸੀਂ ਦੇਸ਼ ਬਚਾ ਕਿਵੇਂ ਲਓਗੇ? ਤੁਹਾਡਾ ਸਾਡੇ ਇਕੱਲਿਆਂ ਨਾਲ ਥੋੜ੍ਹੀ ਰੱਟਾ ਹੈ। ਤੁਹਾਡਾ ਉੱਤੇ ਤਾਂ ਨਾਰਥ ਦੇ ਵਿੱਚ ਕਸ਼ਮੀਰ 'ਚ ਵੀ ਉਹੀ ਚੱਕਰ ਆ, ਤੁਹਾਡਾ ਅਸਾਮੀਆਂ ਨਾਲ ਵੀ ਉਹੀ ਚੱਕਰ ਆ, ਥੱਲੇ ਤਾਮਲਾਂ ਨਾਲ ਵੀ ਉਹੀ ਚੱਕਰ। ਹਰ ਕੋਈ ਵੱਧ ਅਧਿਕਾਰ ਮੰਗ ਰਿਹਾ। ਇਹ ਦੇਸ਼ ਦੇ ਵੱਖਵਾਦੀ ਦਿੱਲੀ ਦੇ ਹੁਕਮਰਾਨ ਨੇ, ਨਾ ਕਿ ਸਟੇਟਾਂ ਵਾਲੇ ਜਿਹੜੇ ਆਪਣਾ ਹੱਕ ਮੰਗ ਰਹੇ ਨੇ। ਬਾਬਾ ਜਰਨੈਲ ਸਿੰਘ ਨੇ ਫਿਰ ਵੱਖਰਾ ਕੀ ਮੰਗਿਆ ਸੀਗਾ? ਜਿਹੜੇ ਵਾਰ-ਵਾਰ ਕਹੇ ਜਾ ਰਹੇ ਨੇ ਉਹ ਸਭ ਤੋਂ ਵੱਖ ਹੋਣਾ ਚਾਹੁੰਦਾ ਸੀਗਾ, ਉਹ ਵੱਖਰਾ ਰਹਿਣਾ ਚਾਹੁੰਦਾ ਸੀ, ਵੱਖ ਕੀ ਸੀ? ਫਿਰ ਤੇ ਮੰਗਾਂ ਹੀ ਸੀ ਨਾ ਜਿਹੜੀਆਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਸੀ। ਵੀਰੇ, ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਪੂਰੀ ਦੁਨੀਆ 'ਚ ਬੈਠੇ ਹੋਏ ਕਿਸੇ ਵੀ ਹਿੰਦੂ, ਮੁਸਲਿਮ, ਸਿੱਖ, ਈਸਾਈ ਕੌਮ ਦੇ ਜਿਹੜਾ ਵੀ ਬੰਦਾ ਉਸ ਘੱਲੂਘਾਰੇ ਨੂੰ ਜਾਇਜ਼ ਠਹਿਰਾਉਂਦਾ, ਮੈਂ ਉਹਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ। 78 ਤੋਂ ਸੰਤ ਜਰਨੈਲ ਸਿੰਘ ਸ਼ਬਦ ਇਤਿਹਾਸ 'ਚ ਆਇਆ। ਪਹਿਲਾਂ ਤਾਂ ਉਹ ਸੇਵਾ ਕਰਾਉਂਦੇ ਸੀ ਬਾਕੀ ਮਹਾਂਪੁਰਸ਼ਾਂ ਵਾਂਗ। 1978 ਤੋਂ ਲੈ ਕੇ 6 ਜੂਨ 1984 ਤੱਕ ਸੰਤ ਬਾਬਾ ਜਰਨੈਲ ਸਿੰਘ ਦਾ ਲਿਖਤੀ ਰੂਪ ਵਿੱਚ ਤੇ ਕੀਤੇ ਹੋਏ ਕਾਰੇ ਦੇ ਰੂਪ ਵਿੱਚ ਇੱਕ ਐਕਟ ਵਿਖਾਓ ਜਿਹਦੇ ਨਾਲ ਦੇਸ਼ ਟੁੱਟ ਸਕਦਾ ਸੀ। ਇੱਕ ਐਕਟ ਵਿਖਾਓ ਸਿਰਫ, ਜਿਹੜੇ ਬਿਆਨ ਦਿੱਤੇ ਨੇ। ਕਿਉਂਕਿ ਜਦੋਂ ਹਿੰਦੂ ਹੁਕਮਰਾਨ ਇਹ ਗੱਲ ਕਹੂਗਾ, ਉਹ ਯਾਦ ਰੱਖਿਓ, ਇੱਕ ਨੂੰ ਨਾ 35 ਨੂੰ ਇੱਕ ਆਉਣਾ। ਤੇ ਸੰਤ ਨੇ ਅੱਗੋਂ ਉਲਟਾ ਇਹ ਗੱਲ ਕਹੀ ਸੀ ਵੀ ਇਸ ਬਿਆਨ ਦਾ ਉਲਟਾ ਕਰ ਲਓ, ਸਾਨੂੰ ਇੱਕ ਨੂੰ 35 ਆਉਣੇ। ਆਪਾਂ ਇੰਝ ਕਹਿ ਸਕਦੇ ਹਾਂ, ਜਿਹੜਾ ਮੀਡੀਆ ਸੀਗਾ ਉਹ ਸਰਕਾਰੀ ਮੀਡੀਆ ਸੀਗਾ। ਜਿਹੜੀ ਗੱਲ ਸਰਕਾਰ ਪਹਿਲਾਂ ਬਾਬਾ ਜਰਨੈਲ ਸਿੰਘ ਜੀ ਨੂੰ ਆਖਦੀ ਸੀ ਉਹ ਨਹੀਂ ਸੀ ਪ੍ਰਕਾਸ਼ਿਤ ਕੀਤਾ ਜਾਂਦਾ, ਜਿਹੜੀ ਬਾਬਾ ਜਰਨੈਲ ਸਿੰਘ ਆਖਦੇ ਸੀ ਉਹਨੂੰ ਐਂ ਚੰਗੀ ਤਰ੍ਹਾਂ ਲਿਪ ਪੋਚ ਕੇ, ਚੰਗੀ ਤਰ੍ਹਾਂ ਸਵਾਰ ਕੇ ਉਹ ਲੋਕਾਂ ਨੂੰ ਦੱਸਿਆ ਜਾਂਦਾ ਸੀ। ਵੀਰੇ, ਜਗਬਾਣੀ ਸਮੂਹ ਦੇ 2 ਮਾਲਕ ਇਸ ਪੀਰੀਅਡ ਦੇ ਦੌਰਾਨ ਮਾਰ ਦਿੱਤੇ ਗਏ, ਇਹ ਸਭ ਨੂੰ ਪਤਾ। ਸੰਤ ਜੀ ਦੇ ਨਾਂ ਲੱਗਾ, ਸੰਤ ਜੀ ਦੇ ਵਾਰੰਟ ਹੋਏ, ਪੁਲਿਸ ਗਈ ਚੰਦੋ ਕਲਾ ਫੜਨ ਵਾਸਤੇ ਸੰਤ ਜੀ ਨੂੰ, ਬੱਸਾਂ ਤੇ ਪੋਥੀਆਂ ਤੁਸੀਂ ਸੁਣਿਆ ਹੋਇਆ ਉਹਨਾਂ ਦੇ ਮੂੰਹ ਸਾੜ ਦਿੱਤੀਆਂ ਗਈਆਂ। ਮੈਂ ਪਹਿਲਾਂ ਇੱਕ ਸਵਾਲ ਪੁੱਛਣਾ ਚਾਹੁੰਦਾ, ਅੱਜ ਕਿਹਨੂੰ ਪਤਾ ਹੈ ਕਿ ਉਸ ਅਖਬਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਬਾਰੇ ਕਿਹੜੀ ਸ਼ਬਦਾਵਲੀ ਵਰਤੀ ਗਈ ਸੀ ਜਿਹਦੀ ਵਜ੍ਹਾ ਕਰਕੇ ਕਦਮ ਚੱਕਣਾ ਪੈ ਗਿਆ? ਜਦੋਂ ਅੱਜ ਸਰਸੇ ਵਾਲੇ ਵਰਗਾ ਸਾਧ ਗੁਰੂਆਂ ਦਾ ਸਵਾਂਗ ਰਚੇਗਾ, ਜਾਂ ਇਸ ਧਰਤੀ ਜਿਹਦੇ ਉੱਤੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਾ, ਕਲਗੀਧਰ ਦੇ ਸਾਰੇ ਪਰਿਵਾਰ ਦਾ ਇਸ ਧਰਤੀ ਬਦਲੇ ਖੂਨ ਡੁੱਲਾ, ਤੇ ਇਸ ਧਰਤੀ ਤੋਂ ਉੱਠ ਕੇ ਕੋਈ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਇੱਕ ਐਂਗਲ ਤੋਂ ਵੇਖਿਆ ਜਾਵੇ ਤਾਂ ਇਸ ਪੂਰੇ ਦੇਸ਼ ਲਈ
ਏਡੀ ਵੱਡੀ ਕੁਰਬਾਨੀ ਦਿੱਤੀ ਹੈ, ਆਪਣਾ ਪਿਤਾ ਹਿੰਦੂ ਧਰਮ ਲਈ ਵਾਰਿਆ, ਉਹਦੇ ਬਾਰੇ ਕੋਈ ਉਂਗਲ ਚੱਕੇਗਾ ਤੇ ਮੈਨੂੰ ਦੱਸੋ ਅਸੀਂ ਕਿੱਦਾਂ ਬਰਦਾਸ਼ਤ ਕਰ ਲਈਏ। ਜੀ ਹੋਇਆ ਕਿ ਮੀਡੀਆ ਉਹਨਾਂ ਕੋਲ ਸੀਗਾ, ਸਰਕਾਰ ਕਿਉਂਕਿ ਅੱਜ ਵਾਲਾ ਮੀਡੀਆ ਨਹੀਂ ਸੀਗਾ, ਉਦੋਂ ਦੂਰਦਰਸ਼ਨ ਸੀਗਾ, ਰੇਡੀਓ ਚੈਨਲ ਸੀਗੇ, ਸਿਰਫ BBC ਥੋੜ੍ਹਾ ਜਿਹਾ ਨਿਰਪੱਖ ਹੋ ਕੇ ਚੱਲ ਰਿਹਾ ਸੀਗਾ, ਹੋਰ ਬਹੁਤਾ ਜ਼ਿਆਦਾ ਮੀਡੀਆ ਸੀਗਾ ਨਹੀਂ ਉਸ ਵੇਲੇ। ਹੁਣ ਹੋਇਆ ਕਿ ਉਹ ਐਂਗਲ ਪੁੱਟ ਨਹੀਂ ਕੀਤਾ ਗਿਆ। ਸੰਤ ਨੇ ਕਿਹਾ ਮੈਂ 5000 ਹਿੰਦੂ 7 ਵਜੇ ਵੱਢਾਂਗਾ, ਪਰ ਕਿਉਂ ਕਹਿਣਾ ਪਿਆ? ਕਿਉਂਕਿ ਉਹ ਉਸ ਤੋਂ ਪਹਿਲਾਂ ਇੱਕ ਸ਼ਬਦ ਸੀਗੇ ਕਿ ਸੰਤਾਂ ਦੀ ਮਾਤਾ ਤੇ ਸਾਡੇ ਜਥੇ ਦੀ ਜੀਪ ਨੂੰ ਫਲਾਣੇ ਪੁਲਿਸ ਵਾਲੇ ਨੇ ਫੜ ਲਿਆ। ਹੁਣ ਤੁਸੀਂ ਦੱਸੋ ਵੀ ਜਿਹੜੀ ਬਜ਼ੁਰਗ ਮਾਤਾ ਹੈ, ਪੁਲਿਸ ਉਹਨੂੰ ਕਿਉਂ ਫੜ ਰਹੀ ਹੈ? ਜੀ ਪੁਲਿਸ ਨੂੰ ਨਹੀਂ ਪਤਾ ਇਹਦਾ ਕੀ ਨਤੀਜਾ ਨਿਕਲੇਗਾ। ਜੀ ਜਦੋਂ ਤੁਸੀਂ ਪਹਿਲ ਕਰੋਗੇ ਤੇ ਕੀ ਐਕਸਪੈਕਟ ਕਰਦੇ ਹੋ ਕਿ ਤੁਹਾਡੇ ਤੋਂ ਅੱਗੋਂ ਜਿਹੜਾ ਬੈਠਾ ਹੈ ਉਹ ਹੱਥ ਜੋੜ ਕੇ ਬੈਠਾ ਗਾਂਧੀਵਾਦੀ ਹੋਏਗਾ? ਜੀ ਇਸ ਕਰਕੇ ਵੀਰੇ ਇਹਨਾਂ ਘਟਨਾਵਾਂ ਨੂੰ, ਇਤਿਹਾਸ ਨੂੰ ਸਹੀ ਮਨੁੱਖਤਾ ਦੇ ਐਂਗਲ ਤੋਂ, ਮੈਂ ਨਹੀਂ ਕਹਿੰਦਾ ਸਿੱਖਾਂ ਦੇ ਐਂਗਲ ਤੋਂ, ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਜਾ ਕੇ ਐਨਾਲਿਸਿਸ ਕਰੋ, ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਏਗਾ ਗਲਤ ਕੌਣ ਹੈ। ਹਿੰਦੂ ਵਿਰੋਧੀ ਹੈ, ਹਿੰਦੂ ਵਿਰੋਧੀ ਹੈ, ਹਿੰਦੂ ਵਿਰੋਧੀ ਹੈ, ਇਹੀ ਗੱਲਾਂ ਸੁਣਨ ਨੂੰ ਮਿਲਦੀਆਂ ਸੀਗੀਆਂ ਹਰ ਟਾਈਮ। ਹਿੰਦੂ ਵਿਰੋਧੀ ਕਿਉਂ ਹੈ? ਹੁਣ ਗੱਲ ਨੂੰ ਧਿਆਨ ਨਾਲ ਸਮਝੋ। ਹਿੰਦੂ ਵਿਰੋਧੀ ਨਹੀਂ ਸੀਗੇ। ਮੈਂ ਇੱਕ ਸਵਾਲ ਇਹਦੇ ਨਾਲ ਜੁੜਦਾ ਹੀ ਪੁੱਛਣਾ ਚਾਹੁੰਦਾ, ਉਸ ਵੇਲੇ ਬੱਸਾਂ 'ਚੋਂ ਕੱਢ ਕੇ ਹਿੰਦੂ ਮਾਰੇ ਗਏ, ਇਹ ਸਿੱਖਾਂ ਦੇ ਨਾਂ ਲੱਗਾ। ਜੀ ਉਸ ਵੇਲੇ ਤੋਂ ਅੱਜ ਤੱਕ ਦੇ ਇਤਿਹਾਸ 37 ਸਾਲ ਹੋ ਗਏ ਨੇ, ਕਿੰਨੀ ਵਾਰੀ ਸਿੱਖਾਂ ਤੇ ਹਿੰਦੂਆਂ ਦਾ ਕਲੈਸ਼ ਪੰਜਾਬ ਦੀ ਧਰਤੀ 'ਤੇ ਹੋਇਆ ਜੀ? ਜੀ ਹੋਇਆ ਕਦੀ? ਕੋਈ ਦੰਗੇ ਹੋਏ ਆ? ਉਸ ਵੇਲੇ ਉਹ ਸਰਕਾਰੀ ਸਾਜ਼ਿਸ਼ ਸੀਗੀ। ਸਾਜ਼ਿਸ਼ ਸਮਝ ਲਓ ਕੀ ਸੀਗੀ। ਅਸਲ ਵਿੱਚ ਇਹ ਸਾਰੀ ਗੱਲ ਸਮਝਣੀ ਪੈਣੀ ਵੀ ਇੰਦਰਾ ਗਾਂਧੀ ਇਸ ਕਹਾਣੀ 'ਚ ਚਾਹੁੰਦੀ ਕੀ ਹੈ, ਫੇਰ ਹੀ ਗੱਲ ਸਮਝ ਲੱਗੇਗੀ। ਬਿਲਕੁਲ ਜੀ, ਕਿਉਂਕਿ ਅਸੀਂ ਤਾਂ ਮੰਗਾਂ ਲਿਖਤੀਆਂ, ਜੀ ਸੰਤ ਜਰਨੈਲ ਸਿੰਘ ਕੀ ਚਾਹੁੰਦੇ ਨੇ ਉਹ ਅਨੰਦਪੁਰ ਦੇ ਮਤੇ 'ਚ ਲਿਖਿਆ ਹੋਇਆ। ਜੀ ਉਸ ਦੂਜਾ ਪੱਖ ਉਹ ਸੀ ਵੀ ਇੰਦਰਾ ਕੀ ਚਾਹੁੰਦੀ ਸੀਗੀ। ਇੰਦਰਾ ਕੀ ਚਾਹੁੰਦੀ ਇਹ ਸਮਝਣਾ ਪੈਣਾ। ਇੰਦਰਾ ਗਾਂਧੀ ਸੈਂਟਰ 'ਚ ਇਲੈਕਸ਼ਨ ਹਾਰ ਚੁੱਕੀ ਸੀਗੀ, ਦੇਸ਼ ਵਿੱਚ ਐਮਰਜੈਂਸੀ ਲੱਗ ਗਈ ਸੀਗੀ, ਇਹ ਸਭ ਨੂੰ ਪਤਾ। ਜੀ ਇਹ ਗੱਲਾਂ ਕੋਈ ਭੁੱਲੀਆਂ ਚੁੱਕੀਆਂ ਨਹੀਂ ਹੈਗੀਆਂ, ਇਹ ਨੌਜਵਾਨ ਬੱਚਿਆਂ ਨੂੰ ਵੀ ਪਤਾ। ਦੇਸ਼ ਦੇ ਵਿੱਚ ਇੱਕ ਮਸਲਾ ਹੈ 1947 ਤੋਂ ਬਾਅਦ, ਇਹ ਯਾਦ ਰੱਖਣਾ, ਅੱਜ ਵੀ ਹੈ। ਜੀ ਅੱਜ ਵੀ ਕਿਸਾਨ ਉੱਥੇ ਬੈਠਾ ਹੈ ਤੇ ਉਹ ਮਸਲਾ ਇਹਦੇ ਨਾਲ ਜੁੜਦਾ ਹੈ। ਪਲੀਜ਼ ਥੋੜ੍ਹਾ ਜਿਹਾ ਗੌਰ ਨਾਲ ਸਮਝਣਾ। ਇੰਦਰਾ ਗਾਂਧੀ ਚਾਹੁੰਦੀ ਹੈ ਕਿ ਮੈਂ ਹਿੰਦੂ ਬਹੁ ਗਿਣਤੀ ਨੂੰ ਡਰਾਵਾਂ ਕਿ ਫਲਾਣੇ ਤੋਂ ਤੁਹਾਨੂੰ ਖਤਰਾ ਹੈ ਤੇ ਮੈਂ ਬਚਾ ਸਕਦੀ ਹਾਂ। ਜੀ ਅਮਰੀਕਾ ਨੇ ਉਸਾਮਾ ਬਿਨ ਲਦੇਨ ਨੂੰ ਸਪਾਂਸਰ ਕਿਉਂ ਕੀਤਾ? ਇਹ ਚੰਗੇ ਵਿਦਵਾਨ ਦੱਸ ਸਕਦੇ ਨੇ। ਕਿਉਂਕਿ ਅਮਰੀਕਾ ਨੇ ਇੱਕ ਵੱਡਾ ਮੌਨਸਟਰ ਖੜਾ ਕਰਨਾ ਹੈ ਦੁਨੀਆ ਦੇ ਸਾਹਮਣੇ ਕਿ ਮੈਂ ਆਹ ਲੜਾਈ ਲੜ ਰਿਹਾ, ਭਾਵੇਂ ਆਪ ਹੀ ਸਪਾਂਸਰ ਕਰਾਉਣਾ ਪੈ ਜਾਏ। ਜੀ ਇੱਥੇ ਮਸਲਾ ਕੀ ਹੈ? ਇੱਥੇ ਮਸਲਾ ਕੀ ਹੈ? ਇੱਥੇ ਤੇ ਹੱਕਾਂ ਦੀ ਲੜਾਈ ਸੀਗੀ। ਸੰਤ ਜਰਨੈਲ ਸਿੰਘ ਹੱਕਾਂ ਦੀ ਲੜਾਈ ਲੜ ਰਹੇ ਸੀਗੇ। ਉਹਨੂੰ ਮੌਨਸਟਰ ਬਣਾ ਕੇ ਪੇਸ਼ ਕੀਤਾ ਗਿਆ ਹਿੰਦੂਆਂ ਦੇ ਸਾਹਮਣੇ ਵੀ ਬਾਬਾ ਜਰਨੈਲ ਸਿੰਘ ਘੜਾ ਰੱਖਿਆ ਹੋਇਆ, ਉਹਦੇ 'ਚ ਪਰਚੀਆਂ ਦਾ ਢੇਰ ਲੱਗਾ, ਬਾਂਹ ਵਿੱਚ ਪਾਉਂਦੇ ਨੇ, ਪਰਚੀ ਕੱਢਦੇ ਨੇ, ਬੰਦਾ ਮਾਰ ਦਿੰਦੇ ਨੇ। ਜੀ ਹੋਇਆ ਕਿ ਹਿੰਦੂ ਡਰ ਗਿਆ, ਸਹਿਮ ਗਿਆ। ਹੁਣ ਹਿੰਦੂ ਬਹੁ ਗਿਣਤੀ ਹੈ, ਹਿੰਦੂਆਂ ਦੀ ਗਿਣਤੀ ਪੂਰੇ ਭਾਰਤ 'ਚ ਵੱਡੀ ਹੈ। ਜੀ ਹੁਣ ਬਹੁ ਗਿਣਤੀ ਜਦੋਂ ਸਹਿਮ ਜਾਵੇਗੀ ਤੇ ਇੱਕ ਅਵਤਾਰ ਬਣ ਕੇ, ਜਿੱਦਾਂ ਕਿ ਮਗਰੋਂ ਹੋਇਆ, ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਕਿਹਾ ਗਿਆ, ਦੁਰਗਾ ਦਾ ਰੂਪ ਕਿਹਾ ਗਿਆ। ਜੀ ਉਹ ਦੁਰਗਾ ਦਾ ਅਵਤਾਰ ਲੈਣ ਦੀ ਖਾਤਰ ਵੱਧ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਇੱਕ ਘੱਟ ਗਿਣਤੀ ਨੂੰ ਮਸਲਦੀ ਹੈ ਤਾਂ ਕਿ ਹਿੰਦੂ ਖੁਸ਼ ਹੋਵੇ ਤੇ ਮੈਨੂੰ ਵੋਟਾਂ ਪਾਵੇ। ਇਹੀ ਹੋਇਆ। ਜੀ ਇੰਦਰਾ ਗਾਂਧੀ ਮਗਰੋਂ ਇਲੈਕਸ਼ਨ ਜਿੱਤੀ। ਜੀ ਇਹ ਲੋਕਤੰਤਰ ਨਹੀਂ ਹੈ, ਇਹ ਠੋਕਤੰਤਰ ਹੈ। ਇੱਥੇ ਮਾਨਸਿਕ ਪੱਧਰ ਦੇ ਉੱਤੇ ਜਦੋਂ ਦਿੱਲੀ 'ਚ ਬਹਿ ਕੇ ਮਨੁੱਖ ਵਿਗਿਆਨਕ ਢੰਗ ਦੇ ਨਾਲ ਕੌਮਾਂ ਨੂੰ ਬਰਬਾਦ ਕਰਨ ਦੇ ਮਨਸੂਬੇ ਘੜੇ ਜਾਂਦੇ ਆ ਸਿਰਫ ਆਪਣੀ ਕੁਰਸੀ ਬਚਾਉਣ ਖਾਤਰ। ਫਿਰ ਕੀ ਕਾਂਗਰਸ ਦੀ ਕੁਰਸੀ ਰਹਿ ਗਈ ਜਿੰਦੀ? ਅੱਜ ਕਾਂਗਰਸ ਦਾ ਨਾਮੋ ਨਿਸ਼ਾਨ ਮਿਟਿਆ ਪਿਆ ਇੱਥੋਂ। ਮਸਲਾ ਇਸ ਗੱਲ ਦਾ, ਇਹ ਕੁਰਸੀਆਂ ਸਦੀਵੀ ਨਹੀਂ ਰਹਿਣੀਆਂ। ਇਹ ਹੁਕਮਰਾਨ ਨੂੰ ਜਨੇਵਾ ਦੇ ਵਿੱਚ UNO ਦਾ ਇੱਕ ਆਫਿਸ ਹੈ, ਉਹਦੇ ਸਾਹਮਣੇ ਨਾ ਇੱਕ ਬਹੁਤ ਵੱਡਾ ਆਕਾਰੀ ਕੁਰਸੀ ਜਿਹੜੀ ਹੈ ਉਹਦੀ ਇੱਕ ਲੱਤ ਟੁੱਟੀ ਹੋਈ ਹੈ। ਤੇ ਮੈਂ ਜਦੋਂ ਉੱਥੇ ਗਿਆ ਮੈਂ ਇਹਨਾਂ ਨੂੰ ਪੁੱਛਿਆ ਵੀ ਇਹਦੀ ਇੱਕ ਲੱਤ ਟੁੱਟੀ ਕਿਉਂ ਆ? ਉਹ ਕਹਿੰਦੇ ਪੂਰੀ ਦੁਨੀਆ ਨੂੰ ਇਹ ਸੁਨੇਹਾ ਦੇਣ ਲਈ ਹੈ ਕਿ ਭਾਈ ਇਹ ਜਿਹੜੀਆਂ ਕੁਰਸੀਆਂ ਹੁੰਦੀਆਂ ਇਹ ਸਦੀਵੀ ਨਹੀਂ ਹੁੰਦੀਆਂ, ਇਹ ਕਿਸੇ ਵੇਲੇ ਵੀ ਗਿਰ ਸਕਦੀਆਂ। ਇਹਦੀ ਇੱਕ ਲੱਤ ਟੁੱਟੀ ਹੁੰਦੀ ਬੇਸਿਕਲੀ। ਹੁਣ ਕਹਾਣੀ ਕੀ ਹੈ ਵੀਰੇ? ਉਹ ਕਾਂਗਰਸ ਦੀ ਉਸ ਵੇਲੇ ਦੀ ਆਪਣੀ ਕੁਰਸੀ ਬਚਾਉਣ ਲਈ ਇੰਦਰਾ ਗਾਂਧੀ ਨੇ ਸੰਤ ਜਰਨੈਲ ਸਿੰਘ ਨੂੰ ਬਹੁਤ ਵੱਡਾ ਅੱਤਵਾਦੀ, ਵੱਖਵਾਦੀ ਬਣਾ ਕੇ ਪੇਸ਼ ਕੀਤਾ। ਜਿਹੜਾ ਦੁਸ਼ਮਣ ਚੜ੍ਹ ਕੇ ਆਇਆ ਭਾਰਤੀ ਫੌਜ ਵਿੱਚੋਂ ਜਰਨੈਲ ਸੀ ਕੁਲਦੀਪ ਬਰਾੜ। ਠੀਕ ਹੈ ਜੀ, ਉਹ ਆਪਣੀ ਕਿਤਾਬ 'ਚ ਲਿਖ ਰਹੇ ਨੇ, ਸਾਰੇ ਜਾਣੇ ਦੁਬਾਰਾ ਪੜ੍ਹ ਲਿਓ।
ਕਿ ਪੰਜਾਬ ਦੇ ਵਿੱਚ 400 ਤੋਂ ਵੱਧ ਮੌਤਾਂ ਹੋ ਚੁੱਕੀਆਂ ਸੀ। ਇਸ ਕਰਕੇ ਸਾਨੂੰ ਇੰਦਰਾ ਗਾਂਧੀ ਨੇ ਉੱਤੋਂ ਹੁਕਮ ਕੀਤਾ, PMO ਆਫਿਸ ਵੱਲੋਂ ਹੁਕਮ ਹੋਇਆ ਕਿ ਜਾ ਕੇ ਸ਼ਾਂਤੀ ਬਹਾਲ ਕਰੋ ਤੇ ਅੱਤਵਾਦੀਆਂ ਨੂੰ ਖਤਮ ਕਰੋ। ਹੱਦ ਹੋ ਗਈ। ਪੰਜਾਬ 'ਚ ਸਿਰਫ 400 ਲੋਕਾਂ ਦੀ ਜਾਨ ਗਈ, ਜਿਹਦੇ ਵਿੱਚੋਂ ਤੁਹਾਡੀਆਂ ਸਾਜ਼ਿਸ਼ਾਂ ਵੀ ਸ਼ਾਮਲ ਸੀਗੀਆਂ, ਤੇ ਤੁਸੀਂ ਟੈਂਕ ਲੈ ਕੇ ਆ ਗਏ। ਪਤੰਦਰੋਂ ਕਿਸਾਨੀ ਮੋਰਚੇ ਦੇ ਵਿੱਚ ਤੇ 400 ਤੋਂ ਵੱਧ ਲੋਕ ਜਿਹੜੇ ਆਪਣੀ ਜਾਨ ਗਵਾ ਚੁੱਕੇ ਨੇ, ਤੁਹਾਡੇ ਕੰਨ ਤੇ ਜੂੰ ਨਹੀਂ ਸਰਕੀ। ਕੋਈ ਹੈ ਪੈਮਾਨਾ ਇਨਸਾਫ ਦਾ? ਝੂਠ ਤੇ ਝੂਠ ਹੀ ਕਹਿ ਸਕਦੇ ਹਾਂ ਆਪਾਂ। ਇਹ ਜਿਹੜੀਆਂ ਨੀਤਾਂ ਸੀਗੀਆਂ ਉਹ ਮਾੜੀਆਂ ਸੀਗੀਆਂ, ਬਸ ਸਾਫ਼ ਲਫ਼ਜ਼ਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ। ਸਿੱਧਾ ਜਿਹਾ ਵੀਰੇ ਚੱਕਰ ਸੀ ਵੀ ਇੰਦਰਾ ਗਾਂਧੀ ਨੂੰ ਪਤਾ ਸੀ ਵੀ ਇਹ ਜੰਗਜੂ ਕੌਮ ਹੈ, ਇਹਨਾਂ ਝੁਕਣਾ ਨਹੀਂ, ਇਹਨਾਂ ਦੇ ਅੰਦਰ ਕਲਗੀਧਰ ਦਾ ਖੂਨ ਹੈ, ਇਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ, ਇਹ ਹੱਕ ਵੀ ਮੰਗਣਗੇ। ਕਿਉਂਕਿ ਦੋ ਖਦਸ਼ੇ ਹਿੰਦ ਹਕੂਮਤ ਨੂੰ 1947 ਤੋਂ ਬਾਅਦ ਵੱਡੇ ਸੀਗੇ, ਜਿਹਦਾ ਕਰਕੇ ਸਾਨੂੰ ਜਰੈਮ ਪੇਸ਼ਾ ਘੋਸ਼ਿਤ ਕੀਤਾ ਗਿਆ। ਪਹਿਲਾ ਉਹਨਾਂ ਦੀ ਚੁਣੌਤੀ ਸੀ ਕਿ ਸਿੱਖਾਂ ਦਾ ਜਿਹੜਾ ਸਿਧਾਂਤਕ ਪੱਖ, ਗੁਰਬਾਣੀ ਦਾ ਪੱਖ ਹੈ, ਉਹ ਬ੍ਰਾਹਮਣਵਾਦ ਦੇ ਉਲਟ ਹੈ, ਸਨਾਤਨਵਾਦ, ਮਨੂਵਾਦ ਉਹਦੇ ਖਿਲਾਫ ਹੈ, ਜਾਤਾਂ ਪਾਤਾਂ ਵਰਨ ਵੰਡ ਦੇ ਸਿਧਾਂਤਕ ਤੌਰ 'ਤੇ ਖਿਲਾਫ ਆ। ਉਹ 5 ਸਦੀਆਂ ਦਾ ਵੈਰ ਸੀ, ਪਰ ਇਹ ਗੁਲਾਮ ਸੀਗੇ, ਇਹ ਸਾਡੇ ਤੋਂ ਵੈਰ ਨਹੀਂ ਲੈ ਸਕੇ। ਜਿੱਦਣ ਕੁਰਸੀ ਤੇ ਬੈਠੇ ਸਭ ਤੋਂ ਪਹਿਲਾਂ ਸਾਡਾ ਹੀ ਕੰਡਾ ਕੱਢਣ ਦੀ ਸੋਚੀ। ਇਸ ਪੱਖ ਨੂੰ ਧਿਆਨ ਨਾਲ ਸਮਝਣਾ ਪੈਣਾ, ਜਿਹੜਾ ਬ੍ਰਾਹਮਣਵਾਦ ਵਰਸਸ ਗੁਰਮਤ ਦਾ ਝਗੜਾ ਹੈ। ਦੂਜਾ ਪੱਖ ਸੀ ਕਿ ਸਿੱਖ ਇੱਕ ਬਹੁਤ ਵੱਡੀ ਸਲਤਨਤ ਹੰਢਾ ਚੁੱਕੇ ਨੇ, ਇਹਨਾਂ ਦੇ ਦਿਮਾਗ ਵਿੱਚ ਸਿੱਖ ਰਾਜ ਦਾ ਕਨਸੈਪਟ ਹੈਗਾ, ਔਰ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈ, ਉਹ ਇਹਨਾਂ ਨੂੰ ਰਾਜ ਲਈ ਪ੍ਰੇਰਿਤ ਕਰਦਾ। ਤੇ ਅਕਾਲ ਤਖਤ ਸਾਹਿਬ ਦਾ ਹੋਣਾ ਉਹ ਗੁਰਦੁਆਰਾ ਨਹੀਂ ਹੈ, ਉਹ ਸਿਧਾਂਤ ਹੈ, ਉਹ ਥੜਾ ਹੈ, ਜਿਹੜਾ ਕਿ ਕਿਸੇ ਮਿਸਤਰੀ ਨੇ ਨਹੀਂ ਬਣਾਇਆ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਬਣਾਇਆ। ਕਿਉਂਕਿ ਜੇ ਇਕੱਲਾ ਥੜਾ ਹੀ ਬਣਾਉਣਾ ਹੁੰਦਾ ਤਾਂ ਫਿਰ ਦਰਬਾਰ ਸਾਹਿਬ ਵੀ ਮਿਸਤਰੀਆਂ ਨੇ ਬਣਾਇਆ ਤੇ ਥੜਾ ਵੀ ਮਿਸਤਰੀ ਬਣਾ ਦਿੰਦੇ। ਨਹੀਂ, ਇਹ ਅਕਾਲ ਤਖਤ ਹੈ, ਜਿੱਥੋਂ ਇਹ ਕਲੀਅਰ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਸਿਧਾਂਤ ਦਾ ਮਾਇਨਾ ਹੈ ਕਿ ਜੇ ਕਿਸੇ ਵੀ ਹਕੂਮਤ ਦਾ, ਦਿੱਲੀ ਨੂੰ ਛੱਡੋ, ਸੰਸਾਰ ਦੀ ਕਿਸੇ ਵੀ ਹਕੂਮਤ ਦਾ ਤਖਤ ਮਜ਼ਲੂਮਾਂ ਨੂੰ ਇਨਸਾਫ ਨਹੀਂ ਦੇਗਾ, ਇਹ ਅਕਾਲ ਦਾ ਤਖਤ ਇੱਥੋਂ ਮਜ਼ਲੂਮਾਂ ਦੇ ਨਾਲ ਖੜੇਗਾ, ਇਨਸਾਫ ਦੇਗਾ। ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਸਿਰ ਦੇ ਕੇ ਉਸ ਅਕਾਲ ਤਖਤ ਸਾਹਿਬ ਦੀ ਅਜ਼ਮਤ ਰੱਖੀ, ਭਾਵੇਂ ਹਿੰਦੂ ਧਰਮੀ ਖਤਰੇ 'ਚ ਸੀਗਾ। ਜਨੇਊ ਪਾਉਂਦੇ ਨਹੀਂ ਸੀ, ਜਨੇਊ ਨਹੀਂ ਮਰਨ ਦੀ ਜ਼ਰੂਰਤ ਕੀ ਸੀ? ਨਹੀਂ, ਉਸ ਸਿਧਾਂਤ ਲਈ ਉਹ ਅਕਾਲ ਤਖਤ ਸਾਹਿਬ ਮੀਰੀ ਪੀਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਿਧਾਂਤ ਲਈ ਮਜ਼ਲੂਮ ਨਾਲ ਖੜੇ ਸੀ। ਸੋ ਇਹਨਾਂ ਨੂੰ ਸਮੱਸਿਆ ਇਹ ਹੈ ਕਿ ਦਿੱਲੀ ਜਾਂ ਲਾਹੌਰ ਜਾਂ ਕੋਈ ਵੀ ਜਦੋਂ ਮਜ਼ਲੂਮ ਤੇ ਉੱਤੇ ਧੱਕਾ ਕਰਦਾ, ਹੁਣ ਅੱਜ ਕੀ ਹੈ, ਅੱਜ ਸਿੱਖ ਕਿਉਂ ਖੜੇ ਨੇ, ਸਾਨੂੰ ਉਹ ਵੀ ਪੁੱਛਦੇ ਨੇ, ਖਾਲਿਸਤਾਨ ਮੰਗਦੇ ਹੋ, ਇੱਥੇ ਕੀ ਕਰਦੇ ਹੋ? ਮਸਲਾ ਇਹ ਹੈ ਭਾਈ, ਸਾਡੇ ਗੁਰੂ ਦਾ ਸਿਧਾਂਤ ਹੈ ਕਿ ਜਿੱਥੇ ਮਜ਼ਲੂਮ, ਅੱਜ ਕਿਸਾਨ ਮਜ਼ਲੂਮ ਹੈ, ਉਸ ਵੇਲੇ ਹਿੰਦੂ ਧਰਮ ਖਤਰੇ ਸੀ, ਅੱਜ ਕਿਸਾਨੀ ਖਤਰੇ 'ਚ ਹੈ, ਕਿਸਾਨੀ ਖਤਰੇ 'ਚ ਹੈ ਤੇ ਰੋਟੀ ਖਤਰੇ 'ਚ। ਤੇ ਦਿੱਲੀ ਉਸ ਵੇਲੇ ਵੀ ਧੱਕਾ ਕਰ ਰਹੀ ਸੀ। ਇੰਦਰਾ ਗਾਂਧੀ ਹਿੰਦੂਆਂ ਨੂੰ ਖੁਸ਼ ਕਰਨ ਦੇ ਲਈ ਸਿੱਖਾਂ ਨੂੰ ਕੁਚਲ ਰਹੀ ਸੀ। ਅੱਜ ਮੋਦੀ, ਜਿਹਦੇ ਕੋਲ ਹਿੰਦੂਆਂ ਦੀ ਵੋਟ ਹੈਗੀ ਹੈ, ਉਹ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਕੇ ਵੱਧ ਪੈਸੇ ਇਕੱਠੇ ਕਰਨਾ ਚਾਹੁੰਦਾ ਤਾਂ ਕਿ ਲੋੜ ਪੈਣ 'ਤੇ ਵੋਟਾਂ ਤਾਂ ਖਰੀਦੀਆਂ ਵੀ ਜਾ ਸਕਦੀਆਂ। ਬਾਬਾ ਜਰਨੈਲ ਸਿੰਘ ਜੀ ਦੇ ਨਾਂ ਦੇ ਉੱਪਰ ਇਹ ਗੱਲ ਵੀ ਕਹੀ ਜਾ ਰਹੀ ਹੈ, ਜਿਵੇਂ ਤੁਸੀਂ ਕਿਹਾ ਵੀ ਜਿਹੜਾ ਸਰਕਾਰੀ ਤੰਤਰ ਆਪਣੀਆਂ ਚਾਲਾਂ ਚੱਲਦਾ ਹੈਗਾ, ਸ਼ਾਇਦ ਇਹ ਵੀ ਇੱਕ ਉਹਨਾਂ ਦੀ ਚਾਲ ਸੀ ਵੀ ਜਿਹੜਾ ਅਜੇ ਤੱਕ ਵੀ ਇਹ ਪ੍ਰਚਾਰਿਆ ਜਾ ਰਿਹਾ, ਚਾਹੇ ਉਹਨਾਂ ਦੇ ਆਪਣੇ ਸਾਹਿਤ ਜਿਹੜਾ ਉਹਨਾਂ ਨੇ ਲਿਖਿਆ ਉਹਦੇ ਵਿੱਚ ਹੈ, ਜਾਂ ਸਾਡੇ ਅੰਦਰ ਗੱਲਾਂ ਜਿਹੜੀਆਂ ਇਹ ਘਰ ਕਰ ਗਈਆਂ, ਜਾਂ ਅਸੀਂ ਪੜ੍ਹਨਾ ਨਹੀਂ ਚਾਹੁੰਦੇ, ਸੁਣੀਆਂ ਸੁਣਾਈਆਂ ਗੱਲਾਂ 'ਤੇ ਵਿਸ਼ਵਾਸ ਕਰਦੇ ਹਾਂ ਵੀ ਬਾਬਾ ਜਰਨੈਲ ਸਿੰਘ ਜੀ ਨੂੰ ਅਕਾਲ ਤਖਤ 'ਤੇ ਨਹੀਂ ਸੀ ਆਉਣਾ ਚਾਹੀਦਾ, ਮਹਿਤੇ ਚਲੇ ਜਾਂਦੇ ਜਾਂ ਕਿਤੇ ਹੋਰ ਚਲੇ ਜਾਂਦੇ, ਹੈ ਨਾ, ਇਹ ਜੰਗ ਉੱਥੇ ਹੁੰਦੀ। ਮੈਂ ਕਹਿੰਦਾ ਵੀ ਮੈਂ ਉਸ ਸੰਤ ਦੀ ਜੇ ਫਿਲਾਸਫੀ ਦੇ ਆਧਾਰ 'ਤੇ, ਜਿੰਨਾ ਕਿ ਮੈਨੂੰ ਬਹੁਤ ਨਿਗੂਣੀ ਅਕਲ ਹੈ, ਪਰ ਮੈਂ ਕਹਿੰਦਾ ਜੇ ਪੂਰੀ ਦੁਨੀਆ ਦਾ ਕੋਈ ਵੱਡਾ ਵਿਦਵਾਨ ਗੋਰਾ ਵੀ ਲੈ ਆਓ ਜਿਹਨੂੰ ਸਾਹਿਤਕ ਸਮਝ ਹੋਵੇ, ਸਿਧਾਂਤਕ ਸਮਝ ਹੋਵੇ, ਫਿਲਾਸਫੀ ਦਾ ਮਾਸਟਰ ਹੋਵੇ ਔਰ ਰਾਜਨੀਤਿਕ ਗਿਆਨ ਤੋਂ ਥੋੜ੍ਹਾ ਬਹੁਤਾ ਜਾਣੂ ਹੋਵੇ, ਉਹ ਤੁਹਾਨੂੰ ਸੰਤ ਦੀ ਦੂਰ ਅੰਦੇਸ਼ੀ ਬਾਰੇ ਸੋਚ ਕੇ ਕਹੇਗਾ ਕਿ ਇਹੀ ਫੈਸਲਾ ਇਸ ਤੋਂ ਬੈਸਟ ਨਹੀਂ ਹੋ ਸਕਦਾ ਸੀ। ਇਹ ਨਹੀਂ ਵੀ ਮੈਂ ਕੋਈ ਸੰਤ ਦੇ ਪੱਖ 'ਚ ਜਾ ਕੇ ਗੱਲ ਕਰਨੀ, ਕਿਉਂਕਿ ਜਦੋਂ ਅਸੀਂ ਤੱਥਾਂ ਦੇ ਆਧਾਰ 'ਤੇ ਗੱਲ ਕਰਨੀ ਹੈ ਫਿਰ ਤਾਂ ਸੱਚ ਦੇ ਆਧਾਰ 'ਤੇ ਗੱਲ ਹੋਣੀ। ਤੁਸੀਂ ਦੇਖੋ ਲੜਾਈ ਕਿਹਦੀ ਹੈ। ਇੰਦਰਾ ਗਾਂਧੀ ਦੱਸਣਾ ਚਾਹੁੰਦੀ ਹੈ ਵੀ ਲੜਾਈ ਹੈ ਭਿੰਡਰਾਂਵਾਲਾ ਵਰਸਸ ਸਰਕਾਰ, ਹਿੰਦੂ, ਜਾਂ ਜਿੱਥੇ ਉਹ ਮਤਲਬ ਸਰਕਾਰ ਕਹਿ ਲਓ, ਚਲੋ ਉਹ ਸਰਕਾਰ ਹੀ ਬਣਾਉਣਾ ਚਾਹੁੰਦੀ ਹੈ ਵੀ ਇੱਕੋ ਹੀ ਰਾਸ਼ਟਰ ਹੋਵੇ ਬਸ, ਇੱਥੇ ਬਾਕੀ ਖਤਮ ਹੀ ਹੋਣਾ। ਹੁਣ ਵੀ ਇਹੀ ਪ੍ਰਚਾਰਿਆ ਜਾ ਰਿਹਾ, ਸਿੱਧ ਕਰਨਾ ਚਾਹੁੰਦੇ ਆ ਵੀ ਲੜਾਈ ਹੈ ਭਿੰਡਰਾਂਵਾਲਾ ਵਰਸਸ ਸਰਕਾਰ। ਅੱਜ ਵੀ ਕਈ ਵਾਰੀ ਬਹੁਤਿਆਂ ਨੂੰ ਲੱਗਦਾ ਵੀ ਲੜਾਈ ਸੀ ਭਿੰਡਰਾਂਵਾਲਾ ਵਰਸਸ ਕਾਂਗਰਸ। ਨਹੀਂ, ਇਹ ਲੜਾਈ ਹੈ ਉਹੀ ਗੁਰਮਤ ਵਰਸਸ ਬ੍ਰਾਹਮਣਵਾਦ ਹੈ, ਦਿੱਲੀ ਵਰਸਸ ਅਕਾਲ ਤਖਤ। ਇਹ ਲੜਾਈ
ਤਖਤ ਦੀ ਹੈ, ਕਿਉਂਕਿ ਅਕਾਲ ਤਖਤ ਸਾਹਿਬ ਦਾ ਸਿਧਾਂਤ ਸਟੇਟ ਵਿਦਨ ਸਟੇਟ ਦਾ ਸਿਧਾਂਤ ਹੈ। ਕਿਉਂਕਿ ਵੇਖੋ ਇੱਕ ਦੇਸ਼ ਹੈ, ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ, ਜਿਹੜਾ ਵੈਟੀਕਨ ਹੈ ਉਹ ਇਟਲੀ 'ਚ ਹੈ, ਪਰ ਵੈਟੀਕਨ ਸੋਵਰਨ ਸਟੇਟ ਹੈ, ਉੱਥੇ ਆਪਣਾ ਸੰਵਿਧਾਨ ਹੈ, ਪੂਰਾ ਕੰਪਲੀਟ ਦੇਸ਼ ਹੈ, ਭਾਵੇਂ ਉਹਦੇ ਥੋੜ੍ਹੇ ਜਿਹੇ ਮੇਰੇ ਖਿਆਲ 5-550 ਹੀ ਨਾਗਰਿਕ ਨੇ। ਇਹਦਾ ਮਤਲਬ ਕੀ ਹੋਇਆ, ਇਟਲੀ ਦੇ ਵਿੱਚ ਇੱਕ ਸਟੇਟ ਹੈ ਤੇ ਪਰ ਵੈਟੀਕਨ ਸਟੇਟ ਵਿਦਨ ਸਟੇਟ ਜਿਹੜੀ ਆਪਣੇ ਫੈਸਲੇ ਆਪੇ ਲੈ ਸਕਦੀ, ਆਪਣੇ ਫੈਸਲੇ ਆਪ ਕਰਦੀ ਹੈ। ਹੁਣ ਆ ਗਈ ਦਿੱਲੀ, ਇੱਧਰ ਦੀ ਗੱਲ ਕਰੀਏ, ਅਕਾਲ ਤਖਤ ਸਾਹਿਬ ਸਟੇਟ ਹੈ, ਕਿਉਂ? ਕਿਉਂਕਿ ਉਹ ਆਪਣੇ ਫੈਸਲੇ ਆਪ ਕਰ ਸਕਦਾ। ਅਕਾਲ ਤਖਤ ਉਹ ਬ੍ਰਹਿਮੰਡੀ ਦਾਇਰਾ ਹੈ ਉਹਦਾ, ਪੂਰੀ ਦੁਨੀਆ ਦੇ ਵਿੱਚ ਸੈਂਕੜੇ ਮੁਲਕਾਂ ਦੇ ਵਿੱਚ ਵਸਦਾ ਹੋਇਆ ਸਿੱਖ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਫੁੱਲ ਚੜਾਉਂਦਾ ਹੈ। ਉੱਥੋਂ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮ, ਠੀਕ ਹੈ ਪਿਛਲੇ ਦਿਨਾਂ ਵਿੱਚ ਕੁਝ ਜਥੇਦਾਰਾਂ ਨੇ ਗਲਤੀਆਂ ਕਰਕੇ ਅਕਾਲ ਤਖਤ ਸਾਹਿਬ ਦੀ ਮਾਣ ਮਰਜ਼ਾਦਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਜਾਂ ਸਰਕਾਰਾਂ ਵੱਲੋਂ ਇੱਦਾਂ ਕਰਾਇਆ ਗਿਆ ਕਿ ਉੱਥੇ ਸਰਕਾਰੀ ਤੌਰ ਦੇ ਫੈਸਲੇ ਕਿਸੇ ਇੱਕ ਧਿਰ ਨੂੰ, ਇੱਕ ਪਰਿਵਾਰ ਨੂੰ, ਬਾਦਲਾਂ ਨੂੰ ਜਾਂ ਕਿਸੇ ਨੂੰ ਫਾਇਦਾ ਪਹੁੰਚਾਉਣ ਵਾਲੇ ਫੈਸਲੇ ਦਬਾ ਕੇ ਉੱਥੋਂ ਬਹੁਤ ਸਾਰਾ ਜਿਹੜਾ ਉਹ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਘਾਣ ਹੋਇਆ, ਮੈਂ ਮੰਨਦਾ। ਪਰ ਸੰਵਿਧਾਨਿਕ ਤੌਰ 'ਤੇ, ਸਿਧਾਂਤਿਕ ਤੌਰ 'ਤੇ ਅਕਾਲ ਤਖਤ ਸਾਹਿਬ ਦਾ ਦਾਇਰਾ ਬ੍ਰਹਿਮੰਡੀ ਹੈ। ਕੱਲ੍ਹ ਨੂੰ ਮੰਨ ਲਓ, ਆਪਾਂ ਮੰਨ ਲਈਏ ਵੀ ਧਰਤੀ ਤੋਂ ਕਿਸੇ ਹੋਰ ਧਰਤੀ ਦੇ ਉੱਤੇ ਵੀ, ਜਿਵੇਂ ਗੁਰਬਾਣੀ 'ਚ ਪਤਾਲਾਂ ਪਤਾਲ, ਲੱਖ ਗਾਸਾਂ ਗਾਸ, ਇਸ ਤੋਂ ਵੀ ਅੱਗੇ ਪਤਾ ਨਹੀਂ ਕਿੰਨੀਆਂ ਧਰਤੀਆਂ, ਉੱਥੇ ਕਿਤੇ ਏਲੀਅਨ ਹੋਣ, ਉਹਨਾਂ ਦੇ ਮਜਲੂਮ ਹੋਣ, ਅਕਾਲ ਤਖਤ ਕਿਹਦੇ ਨਾਲ ਖੜੇਗਾ? ਅਕਾਲ ਤਖਤ ਏਲੀਅਨ ਦੇ ਮਜਲੂਮ ਨਾਲ ਹੀ ਖੜੇਗਾ। ਅੱਜ ਤੁਹਾਨੂੰ ਕਹਿਣ ਨੂੰ ਲੱਗਦਾ ਹੋਏਗਾ ਕਿ ਇਹ ਸਿੱਖਾਂ ਦਾ ਪ੍ਰਚਾਰਕ ਹੋ ਕੇ ਬਹੁਤ ਵੱਡੀ ਫੁਕਰੀ ਛੱਡ ਰਿਹਾ, ਪਰ ਮੈਂ ਕਹਿੰਦਾ ਸਿਧਾਂਤਕ ਤੌਰ 'ਤੇ ਬ੍ਰਹਿਮੰਡੀ ਦਾਇਰਾ ਹੈ, ਪੂਰੀ ਦੁਨੀਆ ਵਿੱਚ ਵਸਦਾ ਹੋਇਆ ਸਿੱਖ ਉਹਦਾ ਹੁਕਮ ਫੋਲੋ ਕਰਦਾ। ਅਤੇ ਦਿੱਲੀ ਨੂੰ ਇਹ ਖਿਝ ਹੈ ਵੀ ਸਟੇਟ ਸਾਡੀ, ਸੰਵਿਧਾਨ ਸਾਡਾ, ਇਹ ਨਵਾਂ ਸੰਵਿਧਾਨ ਕਿਹੜਾ? ਇਹ ਵੀ ਫੈਸਲੇ ਕਰਦੇ ਨੇ, ਇਹ ਵੀ ਲੋਕਾਂ ਨੂੰ ਸਜ਼ਾਵਾਂ ਦਿੰਦੇ ਨੇ। ਇਹ ਕਿੱਦਾਂ ਸਜ਼ਾਵਾਂ ਦੇ ਸਕਦੇ ਨੇ? ਉਹ ਜਿਹੜਾ ਸਟੇਟ ਵਿਦਨ ਸਟੇਟ ਦੀ ਝਗੜਾ ਹੈ, ਜਿਹੜਾ ਕਦੀ ਵੀ ਬਰਦਾਸ਼ਤ ਨਾ ਮੁਗਲਾਂ ਬਰਦਾਸ਼ਤ ਕੀਤਾ, ਨਾ ਅੰਗਰੇਜ਼ਾਂ ਨੇ। ਅੰਗਰੇਜ਼ਾਂ ਨੇ ਤਾਂ ਚਲੋ ਕਬਜ਼ਾ ਹੀ ਕਰ ਲਿਆ, ਅਤੇ ਮਗਰਲੀਆਂ ਹਿੰਦ ਹਕੂਮਤ ਨੇ ਸਾਡਾ ਹੀ ਲਾਣਾ ਖਰੀਦ ਕੇ ਉੱਥੇ ਆਪਣੀ ਰਬੜ ਦੀ ਮੋਹਰ ਵਾਲਾ ਲਾਣਾ ਬਿਠਾਤਾ। ਇਹ ਗੱਲ ਸਾਡੇ ਲਾਣੇ ਨੂੰ ਵੀ ਸਮਝਣੀ ਪੈਣੀ ਹੈ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਵਿਸ਼ਾਲਤਾ ਕਿੰਨੀ ਵੱਡੀ ਹੈ। ਇਹ ਨਹੀਂ ਕਿ ਇੱਕ ਧੜੇ ਨੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਕਿਹਾ ਓਕੇ ਐਰਕੀ ਤੂੰ ਬਣ ਜਾ। ਨਹੀਂ, ਇਹ ਜ਼ਿੰਮੇਵਾਰੀ ਸਾਰਿਆਂ ਦੀ ਸਾਂਝੀ ਹੈ, ਪੂਰੀ ਕੌਮ ਦੀ ਹੈ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਜਥੇਬੰਦੀ ਹੈ, ਪਰ ਰਾਜਪੁਰੇ ਤੱਕ ਇੱਥੋਂ ਦੇ ਸਿੱਖਾਂ ਨੇ ਚੁਣੀ ਹੈ। ਉਹ ਸੰਸਾਰ ਭਰ ਦੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਅਸਲ ਕਾਗਜ਼ੀ ਪੱਤਰੀ ਨਹੀਂ ਹੈ। ਉਹਦਾ ਜਿਹੜਾ ਸੰਵਿਧਾਨਕ ਮੁਖੀ ਹੈ ਅੰਮ੍ਰਿਤਸਰ ਦਾ DC ਹੈ, ਉਹਦਾ ਦਾਇਰਾ ਛੋਟਾ ਹੈ, ਪਰ ਅਕਾਲ ਤਖਤ ਸਾਹਿਬ ਦਾ ਦਾਇਰਾ ਪੂਰੀ ਦੁਨੀਆ ਦਾ। ਸੋ ਇਹ ਲੜਾਈ ਦਿੱਲੀ ਵਰਸਸ ਅਕਾਲ ਤਖਤ ਸੀਗੀ, ਸਟੇਟ ਵਰਸਸ ਸਟੇਟ ਸੀਗੀ। ਇਸ ਕਰਕੇ ਮੈਨੂੰ ਲੱਗਦਾ ਸੰਤ ਜਰਨੈਲ ਸਿੰਘ ਇਹੀ ਮੈਸੇਜ ਦੇਣਾ ਚਾਹੁੰਦੇ ਸੀ। ਗੱਲ ਉੱਥੇ ਬਿਲਡਿੰਗ ਢਹਿ ਜਾਂਦੀ ਨਹੀਂ, ਬਿਲਡਿੰਗ ਤਾਂ ਨਵੀਂ ਵੀ ਬਣ ਗਈ। ਅੱਜ ਬਹੁਤ ਵਾਰੀ ਕਿਹਾ ਜਾਂਦਾ ਕਿ ਕਾਂਗਰਸ ਨੇ ਅਕਾਲ ਤਖਤ ਢਾਤਾ ਜੀ, ਸਾਨੂੰ ਵੋਟਾਂ ਪਾਓ। ਮੈਂ ਕਹਿੰਦਾ ਕਾਂਗਰਸ ਨੇ ਅਕਾਲ ਤਖਤ ਦੀ ਬਿਲਡਿੰਗ ਢਾਈ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦਾ ਸਿਧਾਂਤ ਤੋੜਿਆ ਕਟਹਿਰੇ 'ਚ ਉਹ ਵੀ ਖੜੇ ਨੇ। ਜੀ ਤੇ ਨਾਲ ਗਦਾਰਾਂ ਦੀ ਵੀ ਘਾਟ ਨਹੀਂ ਹੈਗੀ, ਆਪਾਂ ਇਹ ਵੀ ਕਹਿ ਸਕਦੇ ਹਾਂ। ਬਹੁਤ ਸਾਰੇ ਜਿਹੜੇ ਉੱਥੇ ਸੀਗੇ ਉਹਨਾਂ ਨੇ ਗਦਾਰੀਆਂ ਵੀ ਕੀਤੀਆਂ ਨੇ, ਨਾਲ ਆਪਾਂ ਇੰਝ ਵੀ ਕਹਿ ਸਕਦੇ ਹਾਂ ਸਿਧਾਂਤਕ ਤੌਰ 'ਤੇ ਵੀ ਗਦਾਰੀਆਂ ਹੋਈਆਂ ਨੇ। ਹੱਥ ਖੜੇ ਕਰਕੇ ਬਾਹਰ ਨਿਕਲਣ ਵਾਲੇ ਉਹ ਲੋਕ ਸਨ ਜਿਹੜੇ ਕਹਿੰਦੇ ਸੀ ਵੀ ਤੇਰੇ ਨਾਲ ਖੜਾਂਗੇ। ਦੇਖੋ ਇਹ ਗੱਲ ਮੈਂ ਕਲੀਅਰ ਕੱਟ ਕਹਿਣੀ ਚਾਹੁੰਦਾ, ਜਿਹੜੀ ਨਰਮ ਧਿਰ ਹੁੰਦੀ ਹੈ ਨਾ, ਸਥਾਪਿਤ ਧਿਰ ਹੁੰਦੀ ਹੈ, ਜਿਵੇਂ ਸੰਯੁਕਤ ਮੋਰਚੇ ਦੇ ਵਿੱਚ ਜਿਹੜੀਆਂ 32 ਜਥੇਬੰਦੀਆਂ ਉਹ ਸਥਾਪਿਤ ਧਿਰ, ਉਹਨਾਂ ਨੂੰ ਲੱਗਦਾ ਹੁੰਦਾ ਸਾਡੇ ਕੋਲ ਗਵਾਉਣ ਲਈ ਬਹੁਤ ਕੁਛ ਹੈ, ਅਤੇ ਉਹ ਸਰਕਾਰ ਦੇ ਥੋੜ੍ਹਾ ਜਿਹਾ ਸ਼ਾਂਤਮਈ ਸਿਸਟਮ 'ਚ ਚੱਲਦੀਆਂ, ਸਰਕਾਰ ਦੇ ਰਲ ਕੇ ਚੱਲਦੀਆਂ, ਅੱਜ ਕਹਿ ਲਓ ਵੀ ਆਪਸ ਵਿੱਚ ਵਾਰਤਾਲਾਪ ਰੱਖਦੀਆਂ ਨੇ ਵੀ ਇੱਦਾਂ ਕਰ ਲਈਏ, ਇੱਦਾਂ ਕਰ ਲਈਏ। ਉਹਨਾਂ ਨੇ ਉੱਦਾਂ ਚਲਾਉਣਾ ਹੁੰਦਾ ਕਿਉਂਕਿ ਉਹਨਾਂ ਨੂੰ ਟੁੱਟਣ ਦਾ ਡਰ ਹੁੰਦਾ। ਇੱਕ ਧਿਰ ਹੁੰਦੀ ਹੈ ਜਿਹੜੀ ਜੰਗਜੂ ਹੁੰਦੀ ਹੈ, ਜਿਹਨੇ ਪੰਜਾਬੀ ਸਲੈਂਗ ਵਿੱਚ ਕਹਾਂ ਫਾਨਾ ਠੋਕ ਕੇ ਕੰਮ ਕਰਾਉਣਾ ਹੁੰਦਾ। ਆਜ਼ਾਦੀ ਦੀ ਗੱਲ ਚੇਤੇ ਕਰੋ, ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਬੱਬਰ ਅਕਾਲੀਆਂ ਦੀ ਮੂਵਮੈਂਟ ਫਾਨਾ ਠੋਕਣ ਵਾਲਿਆਂ ਦੀ ਮੂਵਮੈਂਟ, ਹਥਿਆਰਬੰਦ ਮੂਵਮੈਂਟ। ਗਾਂਧੀ ਹੋਣੀ ਸਾਰੀ ਉਮਰ ਭਗਤ ਸਿੰਘ ਹੋਣਾ ਨੂੰ ਗਾਲਾਂ ਹੀ ਦਿੰਦੇ ਰਹੇ, ਊਧਮ ਸਿੰਘ ਨੂੰ ਪਾਗਲ ਕਿਹਾ ਗਾਂਧੀ ਨੇ, ਪਰ ਉਹ ਪੈਰਲਲ ਚੱਲਦੀ ਗਈ। ਅਤੇ ਗੋਰੇ ਜਦੋਂ ਰਾਜ ਦੇਣਗੇ ਤਾਂ ਭਗਤ ਸਿੰਘ ਦੇ ਵਾਰਸਾਂ ਨੂੰ, ਊਧਮ ਸਿੰਘ ਦੇ ਵਾਰਸਾਂ ਨੂੰ ਨਹੀਂ ਦੇਣਗੇ, ਉਹ ਤਾਂ ਉਹਨਾਂ ਨੂੰ ਦੇਣਗੇ ਜਿਹੜੇ ਉਹਨਾਂ ਦੇ ਯਾਰ ਸੀਗੇ। ਅਸੀਂ ਤਾਂ ਬਾਗੀ ਸੀ, ਅਸੀਂ ਤਾਂ ਦੁਸ਼ਮਣ ਸੀ, ਸਾਨੂੰ ਕਿਉਂ ਦੇਣਗੇ? ਉਹ ਉਹਨਾਂ ਨਾਲ ਰਲ ਕੇ ਚੱਲਦੇ, ਉਹਨਾਂ ਨੂੰ ਰਾਜ ਮਿਲ ਗਏ ਕਿਉਂਕਿ ਉਹ ਪੈਰਲਲ ਚਲਾਉਂਦੇ ਨੇ। ਹੋਇਆ ਕੀ ਮਗਰੋਂ ਆ ਕੇ ਇੱਥੇ ਵੀ ਦੋ ਧਿਰਾਂ ਨੇ। ਸੰਤ ਜਰਨੈਲ ਸਿੰਘ ਕੌਣ ਹੈ? ਜਿਹੜੀ ਫਾਨਾ ਠੋਕਣ ਵਾਲੀ ਧਿਰ ਹੈ, ਹਥਿਆਰਬੰਦ ਹੈ, ਸੰਘਰਸ਼ੀ ਹੈ, ਯੋਧੇ ਹੈ, ਗਰਮ ਖੂਨ ਹੈ, ਜੋਸ਼ ਹੈ। ਭਾਵੇਂ ਕਿ ਸੰਤ ਜਰਨੈਲ ਸਿੰਘ 'ਚ ਹੋਸ਼ ਵੀ ਗੁਰਬਾਣੀ ਦਾ ਪੂਰਾ ਸੀਗਾ, ਆਪਾਂ ਕੋਈ ਡਿਨਾਈ ਨਹੀਂ ਕਰਦੇ। ਪਰ ਦੂਜੇ ਪਾਸੇ ਇੱਕ ਐਸਟੈਬਲਿਸ਼ ਧਿਰ ਹੈ ਅਕਾਲੀ ਦਲ, ਜਿਹਦੇ ਲੌਂਗੋਵਾਲ ਜੀ, ਟੌੜਾ ਸਾਹਿਬ,
ਉਸ ਵੇਲੇ ਦੇ ਲੀਡਰ ਨੇ। ਜੀ ਹੋਇਆ ਕੀ ਕਿ ਉਹ ਸਰਕਾਰ ਨਾਲ ਮਿਲ ਕੇ ਚੱਲ ਰਹੇ ਸੀ, ਕੋਈ ਸ਼ੱਕ ਨਹੀਂ। ਲੜਾਈ ਟਾਲਣ ਦੀ ਕੋਸ਼ਿਸ਼ ਕੀਤੀ ਗਈ, ਸੰਤ ਬਾਬਾ ਜਰਨੈਲ ਸਿੰਘ ਨੇ ਵੀ ਲੜਾਈ ਟਾਲਣ ਦੀ ਕੋਸ਼ਿਸ਼ ਕੀਤੀ। ਇਹ ਕੋਈ ਨਹੀਂ ਕਹਿ ਸਕਦਾ ਕਿ ਸੰਤ ਸਿੱਧਾ, ਮੈਂ ਬਿਲਕੁਲ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿਣਾ ਕਿ ਸੰਤ ਜਰਨੈਲ ਸਿੰਘ 3 ਜੂਨ ਤੱਕ ਵੀ ਚਾਹੁੰਦੇ ਸੀ ਵੀ ਜੇ ਲੜਾਈ ਟਲਦੀ ਹੈ ਤਾਂ ਟਲ ਜੇ। ਉਹਦਾ ਮੈਂ ਸਬੂਤ ਇਹ ਦੇਣਾ ਚਾਹੁੰਦਾ, ਜਿਹੜੀ ਇੰਟਰਨੈਸ਼ਨਲ ਪ੍ਰੈਸ ਆਖਰੀ ਪ੍ਰੈਸ ਕਾਨਫਰੰਸ ਕਰਦੀ ਹੈ, ਉਹ ਇੱਕ ਸਵਾਲ ਪੁੱਛਦੀ ਹੈ ਕਿ ਇਹਨਾਂ ਨਾਲ ਰਹਿਣਾ ਚਾਹੁੰਦੇ ਹੋ, ਉਹ ਜਵਾਬ ਦਿੰਦੇ ਨੇ ਹਾਂ ਰਹਿਣਾ ਚਾਹੁੰਦਾ, ਪਰ ਬਰਾਬਰ ਦਾ ਸ਼ਹਿਰੀ ਬਣ ਕੇ, ਗੁਲਾਮ ਬਣ ਕੇ ਨਹੀਂ, ਕਿਉਂਕਿ ਅਸੀਂ ਇੱਥੋਂ ਦੀ ਆਜ਼ਾਦੀ ਲਈ 80% ਕੁਰਬਾਨੀਆਂ ਦਿੱਤੀਆਂ, ਸਾਡੇ ਪੁਰਖਿਆਂ ਦੇ ਸਿਰ ਲੱਗੇ। ਸੋ ਇਹਦਾ ਇੱਕ ਕਲੀਅਰ ਕੱਟ ਮਤਲਬ ਹੈ ਕਿ ਸੰਤ ਜੀ, ਜਿੰਨੀ ਵਾਰੀ ਵੀ ਸੰਤ ਜੀ ਦੇ ਮੂੰਹੋਂ ਤੁਸੀਂ ਸੁਣਿਆ ਹੋਏਗਾ ਜਾਂ ਲਿਖਿਆ ਪੜ੍ਹਿਆ ਹੋਏਗਾ ਵਿਦਵਾਨਾਂ ਦਾ, ਉਹ ਇੱਕ ਸ਼ਬਦ ਵਰਤੇ ਸੀ, ਜੇ ਹਮਲਾ ਹੋਏਗਾ, ਜੇ ਦਿੱਲੀ ਸਰਕਾਰ ਟੈਂਕ ਚੜਾਏਗੀ, ਜੇ ਜੰਗ ਹੋਏਗੀ, ਜੇ ਲੜਾਈ ਹੋਏਗੀ। ਉਹਨਾਂ ਨੂੰ ਇਹ ਸੀਗਾ ਵੀ ਸਰਕਾਰ ਇੰਨੀ ਮੂਰਖਤਾ ਕਦੀ ਨਹੀਂ ਕਰੇਗੀ। ਪਰ ਮੈਂ ਫਿਰ ਵੀ ਉਸ ਸੂਰਮੇ ਦੇ ਬਲਿਹਾਰੇ ਜਾਂਦਾ ਕਿ ਉਹ ਇੰਨੀ ਤਿਆਰੀ ਕਰਕੇ ਬੈਠਾ ਸੀ ਕਿ ਜੇ ਸਰਕਾਰ ਹਮਲਾ ਕਰੇਗੀ, ਇਹੋ ਜਿਹਾ ਮੂੰਹ ਤੋੜ ਜਵਾਬ ਦੇਊਂਗਾ, ਰਹਿੰਦੀ ਦੁਨੀਆ ਤੱਕ ਇਹ ਯਾਦ ਕਰਨਗੇ ਕਿੱਦਾਂ ਦੀ ਲੜਾਈ ਹੋਈ ਸੀ। ਔਰ ਇੱਦਾਂ ਹੀ ਹੋਇਆ। ਆਪਾਂ ਗੱਲ ਕਰ ਰਹੇ ਸੀ ਗਦਾਰੀਆਂ ਦੀ, ਹੈ ਨਾ। ਗਦਾਰੀਆਂ ਦੇ ਨਾਲ ਵੀ ਜਿਹੜੀ ਇਹ ਕੌਮ ਭਰੀ ਪਈ ਹੈ ਨਾ, ਵਿੱਚ ਜਿਹੜੇ ਉਦੋਂ ਵੀ ਸੀਗੇ ਹੱਥ ਖੜੇ ਕਰਕੇ ਆਉਣ ਵਾਲੇ, ਉਹ ਬਾਅਦ ਦੇ ਵਿੱਚ ਸੱਤਾ ਦੇ ਉੱਪਰ ਵੀ ਜਾ ਕੇ ਕਾਬਜ਼ ਹੋਏ ਨੇ, ਹੈ ਨਾ। ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਵੀਰੇ, ਜਿਹੜਾ ਮੌਕਾ ਪ੍ਰਸਤ ਹੁੰਦਾ ਨਾ, ਸਿੱਖ ਫਿਰਕਾ ਪ੍ਰਸਤ ਨਹੀਂ ਸੀਗੇ, ਪਰ ਸਿੱਖ ਕੌਮ 'ਚ ਬਹੁਤ ਸਾਰੇ ਲੋਕ ਮੌਕਾ ਪ੍ਰਸਤ ਨੇ। ਗੁਲਾਬ ਸਿੰਘ, ਤੇਜ ਸਿੰਘ ਨੂੰ ਲੱਗਦਾ ਹੈ ਕਿ ਰਣਜੀਤ ਸਿੰਘ ਦਾ ਰਾਜ ਖੋਖਲਾ ਕਰ ਦਾਂਗੇ ਤੇ ਅਸੀਂ ਬੜੇ ਅਮੀਰ ਹੋ ਜਾਵਾਂਗੇ। ਤੁਹਾਡੇ ਸਾਹਮਣੇ ਹੀ ਹੈ। ਗੰਗੂ ਨੂੰ ਵੀ ਲੱਗਦਾ ਕਿ ਜੇ ਮੈਂ ਸਰਕਾਰ ਨਾਲ ਰਲ ਜਾਊਂਗਾ ਤਾਂ ਬੜਾ ਅਮੀਰ ਹੋ ਜਾਊਂਗਾ। ਨਤੀਜਾ ਤੁਹਾਡੇ ਸਾਹਮਣੇ। ਹੁਣ ਇੱਥੇ ਕੀ ਹੁੰਦਾ, ਜਿਹੜੇ ਗਦਾਰ ਕੌਣ ਸੀਗੇ, ਜਿਨ੍ਹਾਂ ਨੂੰ ਦੋ ਤਰ੍ਹਾਂ ਗਦਾਰ ਸੀਗੀਆਂ। ਇੱਕ ਤਾਂ ਚਲੋ ਅਕਾਲੀ, ਜਿਹੜੇ ਸਰਕਾਰ ਦੀ ਸਹਿ 'ਤੇ ਚੱਲ ਰਹੇ ਸੀ, ਕਹਿੰਦੇ ਬਿਆਨ ਇਹ ਦਿੰਦੇ ਸੀ ਵੀ ਟੈਂਕ ਸਾਡੀਆਂ ਲਾਸ਼ਾਂ ਦੇ ਉੱਤੋਂ ਨਹੀਂ ਲੰਘ ਕੇ ਜਾਣਗੇ, ਪਰ ਜਦੋਂ ਪਈ ਤੇ ਚੁੱਪ ਕਰਕੇ ਉਹਨਾਂ ਦੀਆਂ ਗੱਡੀਆਂ 'ਚ, ਟੈਂਕਾਂ 'ਚ ਬਹਿ ਕੇ ਗਏ। ਸ਼ਰਮ ਨਹੀਂ ਆਈ? ਉਦੋਂ ਗੱਲ ਪੈ ਜਾਂਦੇ ਉੱਥੇ। ਪਰ ਫਰਕ ਪੈਂਦਾ ਕਿ ਵਿਕਣ ਵਾਲਿਆਂ ਦੀਆਂ ਫੋਟੋਆਂ ਨਹੀਂ ਵਿਕਦੀਆਂ, ਮਸਲਾ। ਹੁਣ ਜਿਹੜੇ ਦੂਜੇ ਸੀਗੇ, ਇੱਕ ਤੇ ਉਹ ਹੋ ਗਏ, ਇੱਕ ਉਹ ਨੇ ਜਿਹੜੇ ਸੰਤ ਦੇ ਥਾਲੀ ਦੇ ਵਿੱਚੋਂ ਬੁਰਕੀ ਚੁੱਕ ਕੇ ਖਾਣ ਵਾਲੇ ਨੇ, ਸੰਤ ਜੀ ਦੇ ਨਾਲ ਰਹਿੰਦੇ ਨੇ। ਔਰ ਸਭ ਤੋਂ ਦੁੱਖ ਦੀ ਗੱਲ ਕਿ ਸੰਤ ਬਾਬਾ ਜਰਨੈਲ ਸਿੰਘ ਨੂੰ ਉਹਨਾਂ ਯੋਧਿਆਂ 'ਤੇ ਆਪਦੇ ਨੂੰ ਵੱਧ ਮਾਣ ਸੀਗਾ। ਜਦੋਂ ਉਹਨੇ ਉਹਨਾਂ ਯੋਧਿਆਂ ਨੂੰ, ਜਿਨ੍ਹਾਂ ਦੇ ਵਿੱਚ ਵਿਰਸਾ ਸਿੰਘ ਬਲਟੋਆ, ਮਹਿਤਾ, ਚਾਵਲਾ, ਹਰਮਿੰਦਰ ਗਿੱਲ, ਇਹਨਾਂ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ, ਬੜੇ ਮਾਣ ਦੇ ਨਾਲ, ਉਹ ਕਿਤਾਬ ਹੈਗੀ ਆ ਸੰਤ ਭਿੰਡਰਾਂ ਵਾਲਿਆਂ ਦੇ ਆਖਰੀ 6 ਦਿਨ, ਉਹਨੂੰ ਪੜ੍ਹ ਕੇ ਦੇਖੋ। ਮੇਰਾ ਰੋਣ ਨਿਕਲ ਗਿਆ ਉਹ ਗੱਲ ਪੜ੍ਹਦਿਆਂ ਦਾ ਕਿ ਕਿਹੜੇ ਲਫ਼ਜ਼ਾਂ ਨਾਲ ਮੱਥੇ ਚੁੰਮ ਕੇ ਸੰਤ ਬਾਬਾ ਜਰਨੈਲ ਸਿੰਘ ਨੇ ਇਹਨਾਂ 4 ਬੰਦਿਆਂ ਨੂੰ ਮੋਰਚਿਆਂ ਵੱਲ ਨੂੰ ਤੋਰਿਆ ਸੀਗਾ। ਮੈਂ ਇਸ ਤੋਂ ਅੱਗੇ ਕੁਛ ਨਹੀਂ ਕਹਿਣਾ। ਸੱਚੀ ਮੁੱਚੀ ਕਹਿਣਾ, ਉਹ ਪੈਰਾ ਪੜ੍ਹਦਿਆਂ ਮੇਰਾ ਰੋਣ ਨਿਕਲ ਗਿਆ ਕਿ ਜਿਹੜੇ ਬੰਦਿਆਂ ਦੇ ਉੱਤੇ ਸੰਤ ਜਰਨੈਲ ਸਿੰਘ ਨੂੰ ਆਪਦੇ ਪੁੱਤਾਂ ਤੋਂ ਵੱਧ ਮਾਣ ਸੀ, ਉਹਨਾਂ ਮਗਰੋਂ ਕੀ ਕੀਤੀ। ਭਾਈ ਸਾਹਿਬ ਜੀ, ਅਸੀਂ ਜਿਨ੍ਹਾਂ ਨਾਲ ਵੀ ਇਹਨਾਂ ਦਿਨਾਂ ਦੇ ਵਿੱਚ ਗੱਲਬਾਤ ਕੀਤੀ ਹੈ ਨਾ, ਸਾਨੂੰ ਉਹਨਾਂ ਨੇ ਇਹੀ ਜਵਾਬ ਦਿੱਤਾ ਵੀ ਬਾਬਾ ਜਰਨੈਲ ਸਿੰਘ ਜੀ ਦੇ ਮਨ ਦੇ ਵਿੱਚ ਪਹਿਲੇ ਦਿਨ ਤੋਂ ਇਹ ਸੀ ਵੀ ਮੈਂ ਸ਼ਹਾਦਤ ਪ੍ਰਾਪਤ ਕਰ ਜਾਣੀ ਹੈ। ਤੁਹਾਨੂੰ ਵੀ ਲੱਗਦਾ ਵੀ ਚੜ੍ਹਦੀ ਕਲਾ ਸੀਗੀ ਵੀ ਹਾਂ ਮੈਂ ਤੇ ਸ਼ਹਾਦਤ ਪ੍ਰਾਪਤ ਕਰਨੀ ਹੈ? ਦੇਖੋ, ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ, ਇਹ ਉਸ ਵੇਲੇ ਤਾਂ ਨਹੀਂ ਬਣਿਆ ਨਾ, ਇਹ ਤਾਂ ਸਾਡੇ DNA 'ਚ। ਅਸੀਂ ਅਬ ਜੂਝਣ ਕਾ ਦਾਓ, ਇਹ ਤਾਂ ਸਾਡੇ DNA 'ਚ। ਸਾਨੂੰ ਕੋਈ ਨਵਾਂ ਨਹੀਂ ਪੜ੍ਹਾਇਆ ਕਿਸੇ ਨੇ। ਸੰਤ ਬਾਬਾ ਜਰਨੈਲ ਸਿੰਘ ਬਾਣੀ ਤੇ ਬਾਣੇ ਵਾਲੇ ਨੇ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਕਿਹਦਾ ਜੀ ਕਰਦਾ ਮਰ ਜਾਈਏ? ਕੋਈ ਦੁਨੀਆ 'ਚ ਮਰਨਾ ਚਾਹੁੰਦਾ? ਅਨਲੈਸ ਕਿ ਕੋਈ ਪਾਗਲ ਨਾ ਹੋਵੇ, ਸੁਸਾਈਡਰ ਨਾ ਹੋਵੇ। ਸੰਤ ਜਰਨੈਲ ਸਿੰਘ ਬੜੀ ਸੂਝ-ਬੂਝ ਵਾਲੇ ਔਰ ਦੂਰਅੰਦੇਸ਼ੀ ਵਾਲਾ ਸੀ। ਠੀਕ ਆ, ਲੋਕੀ ਕਹਿੰਦੇ ਉਹ ਅਨਪੜ੍ਹ ਸੀ। ਮੈਂ ਕਹਿੰਦਾ ਸ਼ੁਕਰ ਮਨਾਓ ਫਿਰ, ਜੇ ਉਹ ਅਨਪੜ੍ਹ ਹੋ ਕੇ ਵੀ ਇੰਨੀ ਵੱਡੀ ਲੜਾਈ, ਏਡੀ ਵੱਡੀ ਸਲਤਨਤ ਨੂੰ ਦੇ ਗਿਆ, ਤੇ ਉਹਦੇ ਤੇ ਮਤਲਬ ਪੈਰ ਚੁੰਮਣੇ ਚਾਹੀਦੇ ਤੁਹਾਨੂੰ। ਜੇ ਉਹ ਅਨਪੜ੍ਹ ਸੀ ਤਾਂ ਉਸ ਵੇਲੇ ਪੜ੍ਹੇ ਲਿਖੇ ਕਿਹੜੇ ਸੀ? ਹਾਂ, ਤੇ ਪੜ੍ਹੇ ਲਿਖੇ ਜਿਹੜੇ ਸੀਗੇ ਉਹ ਸਿਰਫ ਤੇ ਸਿਰਫ ਲਿਖ ਰਹੇ ਸੀ, ਬੋਲ ਰਹੇ ਸੀ। ਤੇ ਅੱਜ ਜੇ ਮੇਰੀ ਕੌਮ ਦਾ ਵੱਡਾ ਨੁਕਸਾਨ ਕੀਤਾ ਤੇ ਉਹ ਸਿਰਫ ਬਹੁਤੇ ਪੜ੍ਹਨ ਲਿਖਣ ਵਾਲਿਆਂ ਨੇ ਕੀਤਾ, ਕਿਉਂਕਿ ਗਰਾਊਂਡ 'ਤੇ ਕੰਮ ਤਾਂ ਕੀਤਾ ਨਹੀਂ। ਮੈਂ ਤੁਹਾਨੂੰ ਇੱਥੇ ਇੱਕ ਘਟਨਾ ਯਾਦ ਕਰਾਉਣੀ ਚਾਹੁੰਦਾ। ਲਿਟਰਲੀ ਜਦੋਂ ਇਹ ਪੜ੍ਹ ਰਿਹਾ ਸੀ ਇਹਨਾਂ ਦਿਨਾਂ ਦੇ ਵਿੱਚ, ਤੇ ਬਾਰ-ਬਾਰ ਅੱਖਾਂ ਸਿੱਲੀਆਂ ਹੋ ਰਹੀਆਂ ਸੀਗੀਆਂ। ਮੈਂ ਪੁੱਛਣਾ ਚਾਹੁੰਦਾ, ਇੱਕ ਐਗਜ਼ਾਮਪਲ ਅੱਜ ਦੀ ਜਵਾਨੀ ਨੂੰ ਪੁੱਛਣਾ ਚਾਹੁੰਦਾ। ਜਦੋਂ 6 ਜੂਨ ਦੀ ਸਵੇਰ ਨੂੰ ਟੈਂਕ ਆ ਗਏ, ਪਹਿਲਾਂ ਤਾਂ ਸਵਾਲ ਬਣਦਾ ਹੈ, ਬੱਚੇ ਕਦੀ ਪੁੱਛਣ ਜ਼ਰੂਰ ਕਿਸੇ ਨੂੰ, ਟੈਂਕਾਂ ਤੱਕ ਗੱਲ ਕਿੱਥੋਂ ਆਈ?
ਸਿੱਧੀ ਸਿੱਧੀ ਲੜਾਈ ਤਾਂ ਚੱਲ ਰਹੀ ਸੀ। ਜੀ ਪੈਦਲ ਪਿਆਦਾ ਫੌਜ ਵੱਡੀ ਲੱਖਾਂ ਦੀ ਤਾਦਾਦ 'ਚ ਇੰਡੀਅਨ ਆਰਮੀ ਕਮਾਂਡੋ। ਜੀ ਵੇਖੋ ਲੜਿਆ ਕੌਣ ਕੌਣ? ਭਾਰਤੀ ਫੌਜ, ਜੀ BSF, SSF, ਕਮਾਂਡੋ। ਜੀ ਇਹ ਸਾਰੇ ਜਾਣਿਆਂ ਨੇ CRP, ਇਹਨਾਂ 5 ਫੌਜਾਂ ਨੇ ਜੁਆਇੰਟਲੀ ਐਕਸ਼ਨ ਕੀਤਾ। ਕੱਲੀ ਭਾਰਤੀ ਫੌਜ ਨਹੀਂ ਸੀ, ਕੱਲੀ CRP ਨਹੀਂ ਸੀ, ਜੀ ਕੱਲੀ BSF ਨਹੀਂ ਸੀ। ਇਹਨਾਂ ਨੇ ਤੇ ਅੱਗੋਂ ਲੜ ਕੌਣ ਰਿਹਾ? 200 ਜਵਾਨ। ਇਹ ਚਮਕੌਰ ਦੀ ਗੜੀ ਨੂੰ ਘੱਟ ਹੈ। ਜੀ ਸਿਰਫ 200 ਜਵਾਨ ਲੜ ਰਹੇ ਸੀਗੇ। ਇੰਨੀ ਵੱਡੀ ਤਾਦਾਦ ਵਿੱਚ 5 ਫੌਜਾਂ ਦਰਬਾਰ ਸਾਹਿਬ ਨੂੰ ਘੇਰ ਕੇ ਲੜਨ ਵਾਸਤੇ ਆ ਰਹੀਆਂ ਨੇ। ਜੀ ਠੀਕ ਹੋ ਗਿਆ ਜੀ। ਜਨਰਲ ਬਰਾੜ, ਆਪਾਂ ਆਪਣੇ ਪੱਖ ਨੂੰ ਛੱਡੀਏ, ਜਨਰਲ ਬਰਾੜ ਦੇ ਕਹਿਣ ਮੁਤਾਬਕ ਜਿਹੜਾ ਦੁਸ਼ਮਣ ਬਣ ਕੇ ਉੱਧਰੋਂ ਆਇਆ, ਉਹ ਕਹਿੰਦਾ ਵੀ ਅਸੀਂ 3 ਦਿਨ, ਕਿਉਂਕਿ ਘੇਰਾ ਤਾਂ 1 ਜੂਨ ਨੂੰ ਗੋਲੀਆਂ ਤਾਂ ਸਟਾਰਟ ਹੋ ਗਈਆਂ ਸੀਗੀਆਂ, 1 ਜੂਨ ਤੋਂ 3 ਜੂਨ ਤੱਕ ਵੇਟ ਕੀਤੀ, ਸਟ੍ਰੈਟਜੀ ਬਣਾਈ। ਜੀ ਪਹਿਲਾ ਗੋਲਾ 4:40 ਦੇ ਉੱਤੇ 4 ਤਰੀਕ ਨੂੰ ਸਵੇਰੇ 4:40 ਤੇ ਪਹਿਲਾ ਗੋਲਾ ਤੋਪ ਦਾ ਜਿਹੜਾ ਉਹ ਅਕਾਲ ਤਖ਼ਤ ਸਾਹਿਬ ਦੇ ਸੁਨਹਿਰੀ ਗੁੰਬਦ 'ਤੇ ਸੁੱਟਿਆ ਜਾਂਦਾ। ਆਪਾਂ ਉਹਨੂੰ ਮੰਨ ਲਈਏ ਵੀ ਉਸ ਵੇਲੇ ਆਗਾਜ਼ ਹੋ ਗਿਆ। ਜੀ ਪਹਿਲੇ ਗੋਲੇ ਤੋਂ ਤਾਂ ਮੰਨ ਲਿਆ ਜਾ ਸਕਦਾ ਨਾ। ਉੱਥੇ ਤੋਂ ਸ਼ੁਰੂਆਤ ਮੰਨੀ ਹੋ ਜਾਣੀ ਪੈਣੀ ਹੈ ਨਾ। ਹੁਣ 4 ਜੂਨ 4:40 ਤੇ ਸਟਾਰਟ ਹੋਈ ਲੜਾਈ। 4 ਜੂਨ ਦਾ ਸਾਰਾ ਦਿਨ ਪਰਿਕਰਮਾ ਵਿੱਚ ਇੱਕ ਵੀ ਫੌਜੀ ਨਹੀਂ ਜਾ ਸਕਿਆ। ਜੀ 4 ਤਰੀਕ ਦੀ ਰਾਤ ਪੈ ਗਈ, ਕੋਈ ਫੌਜੀ ਪਰਿਕਰਮਾ 'ਚ ਪੈਰ ਨਹੀਂ ਰੱਖ ਸਕਿਆ। ਸੰਤ ਜਰਨੈਲ ਸਿੰਘ ਨੇ ਕਿਹਾ ਸੀ ਨਾ ਜੀ ਕਿ ਆਪਣੇ ਜੀਂਦਿਆਂ ਜੀ ਇੱਕ ਵੀ ਫੌਜੀ ਪਰਿਕਰਮਾ ਵਿੱਚ ਪੈਰ ਨਹੀਂ ਰੱਖੇਗਾ, ਔਰ ਇੱਦਾਂ ਹੀ ਹੋਇਆ। ਜੀ 5 ਕਿੰਨੀ ਵਾਰੀ 5 ਜਿਹੜੀਆਂ ਫੌਜਾਂ ਚੜ੍ਹ ਕੇ ਆਈਆਂ, 5 ਤਰ੍ਹਾਂ ਦੀਆਂ ਵੱਖ-ਵੱਖ ਫੌਜਾਂ, ਉਹਨਾਂ ਨੇ ਸਟ੍ਰੈਟਜੀ ਬਦਲੀਆਂ ਨਹੀਂ ਹੋਣਗੀਆਂ, ਜੀ ਢੰਗ ਤਰੀਕੇ ਬਦਲੇ ਨਹੀਂ ਹੋਣਗੇ, ਯੁੱਧ ਨੀਤੀ ਬਦਲੀ ਨਹੀਂ ਹੋਏਗੀ। ਸਭ ਕੁਝ ਬਦਲ ਕੇ ਵੇਖ ਲਿਆ, ਲੇਕਿਨ ਉਹ ਅੰਦਰ ਨਹੀਂ ਜਾ ਸਕੇ। ਜਨਰਲ ਸੁਬੇਗ ਸਿੰਘ ਹੋਰਾਂ ਦੀ ਜਿਹੜੀ ਯੁੱਧ ਨੀਤੀ ਹੈ, ਜਨਰਲ ਬਰਾੜ ਖੁਦ ਇਹ ਗੱਲ ਲਿਖਦਾ ਕਿ ਸਾਡਾ ਸਾਰਾ ਜਿੰਨੀਆਂ ਗੋਂਦਾਂ ਗੁੰਦੀਆਂ, ਜਿਹੜੇ ਨਕਸ਼ੇ ਮੈਪ, ਜੋ ਸਟ੍ਰੈਟਜੀਜ਼ ਬਣਾਈਆਂ ਸੀ, ਸਾਰੀਆਂ ਖਤਮ ਹੋ ਗਈਆਂ। ਜੀ ਹੁਣ ਹੁੰਦਾ ਕੀ ਹੈ? 4 ਦਾ ਦਿਨ, 4 ਦੀ ਰਾਤ, ਕੁਛ ਨਹੀਂ ਬਣਿਆ। 5 ਦਾ ਦਿਨ, ਕੁਛ ਨਹੀਂ ਬਣਿਆ। ਜੀ ਇੰਨਾ ਵੱਡਾ ਨੁਕਸਾਨ ਹੋਇਆ। ਕਮਾਂਡੋ ਉਤਾਰੇ ਗਏ, ਕਹਿੰਦਾ 12 ਹੀ ਮੁੜੇ, 35 ਮਰ ਗਏ। ਜੀ ਬਰਾੜ ਖੁਦ ਲਿਖਦਾ ਪਹਿਲੇ ਹਮਲੇ ਦੇ ਵਿੱਚ ਸਾਡੀ 30% ਆਰਮੀ ਜਿਹੜੀ ਹੈ ਉਹ ਮਾਰੀ ਗਈ। ਖੁਦ ਲਿਖਦਾ ਇਹ ਗੱਲ। ਹੁਣ ਵੇਖੋ 30% ਆਪ ਲਿਖ ਰਿਹਾ ਤੇ ਮਾਰੀ ਤੇ 50% 70% ਗਈ ਹੋ ਸਕਦੀ ਹੈ। 30 ਤੇ ਉਹ ਖੁਦ ਲਿਖਣ ਡਿਆ। ਹੁਣ ਜਦੋਂ ਐਡਾ ਵੱਡਾ ਲਾਸ ਹੋਇਆ, 5 ਦਾ ਦਿਨ ਵੀ ਲੜਾਈ ਚੱਲਦੀ ਰਹੀ, ਪਰ ਕੋਈ ਅੱਗੇ ਵੱਧ ਨਹੀਂ ਸਕਿਆ। ਇਹ ਜਨਰਲ ਬਰਾੜ ਨੂੰ ਪੜੋ। ਮੈਂ ਕਹਿੰਦਾ ਸਾਡੇ ਵਾਲੇ ਪੱਖ ਤੋਂ ਤਾਂ ਅਸੀਂ ਤਾਂ ਮਾਣ ਨਾਲ ਕਹਿਣਾ ਹੀ ਨਾ ਕਿ ਅਸੀਂ ਕਿਸੇ ਨੂੰ ਪੈਰ ਨਹੀਂ ਰੱਖਣ ਦਿੱਤਾ। ਉਹ ਦੁਸ਼ਮਣ ਧਿਰ ਪੜ ਕੇ ਦੇਖੋ, ਉਹ ਕਹਿੰਦਾ ਸਾਥੋਂ ਨਹੀਂ ਧਰਿਆ ਗਿਆ ਪੈਰ, ਉਹਨਾਂ ਸਾਡੀ ਪੇਸ਼ ਨਹੀਂ ਜਾਣ ਦਿੱਤੀ। ਹੋਇਆ ਕੀ? ਹੁਣ ਜਦੋਂ 5 ਦੀ ਰਾਤ ਪੈਂਦੀ ਹੈ, ਲੜਾਈ ਹਾਰ ਗਏ। ਮੈਂ ਪੰਜਾਬੀ ਇਹ ਨਾ ਆਖਿਓ ਸਿੱਖਾਂ ਦਾ ਸਕਾਲਰ ਹੈ ਜਾਂ ਸਿੱਖਾਂ ਦਾ ਪ੍ਰਚਾਰਕ ਹੈ। ਮੈਂ ਕਹਿੰਦਾ ਜਦੋਂ ਪਿਆਦਾ ਫੌਜ ਹਾਰ ਗਈ, CRP ਹਾਰ ਗਈ, BSF ਹਾਰ ਗਈ, ਪਿਆਦਾ ਫੌਜ ਆਰਮੀ ਹਾਰ ਗਈ, ਕਮਾਂਡੋ ਹਾਰ ਗਏ, ਉਦੋਂ ਸੋਚਦੇ ਆ ਹੁਣ ਸਾਥੋਂ ਲੜਿਆ ਨਹੀਂ ਜਾਣਾ, ਟੈਂਕ ਲਿਆਓ। ਟੈਂਕਾਂ ਦੇ ਗੋਲੇ, ਅਜੰਤਾ ਟੈਂਕ 105 mm ਦਾ ਗੋਲਾ ਉਹਦੇ 'ਚ ਪਾ ਕੇ ਅਕਾਲ ਤਖ਼ਤ ਸਾਹਿਬ ਵੱਲ ਮੂੰਹ ਕਰਕੇ ਸਿੱਟਿਆ ਜਾਂਦਾ। ਕਹਿੰਦੇ ਲੜਿਆ ਨਹੀਂ ਜਾਣਾ ਸਾਥੋਂ। ਇਹ ਲੜਾਈ ਜਿੱਤੀ ਮੰਨੀਏ ਕਿ ਹਾਰੀ ਮੰਨੀਏ? ਜੀ ਸਾਹਮਣੇ ਨੇ ਤੱਤ। ਫਿਰ ਬੰਦੇ ਤੇ ਬੰਦੇ ਦਾ ਮੁਕਾਬਲਾ ਹੁੰਦਾ ਹੈ। ਟੈਂਕ ਤੇ ਬੰਦੇ ਦਾ ਕੀ ਮੁਕਾਬਲਾ? ਜੀ ਟੈਂਕ ਤੇ ਬੰਦੇ ਦਾ ਕੋਈ ਮੁਕਾਬਲਾ ਹੈ? ਇਹ ਜਦੋਂ ਲੜਾਈ ਹਾਰ ਗਏ, ਇਹਨਾਂ ਲੜਾਈ ਖਤਮ ਕਰਨ ਲਈ ਟੈਂਕ ਲਿਆਂਦੇ, ਮੈਂ ਇਹ ਕਹੂੰਗਾ। ਜੀ ਹੁਣ ਕੀ ਹੋਇਆ? ਉਹ ਮੈਂ ਜਿਹੜਾ ਤੱਥ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ, ਸੰਤ ਬਾਬਾ ਜਰਨੈਲ ਸਿੰਘ ਨੂੰ ਜਦੋਂ ਪਤਾ ਲੱਗ ਚੁੱਕਾ, ਉੱਪਰਲੀਆਂ ਸਾਰੀਆਂ ਮੰਜ਼ਲਾਂ ਉਡਾ ਦਿੱਤੀਆਂ ਗਈਆਂ। ਅੰਤ ਨੂੰ ਪਤਾ ਸੀ, ਉਹ ਤਾਂ ਦੂਰ ਅੰਦੇਸ਼ ਸੀਗੇ, ਉਹਨਾਂ ਨੂੰ ਇਹ ਸਥਿਤੀ ਬਾਰੇ ਪਹਿਲਾਂ ਦਾ ਹੀ ਪਤਾ ਸੀਗਾ। ਮੈਂ ਅੱਜ ਚੈਲੰਜ ਕਰਨਾ ਚਾਹੁੰਦਾ, ਇਸ ਐਕਟ ਨੂੰ ਧਿਆਨ ਨਾਲ ਸਮਝਿਓ। ਜਦੋਂ ਸੰਤ ਬਾਬਾ ਜਰਨੈਲ ਸਿੰਘ ਨੂੰ ਪਤਾ ਲੱਗ ਗਿਆ ਕਿ ਸਾਰਾ ਫੈਸਲਾਕੁੰਨ ਲੜਾਈ ਉਹ ਹਾਰ ਤਾਂ ਗਏ ਨੇ, ਪਰ ਉਹ ਖਤਮ ਕਰਨਾ ਚਾਹੁੰਦੇ ਆ। ਬਾਬਾ ਜਰਨੈਲ ਸਿੰਘ ਵੀ ਸਮਰਪਣ ਕਰਨਾ ਨਹੀਂ ਸੀ ਚਾਹੁੰਦੇ। ਉਹਨਾਂ ਨੇ ਹਿੱਕ ਡਾਹ ਕੇ ਲੜਨ ਦਾ ਫੈਸਲਾ ਕੀਤਾ। ਅਤੇ ਇਤਿਹਾਸ ਕਹਿੰਦਾ, 4-5 ਰਾਈਟਰ ਸੇਮ ਗੱਲ ਲਿਖਦੇ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਉਸ ਵੇਲੇ ਅਕਾਲ ਤਖ਼ਤ ਸਾਹਿਬ 'ਚ 47 ਸਿੰਘ ਸੀਗੇ। ਅਤੇ ਸੰਤ ਬਾਬਾ ਜਰਨੈਲ ਸਿੰਘ ਨੇ ਕਿਹਾ ਕਿ ਭਈ ਸਿੰਘੋ, ਉਹ ਸਮਾਂ ਆ ਗਿਆ ਜਿਹਦੀ ਆਪਾਂ ਨੂੰ ਉਡੀਕ ਸੀਗੀ। ਤੁਸੀਂ ਸ਼ਹੀਦੀ ਦੀ ਗੱਲ ਕੀਤੀ ਸੀ ਨਾ, ਵੀ
ਲੋਕੀ ਕਹਿੰਦੇ ਸੰਤ ਸ਼ਹੀਦ ਹੋਣਾ ਚਾਹੁੰਦਾ ਸੀ। ਕੱਲੀ ਸ਼ਹੀਦ ਹੋਣ ਦੀ ਗੱਲ ਨਹੀਂ ਹੈ, ਸ਼ਹੀਦ ਇੱਕ ਮਰਤਬਾ ਹੈ, ਸਿੱਖੀ 'ਚ ਬਹੁਤ ਵੱਡਾ ਸਥਾਨ ਹੈ, ਧਰਮ ਦੀ ਦੁਨੀਆ 'ਚ ਸ਼ਹੀਦ ਦਾ ਵੱਡਾ ਸਥਾਨ ਹੈ। ਪਰ ਤੁਸੀਂ ਉਹ ਫੈਕਟ ਵੇਖਣਾ, 47 ਬੰਦਿਆਂ ਨੂੰ ਸੰਬੋਧਨ ਹੋ ਕੇ ਕਿਹਾ ਵੀ ਮੈਂ ਚੱਲਿਆ, ਜ਼ਰੂਰੀ ਨਹੀਂ ਹੈ ਤੁਸੀਂ ਸਾਰੇ ਮੇਰੇ ਨਾਲ ਆਓ, ਕਿਉਂਕਿ ਮੈਂ ਕੌਮ ਨੂੰ ਪ੍ਰੋਮਿਸ ਕੀਤਾ ਸੀ ਮੈਂ ਭੱਜਾਂਗਾ ਨਹੀਂ, ਮੈਂ ਗਦਾਰ ਨਹੀਂ ਹਾਂ ਕੌਮ ਦਾ, ਮੈਂ ਸਿਰ ਦੇਣਾ। ਉਹ ਗਾਉਂਦੇ ਹੁੰਦੇ ਸੀ ਕਿ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਇਹ ਕਹਿੰਦੇ ਸੀ ਉਹ ਲੋਕਾਂ ਨੂੰ ਉਹ ਦ੍ਰਿੜ ਕਰਾਉਂਦੇ ਸੀਗੇ ਕਿ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਉਹ ਕਿੱਦਾਂ ਛੱਡ ਸਕਦੇ ਸੀ? ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਾ ਸਕਦੇ ਹੋ ਅਤੇ ਮੈਂ ਚੱਲਿਆ, ਜਿਹਨੇ ਮੇਰੇ ਨਾਲ ਜਾਣਾ ਉਹ ਇੱਧਰ ਆ ਜਾਓ, ਅਤੇ ਜਿਹਨੇ ਪਿੱਛੇ ਮੁੜ ਕੇ ਜਾਣਾ ਕੋਈ ਗੁੱਸਾ ਗਿਲਾ ਨਹੀਂ ਹੈਗਾ। ਹੈਰਾਨ ਹੋ ਜੂਗੀ ਇਤਿਹਾਸ ਦੀ ਕਲਮ, ਔਰ ਲੋਕ ਹੈਰਾਨ ਹੋ ਜਾਣਗੇ ਕਿ 47 ਵਿੱਚੋਂ 35 ਬੰਦੇ ਉਹਦੇ ਨਾਲ, ਜਿਨ੍ਹਾਂ ਨੇ 15 ਸੈਕਿੰਡ ਬਾਅਦ ਮੌਤ ਦੇ ਗਲ ਲੱਗ ਜਾਣਾ ਸੀ, 35 ਬੰਦੇ 47 'ਚ ਉਹਦੇ ਨਾਲ ਤੁਰਦੇ ਨੇ। ਕੋਈ ਦੁਨੀਆ ਦਾ, ਭਾਰਤੀ ਫੌਜ ਦਾ ਇੱਕ ਜਰਨੈਲ ਵੀ ਲੈ ਆਵੇ ਜਿਹੜਾ ਕਵੇ ਹਾਂ ਮੈਂ ਚੱਲਿਆ ਮਰਨ ਵਾਸਤੇ, 15 ਸਕਿੰਟਾਂ ਬਾਅਦ ਮੈਂ ਮਰ ਜਾਣਾ, ਅਤੇ ਮੇਰੇ ਨਾਲ ਦੇ 35 ਕਹਿਣ ਹਾਂ ਅਸੀਂ ਵੀ ਤੇਰੇ ਨਾਲ ਮਰਨ ਨੂੰ ਤਿਆਰ। ਇਹ ਪਾਗਲਪਨ ਹੈ, ਇਹ ਜਜ਼ਬਾ ਹੈ, ਇਹ ਸਿੱਖੀ ਹੈ, ਇਹ ਸ਼ਹਾਦਤ ਦਾ ਮਰਾਤਬਾ ਹੈ। ਇਹਨਾਂ ਚੀਜ਼ਾਂ ਤੋਂ ਹੌਸਲੇ ਮਿਲਦੇ ਨੇ, ਇਹਨਾਂ ਚੀਜ਼ਾਂ ਤੋਂ ਜਜ਼ਬੇ ਬਣਦੇ ਨੇ, ਸਿਧਾਂਤ ਲਿਖੇ ਜਾਂਦੇ ਨੇ, ਇਤਿਹਾਸ ਇਹਨਾਂ ਚੀਜ਼ਾਂ ਦੇ ਨਾਲ ਹੀ ਜਿਹੜੇ ਹੈ ਲਿਖੇ ਜਾਂਦੇ ਨੇ। ਕੌਮ ਜਿੰਦਾ ਰਹਿੰਦੀ ਹੈ। ਸੰਤ ਜਰਨੈਲ ਸਿੰਘ ਕੌਮ ਦੀ ਹੋਂਦ ਦੀ ਲੜਾਈ ਵੀ ਲੜ ਰਿਹਾ ਸੀ ਨਾ, ਕਿਉਂਕਿ ਉਹ ਸਲਤਨਤ ਚਾਹੁੰਦੀ ਹੈ ਜੁੱਤੀ ਦੀ ਨੋਕ 'ਤੇ ਸਿਰ ਝੁਕਾ ਕੇ ਥੱਲੇ ਰਹੋ, ਆਪਣੀ ਹੋਂਦ ਖਤਮ ਕਰੋ, ਤੁਹਾਡੀ ਵਿਲੱਖਣਤਾ ਖਤਮ ਕੀਤੀ ਜਾਏਗੀ, ਅਸੀਂ ਜਿੱਦਾਂ ਕਹਿੰਦੇ ਉੱਦਾਂ ਕਰੋ, ਅਸੀਂ ਕਹਿੰਦੇ ਤੁਸੀਂ ਹਿੰਦੂ ਧਰਮ ਦਾ ਅੰਗ, ਤੁਸੀਂ ਹਿੰਦੂ ਧਰਮ ਦਾ ਅੰਗ ਹੋ। ਉਹ ਆਪਣੀ ਹੋਂਦ ਦੀ ਲੜਾਈ ਵੀ ਤਾਂ ਲੜ ਰਿਹਾ ਸੀ ਨਾ। ਉਹਨਾਂ ਨੇ ਸ਼ਹੀਦੀ ਦੇ ਕੇ ਸਿੱਖ ਕੌਮ ਦੀ ਹੋਂਦ ਬਰਕਰਾਰ ਰੱਖੀ। ਜਿਨ੍ਹਾਂ ਦੇ ਗੁਰੂ ਆਪਣਾ ਸਿਰ ਦੇ ਕੇ ਦੂਜੀ ਕੌਮ ਬਚਾ ਸਕਦੇ ਸੀ, ਉਸ ਕੌਮ ਦਾ ਜਰਨੈਲ ਆਪਣਾ ਸਿਰ ਦੇ ਕੇ ਆਪਣੀ ਕੌਮ ਨਹੀਂ ਸੀ ਬਚਾ ਸਕਦਾ। ਬਾਬਾ ਜਰਨੈਲ ਸਿੰਘ ਜੀ ਸ਼ਹੀਦ ਹੋਏ ਪਏ ਨੇ, ਅੱਖਾਂ ਦੇ ਸਾਹਮਣੇ ਉਹ ਦ੍ਰਿਸ਼ ਵੀ ਆ ਜਾਂਦੇ ਨੇ, ਵੱਡੇ ਭਰਾਤਾਂ ਨੇ ਲਾਸ਼ ਵੀ ਪਹਿਚਾਣ ਲਈ, ਫਿਰ ਵੀ ਕਿਉਂ ਇਹ ਲਗਾਤਾਰ ਪ੍ਰਚਾਰਿਆ ਜਾ ਰਿਹਾ ਸੀਗਾ ਵੀ ਹਾਂ ਬਾਬਾ ਜੀ ਚੜ੍ਹਦੀ ਕਲਾ ਵਿੱਚ ਨੇ? ਕੋਈ ਕਹਿੰਦਾ ਪਾਕਿਸਤਾਨ ਚਲੇ ਗਏ, ਕੋਈ ਅਮਰੀਕਾ ਚਲੇ ਗਏ, ਕੋਈ ਰੂਸ ਨੂੰ ਨਿਕਲ ਗਏ, ਇੱਦਾਂ ਦੀਆਂ ਚੀਜ਼ਾਂ। ਮੈਂ ਦੋਵੇਂ ਕੰਨ ਫੜ ਕੇ ਸਮੁੱਚੀ ਸਿੱਖ ਕੌਮ ਤੋਂ ਮਾफ़ੀ ਮੰਗ ਕੇ ਅੱਜ ਇੱਕ ਗੱਲ ਕਹਿਣੀ ਹੈ। ਬਹੁਤ ਲੋਕਾਂ ਨੂੰ ਗੁੱਸਾ ਲੱਗਣਾ ਅਤੇ ਬੜਿਆਂ ਨੂੰ ਮਿਰਚਾਂ ਵੀ ਲੱਗਣੀਆਂ, ਪਰ ਹੈ ਸਖਤ, ਪਰ ਕੌੜੀ ਸੱਚਾਈ। ਵੀਰੇ, ਜਿਹੜਾ ਕੌਮ ਦਾ ਸ਼ਹੀਦ ਹੁੰਦਾ ਨਾ, ਕੌਮ ਦਾ ਫਰਜ਼ ਬਣਦਾ ਉਹਦੇ ਪਰਿਵਾਰ ਨੂੰ ਸੋਨੇ ਦਾ ਘਰ ਬਣਾ ਕੇ ਦਿਓ। ਮੈਂ ਕਹਿੰਦਾ ਜੇ ਤੁਹਾਡੇ 'ਚ ਕਪੈਸਿਟੀ ਹੈ ਤਾਂ ਸ਼ਹੀਦ ਦੇ ਪਰਿਵਾਰ ਲਈ ਸੋਨੇ ਦਾ ਘਰ ਬਣਾ ਕੇ ਦਿਓ, ਉਹਨਾਂ ਦੇ ਭਾਂਡੇ ਸੋਨੇ ਦੇ ਬਣਾ ਕੇ ਦਿਓ, ਉਹਨਾਂ ਦੇ ਮੰਜੇ ਬਿਸਤਰੇ ਸੋਨੇ ਦੇ ਬਣਾ ਕੇ ਦਿਓ, ਪਰ ਉਹਨਾਂ ਦੇ ਪਰਿਵਾਰ ਨੂੰ ਕੌਮ ਦਾ ਆਗੂ ਇਸ ਲਈ ਨਾ ਥਾਪੋ ਕਿ ਇਹ ਸ਼ਹੀਦ ਪਰਿਵਾਰ ਦਾ ਬੰਦਾ ਹੈ। ਇਹ ਤਜਰਬਾ ਅਸੀਂ ਬਹੁਤ ਕੌੜਾ ਸਾਡੀ ਕੌਮ ਨੇ ਹੰਡਾਇਆ। ਇਹਨਾਂ ਦੇ ਜੀ 3 ਭਰਾ ਸ਼ਹੀਦ ਹੋਏ ਨੇ, ਉਹ ਸ਼ਹੀਦ ਹੋਏ ਨੇ ਕੌਮੀ ਜਜ਼ਬੇ ਵਿੱਚ। ਜ਼ਰੂਰੀ ਨਹੀਂ ਹੈ ਕਿ ਉਹਦੇ ਪਰਿਵਾਰ ਦਾ ਉਹ ਬੰਦਾ ਜਿਹੜਾ ਉਹ ਵੀ ਉਹਨੇ ਜਜ਼ਬੇ ਵਾਲਾ ਹੋਵੇ। ਅਸੀਂ ਗੁਰੂ ਕਾਲ ਤੋਂ ਇਤਿਹਾਸ ਪੜ੍ਹਿਆ, ਸਿੱਖ ਇਤਿਹਾਸ। ਜ਼ਰੂਰੀ ਨਹੀਂ ਹੈ ਕਿ ਜਿਹੜਾ ਪਿਓ ਬਹੁਤ ਵਧੀਆ ਉਹ ਪੁੱਤ ਵੀ ਹੋਵੇ, ਜਿਹੜਾ ਪੁੱਤ ਵਧੀਆ ਉਹਦਾ ਪਿਓ ਵੀ ਹੋਵੇ। ਹੁਣ ਹੋਇਆ ਕੀ ਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਦੀ ਜਥੇਬੰਦੀ, ਸੰਤ ਬਾਬਾ ਜਰਨੈਲ ਸਿੰਘ ਜੀ ਦੇ ਪਿਤਾ ਜੀ, ਸੰਤ ਬਾਬਾ ਜਰਨੈਲ ਸਿੰਘ ਦੇ ਪਰਿਵਾਰ ਦੇ ਮੈਂਬਰ ਜਸਵੀਰ ਸਿੰਘ ਰੋਡੇ ਬਾਰੇ ਤਾਂ ਹੁਣ 300 ਪੇਜਾਂ ਦੀਆਂ ਕਿਤਾਬਾਂ ਲਿਖੀਆਂ ਗਈਆਂ। MK ਧਰ ਨੇ ਕਲੀਅਰ ਕੱਟ ਹੀ ਲਿਖਤਾ, ਬਜਾਏ ਉਸ ਗੱਲ ਦਾ ਕੋਈ ਜਵਾਬ ਦੇਣ ਦੇ ਅੱਜ ਮੇਰੀ ਕੌਮ ਦੇ ਉਹ ਰਹਿਬਰ ਬਣੇ ਪਏ ਨੇ। ਉਹਨਾਂ ਲੋਕਾਂ ਨੇ ਇਹ ਕੌਨਸਪੀਰੈਂਸੀ ਕ੍ਰੀਏਟ ਕੀਤੀ ਸਰਕਾਰ ਦੇ ਇਸ਼ਾਰੇ 'ਤੇ, ਕਿਉਂਕਿ ਇੱਕ ਗੱਲ ਮੰਨ ਕੇ ਚੱਲੋ, ਕੁਲਦੀਪ ਬਰਾੜ ਇਹ ਗੱਲ ਬਹੁਤ ਮੇਰੇ ਖਿਆਲ ਨਾਲ 10 ਤੋਂ 15 ਵਾਰੀ ਲਿਖਦਾ। ਜਦੋਂ ਉਹਨੂੰ ਇਹ ਸਵਾਲ ਪੁੱਛਿਆ ਜਾਂਦਾ ਵੀ ਇੰਨੀ ਕਾਹਲੀ ਕਿਉਂ ਕੀਤੀ, 2 ਦਿਨ ਰੁਕ ਜਾਂਦੇ ਜਾਂ ਹੋਰ ਲੰਮਾ ਕਰ ਲੈਂਦੇ, ਉਹ ਇਹ ਗੱਲ ਲਿਖਦਾ ਹੈ ਵੀ ਸਾਨੂੰ ਕਾਹਲੀ ਇਸ ਗੱਲ ਦੀ ਸੀਗੀ। 10 ਵਾਰੀ ਲਿਖਦਾ ਹੈ ਕਿ ਪੰਜਾਬ ਦੇ ਸਾਰੇ ਲੋਕਾਂ ਨੇ ਸੰਤ ਜਰਨੈਲ ਸਿੰਘ ਹੋਣਾ ਨੇ ਕਿਉਂਕਿ ਬੋਲਿਆ ਸੀਗਾ ਕਿ ਜਦੋਂ ਦਿੱਲੀ ਹਮਲਾ ਕਰੇਗੀ ਤੁਸੀਂ ਆ ਜਿਓ। ਉਹ ਕਹਿੰਦੇ ਸਾਨੂੰ ਖਦਸ਼ਾ ਸੀ ਕਿ ਕਰੋੜਾਂ ਲੋਕ, ਲੱਖਾਂ ਦੀ ਤਾਦਾਦ 'ਚ, ਕਰੋੜਾਂ ਦੀ ਤਾਦਾਦ 'ਚ ਜਦੋਂ ਲੋਕ ਸਾਡੇ ਵੱਲ ਆਉਣਗੇ ਅਸੀਂ ਕਰਾਂਗੇ ਕੀ, ਅਸੀਂ ਕੀ ਕਰਾਂਗੇ। ਹੁਣ ਇੱਕ ਗੱਲ ਕਲੀਅਰ ਜੀ ਹੈ ਕਿ ਸਰਕਾਰ ਦੇ ਮਨ ਵਿੱਚ ਇਹ ਗੱਲ ਸੀਗੀ ਕਿ ਇਸ ਬੰਬ ਚਲਾਉਣ ਤੋਂ ਬਾਅਦ, ਅਕਾਲ ਤਖਤ ਢਹਿਣ ਤੋਂ ਬਾਅਦ ਜਦੋਂ ਸਿੱਖ ਇਹਨੂੰ ਵੇਖਣਗੇ, ਸਿੱਖਾਂ ਅੰਦਰ ਇੱਕ ਜਵਾਲਾ ਬਣੇਗੀ, ਰੋਹ ਜਾਗੇਗਾ ਜਿਹੜਾ ਸਰਕਾਰ ਨੂੰ ਨਿਸਤਨਾਬੂਦ ਕਰ ਦੂਗਾ। ਉਹਨਾਂ ਨੇ ਇੱਕ ਕੌਨਸਪੀਰੈਂਸੀ ਤਿਆਰ ਕੀਤੀ ਵੀ ਲੋਕਾਂ ਦੇ ਦਿਲ ਨੂੰ ਇੱਕ ਠੰਡਕ ਪਹੁੰਚੇ
ਕਿ ਸੰਤ ਤਾਂ ਜੇ ਜੀਂਦੇ ਨੇ ਕੋਈ ਨਹੀਂ, ਲੜਾਈ ਬਾਅਦ 'ਚ ਲੜਾਂਗੇ, ਉਹ ਆਉਣਗੇ ਪ੍ਰੋਗਰਾਮ ਦੇਣਗੇ, ਆਪਾਂ ਫੇਰ ਲੜਾਂਗੇ। ਇਹ ਕੰਮ ਨੂੰ ਮੱਠਾ ਪਾਇਆ ਜਾਵੇ। ਔਰ ਦੁੱਖ ਨਾਲ ਕਹਿਣਾ ਪੈਂਦਾ ਕਿ ਇਸ ਗੱਲ ਦੇ ਵਿੱਚ, ਇਸ ਕੌਨਸਪੀਰੈਂਸੀ ਦੇ ਵਿੱਚ ਉਹਨਾਂ ਦਾ ਸਾਥ, ਉਹਨਾਂ ਦੀ ਜਥੇਬੰਦੀ, ਉਹਨਾਂ ਦਾ ਸਾਥ ਉਹਨਾਂ ਦੇ ਪਰਿਵਾਰ ਨੇ ਦਿੱਤਾ, ਜਿਹਦੀ ਵਜ੍ਹਾ ਕਰਕੇ ਉਹਨਾਂ ਦੀ ਸ਼ਹਾਦਤ ਕਈ ਸਾਲ ਜਿਹੜੀ ਹੈ ਉਹ ਰੁਲੀ ਸ਼ਬਦ ਨਹੀਂ, ਕੋਈ ਦੁਨੀਆ ਦੀ ਤਾਕਤ ਉਹਦੀ ਸ਼ਹਾਦਤ ਨੂੰ ਰੋਲ ਨਹੀਂ ਸਕਦਾ, ਪਰ ਮੈਨੂੰ ਇੰਝ ਲੱਗਦਾ ਫਿੱਕਾ ਜ਼ਰੂਰ ਕੀਤਾ। ਫਿੱਕਾ ਕੀਤਾ ਹੈ। ਤੇ ਹੁਣ ਨੌਜਵਾਨਾਂ ਦੇ ਲਗਭਗ ਜਿਹੜੇ ਸਵਾਲਾਂ ਦੇ ਜਵਾਬ ਤੁਸੀਂ ਦੇ ਹੀ ਦਿੱਤੇ ਨੇ, ਹੁਣ ਕਹਿਣਾ ਕੀ ਚਾਹੁੰਦੇ ਹੋ ਅੱਗੇ? ਕਿਉਂਕਿ ਲਿਟਰੇਚਰ ਪੜ੍ਹਨ ਦੀ ਬਹੁਤ ਜ਼ਿਆਦਾ ਘਾਟ ਹੈ, ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕੀਤੇ ਜਾ ਰਹੇ ਨੇ, ਸੋਸ਼ਲ ਮੀਡੀਆ ਤੇ ਸਾਰਾ ਦਿਨ ਫੇਸਬੁੱਕ ਨੂੰ ਉੱਪਰ ਨੂੰ ਚਾੜ ਲਿਆ, ਹੇਠਾਂ ਨੂੰ ਲਾ ਲਿਆ, ਕਈਆਂ ਦੇ ਆਪੋ ਆਪਣੇ ਫਾਲੋਅਰ ਬਣੇ ਹੋਏ ਨੇ, ਇੰਝ ਲੱਗਦਾ ਵੀ ਇਹ ਸੱਚ ਹੀ ਬੋਲਦਾ ਹੈ, ਬਸ ਇਹੀ ਸਹੀ ਲਿਖਦਾ ਤੇ ਇਹੀ ਸਹੀ ਪ੍ਰਚਾਰ ਕਰ ਸਕਦਾ। ਇਦਾਂ ਦੇ ਵੀ ਅਨੇਕਾਂ ਸਵਾਲ ਨੇ, ਸਾਨੂੰ ਹੁਣ ਅੱਗੇ ਕੀ ਕਰਨਾ ਚਾਹੀਦਾ? ਦੇਖੋ, ਸਿੱਖਾਂ ਨੇ 1984 ਤੋਂ ਬਾਅਦ ਐਨਾਲਿਸਿਸ ਨਹੀਂ ਕੀਤਾ। ਸਿਰ ਜੋੜ ਕੇ ਸਿੱਖ ਕੌਮ ਨਹੀਂ ਬੈਠੀ ਕਿ ਭਾਈ ਕੀ ਖੱਟਿਆ ਕੀ ਗਵਾਇਆ, ਪਰ ਦਿੱਲੀ ਜ਼ਰੂਰ ਬੈਠੀ। ਉਹਨਾਂ ਕੋਲ ਤਾਂ ਥਿੰਕ ਟੈਂਕਸ ਨੇ, ਉਹ ਤਾਂ ਬੈਠਣਗੇ। ਉਹਨਾਂ ਨੇ ਜੋ ਜੋ ਦੇਖਿਆ, ਸਿੱਖਾਂ ਦੀ ਤਾਕਤ ਕੀ ਹੈ, ਸਿੱਖਾਂ ਦੀ ਰੀੜ੍ਹ ਦੀ ਹੱਡੀ ਕੀ ਹੈ, ਉਹਨਾਂ ਨੇ ਚੈੱਕ ਕੀਤਾ। ਸਿੱਖਾਂ ਦੀ ਰੀੜ੍ਹ ਦੀ ਹੱਡੀ ਹੈ ਅਕਾਲ ਤਖਤ। ਅਕਾਲ ਤਖਤ ਦਾ ਜਥੇਦਾਰ ਜਦੋਂ ਇਸ਼ਾਰਾ ਕਰਦਾ ਤੇ ਸਾਰੀ ਕੌਮ ਮਰਨ ਲਈ ਤਿਆਰ ਹੋ ਜਾਂਦੀ ਹੈ। ਉਹ ਕਹਿੰਦੇ ਇਹੋ ਜਿਹੇ ਜਥੇਦਾਰ ਲਾਓ, ਇਹੋ ਜਿਹੇ ਫੈਸਲੇ ਕਰਾਓ ਕਿ ਕੌਮ ਹੀ ਜਥੇਦਾਰਾਂ ਦੇ ਛਿੱਤਰ ਮਾਰੇ। ਇਹ ਹੋਇਆ। ਲੋਕਾਂ ਨੇ ਮਨਾਂ ਵਿੱਚੋਂ ਅਕਾਲ ਤਖਤ ਦਾ ਸਤਿਕਾਰ ਘਟਿਆ, ਜਥੇਦਾਰਾਂ ਦਾ ਸਤਿਕਾਰ ਘਟਿਆ। ਉਹਦੀ ਵਜ੍ਹਾ ਸਰਕਾਰ ਹੈ ਤੇ ਜਾਂ ਜਥੇਦਾਰ ਆਪ ਨੇ। ਇੱਕ ਦੂਜੀ ਗੱਲ, ਐਨਾਲਿਸਿਸ ਵਿੱਚੋਂ ਨਿਕਲਿਆ ਕਿ ਦਮਦਮੀ ਟਕਸਾਲ ਜਿਹੜੀ ਹੈ ਉਹ ਯੋਧੇ ਪੈਦਾ ਕਰਦੀ ਹੈ। ਉਹਨਾਂ ਨੇ ਦਮਦਮੀ ਟਕਸਾਲ 'ਚ ਇਹੋ ਜਿਹਾ ਰਲਾ ਪੈਦਾ ਕੀਤਾ ਕਿ ਉਹ ਦਮਦਮੀ ਟਕਸਾਲ ਅੱਜ ਬਾਦਲਾਂ ਵਰਗਿਆਂ ਦੀਆਂ ਅਰਦਾਸਾਂ ਦੇ ਲਈ ਹੱਥ ਜੋੜ ਕੇ ਖੜੀ ਹੈ, ਜਾਂ ਉਹਨਾਂ ਦੇ ਭੁੰਜੇ ਪੈਂਦੀ ਜਾ ਕੇ। ਉਹ ਰਲਾ ਪਾਇਆ। ਟਕਸਾਲ ਮਾੜੀ ਨਹੀਂ ਹੈ, ਟਕਸਾਲ ਯੋਧਿਆਂ ਦੀ ਖਾਨ ਹੈ, ਪਰ ਜਦੋਂ ਦੁਸ਼ਮਣ ਡਿਲਿਊਟ ਕਰਦਾ, ਜਦੋਂ ਦੁਸ਼ਮਣ ਪਤਲਾਪਨ ਲਿਆਉਂਦਾ ਵਿੱਚ, ਉਹ ਬਹੁਤ ਸਾਰੀਆਂ ਚੀਜ਼ਾਂ ਉਹ 'ਚ ਵਾਪਰਦੀਆਂ। ਟਕਸਾਲ ਤਾਂ ਕੌਮ ਦੀ ਜਥੇਬੰਦੀ ਹੈ। ਹੁਣ ਕੀ ਦੇਖਦੀ ਹੈ ਸਰਕਾਰ ਨੇ? ਦੇਖਿਆ ਵੀ ਜਿਹੜੇ ਸੰਤ ਨੇ, ਇਹ ਬਹੁਤ ਲੋਕਾਂ ਦੇ ਮਨਾਂ ਵਿੱਚ ਸੰਤਾਂ ਦਾ ਸਤਿਕਾਰ ਹੈਗਾ। ਤੁਸੀਂ 84 ਤੋਂ ਮਗਰੋਂ ਵੇਖੋਗੇ ਇਹੋ ਜਿਹੇ ਸੰਤ ਸਮਾਜ ਵਿੱਚ ਲਿਆਂਦੇ ਗਏ ਜਿਨ੍ਹਾਂ ਨੇ ਅੱਤ ਦਰਜੇ ਦੇ ਘਿਨਾਉਣੇ ਕੰਮ ਕੀਤੇ। ਲੋਕਾਂ ਦੀ ਮਾਨਸਿਕਤਾ 'ਚੋਂ ਇਹ ਵੀ ਖਤਮ ਹੋ ਗਿਆ ਕਿ ਇਹ ਸਾਰੇ ਸਾਧ ਗੰਦ ਹੁੰਦੇ ਨੇ, ਕਿਉਂਕਿ ਕੰਮ ਇਹੋ ਜਿਹੇ ਕਰਾਏ ਗਏ ਉਹਨਾਂ ਤੋਂ। ਉਹਨਾਂ ਮਾੜੇ ਕੰਮਾਂ ਵਾਲੇ ਸੰਤਾਂ ਦੀ ਵਜ੍ਹਾ ਕਰਕੇ ਚੰਗੇ ਕੰਮਾਂ ਵਾਲੇ ਸੰਤਾਂ ਨੂੰ ਵੀ ਜਿਹੜਾ ਆਟੇ ਨੂੰ ਪਲੇਥਣ ਲੱਗ ਗਿਆ। ਇਹ ਐਨਾਲਿਸਿਸ ਵਿੱਚੋਂ ਨਿਕਲੀਆਂ ਹੋਈਆਂ ਚੀਜ਼ਾਂ ਨੇ। ਹੌਲੀ ਹੌਲੀ ਕੀ ਹੋਇਆ, ਇੱਕ ਗੰਦਾ ਸੱਭਿਆਚਾਰ, ਕਿਉਂਕਿ ਅਣਖ ਗੈਰਤ ਦੇ ਪ੍ਰਤੀਕ ਹੈ ਪੰਜਾਬੀਅਤ, ਸਿੱਖ। ਇੱਥੇ ਤੁਸੀਂ ਦੇਖਿਆ ਹੋਣਾ ਕਿ ਪੀਐਸ ਗਿੱਲ ਹੋਰਾਂ ਨੇ ਮਗਰੋਂ ਸੱਭਿਆਚਾਰਕ ਮੁਕਾਬਲਿਆਂ ਦਾ ਇੱਕ ਦੌਰ ਸ਼ੁਰੂ ਕੀਤਾ, ਜਿੱਥੇ ਹੌਲੀ ਹੌਲੀ ਇਹ ਸਿੱਧੂ ਮੂਸੇਵਾਲਾ ਕਲਚਰ, ਕਈ ਵਾਰੀ ਮੈਨੂੰ ਕਹਿ ਦਿੰਦੇ ਤੁਸੀਂ ਸਿੱਧੂ ਮੂਸੇਵਾਲੇ ਦੇ ਖਿਲਾਫ, ਮੈਂ ਨਹੀਂ ਕਹਿੰਦੇ ਭਾਈ। ਕਲਚਰ ਮਤਲਬ ਉਹ ਸਾਰੀ ਸ਼੍ਰੇਣੀ ਜਿੰਨੇ ਵੀ ਆ, ਉਹ 'ਚ ਕੋਈ ਬੱਬੂ ਮਾਨ ਹੋਵੇ, ਭਾਵੇਂ 2-2 3-3 ਗਾਣੇ, ਕਈ ਵਾਰੀ ਉਹ ਸਿੱਖਾਂ ਦੇ ਜਾਂ ਕਿਸਾਨਾਂ ਦੇ ਵੀ, ਮੈਂ ਕਹਿੰਦਾ 1-2 ਗਾਣਿਆਂ ਨਾਲ ਫਰਕ ਨਹੀਂ ਪੈਣਾ। ਤੁਸੀਂ ਇਹ ਦੇਖੋ ਵੀ ਤੁਸੀਂ ਪਹਿਲਾਂ ਕਿਹੜੀ ਕੜੀ ਘੋਲੀ ਹੈ, ਉਹਨੇ ਸਿੱਖ ਨੌਜਵਾਨ ਦੀ ਮਾਨਸਿਕਤਾ 'ਤੇ ਕੀ ਅਸਰ ਕੀਤਾ। ਅੱਜ ਕਿਹੜੇ ਸਿੱਖ ਨੌਜਵਾਨ ਨੂੰ ਪਤਾ ਹੈ ਕਿ ਪਾਣੀਆਂ ਦਾ ਰੌਲਾ ਅਜੇ ਤੱਕ ਉੱਦਾਂ ਹੀ ਹੈ, ਚੰਡੀਗੜ੍ਹ ਦੀ ਰਾਜਧਾਨੀ ਦਾ ਉੱਦਾਂ ਹੀ ਆ। ਸਾਡੇ ਗਾਣਿਆਂ ਨੇ, ਸਾਡੇ ਜਿਹੜੇ ਇੰਟਰਟੇਨਮੈਂਟ ਦੇ ਨਾਂ 'ਤੇ ਜਿਹੜਾ ਸੈਕਸ ਦਾ ਜ਼ਹਿਰ ਸਾਨੂੰ ਪਰੋਸਿਆ ਗਿਆ, ਉਹਦੇ 'ਚ ਇੱਕੋ ਗੱਲ ਸਮਝ ਲੱਗੀ, ਹਾਏ ਆ ਕੁੜੀ ਹੈ, ਇਹਦੇ ਨਾਲ ਮੇਰਾ ਵਿਆਹ ਹੋ ਜੇ, ਇਹਦੇ ਲਈ ਮੈਂ ਤੈਨੂੰ ਚੁੱਕ ਲੂੰਗਾ, ਫਲਾਣੇ ਨੂੰ ਗੋਲੀ ਮਾਰ ਦੂੰ, ਉਹਨੂੰ ਧਰ ਦੂੰਗਾ। ਉਹ ਜਿਹੜੀ ਅਣਖ ਗੈਰਤ, ਜਿਹੜਾ DNA 'ਚ ਗਰਮੀ ਸੀ, ਉਹ ਗੈਂਗਸਟਰ ਬਣਨ ਵੱਲ ਨੂੰ ਗਈ, ਯੋਧੇ ਬਣਨ ਵੱਲ ਨੂੰ ਨਹੀਂ ਗਈ, ਕਿਉਂਕਿ ਤੁਹਾਡੇ DNA 'ਚ ਹੈ ਜੁਝਾਰੂਪਣ। ਹੁਣ ਉਹ ਤੁਸੀਂ ਕੁੜੀਆਂ ਮਗਰ ਲੜ ਕੇ, ਨਸ਼ਿਆਂ ਮਗਰ ਲੜ ਕੇ, ਲੀਡਰਾਂ ਮਗਰ ਲੜ ਕੇ ਗਵਾਉਣਾ, ਕਿ ਜਾਂ ਤੁਸੀਂ ਆਪਣੇ ਪੰਥ ਮਗਰ। ਉਹ ਪੰਥ ਏਜੰਡੇ ਤੋਂ ਲੈ ਗਿਆ। ਅੱਜ ਸ਼ਰਮ ਆਉਂਦੀ ਹੈ ਕਿ ਜਦੋਂ ਇਲੈਕਸ਼ਨ ਹੁੰਦੀ ਹੈ ਤੇ ਲੀਡਰਾਂ ਨੂੰ ਲੋਕੀ ਪੁੱਛਦੇ, ਜੀ ਡੇਰਾ ਵੋਟ ਕਿੱਥੇ ਪਏਗੀ ਤੇ ਤੁਸੀਂ ਜਿੱਤ ਜਾਓਗੇ ਕਿ ਹਾਰ ਜਾਓਗੇ? ਇਹ ਡੇਰਾ ਫੈਕਟਰ, ਉਹ ਪੰਥ ਪੰਜਾਬ 'ਚ ਰਹਿੰਦਾ, ਕੋਈ ਫੈਕਟਰੀ ਨਹੀਂ ਬਚਿਆ। ਕੋਈ ਕਿਸੇ ਲੀਡਰ ਨੂੰ ਪੁੱਛਦਾ ਜੀ ਸਿੱਖ ਵੋਟ ਦਾ ਕੀ ਕਰਨਾ? ਸਿੱਖਾਂ ਦੀਆਂ ਮੰਗਾਂ ਨੇ, ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਈ ਹੈ, ਔਰ ਇਹ ਲੀਡਰ ਤਮਾਸ਼ੇ ਕਰ ਰਹੇ ਨੇ। ਕੋਈ ਕਹਿੰਦਾ ਮਤਲਬ ਹੀ ਨਹੀਂ ਹੈਗਾ। ਜਿਹੜੇ ਅਨੰਦਪੁਰ ਦੇ ਮਤੇ ਦੀਆਂ ਮੰਗਾਂ ਸੀ, ਉਹੀ ਅੱਜ ਕਿਸਾਨੀ ਮਸਲੇ 'ਤੇ ਓਡਾ ਹੀ ਮਸਲਾ ਖੜਾ ਪਿਆ। ਸੋ ਮਸਲਾ ਵੀਰੇ ਇਸ ਗੱਲ ਦਾ ਹੈ, ਸਿੱਖ ਨੌਜਵਾਨ ਨੂੰ ਉਹ ਲੱਚਰਪੁਣੇ ਦੇ ਗਾਣਿਆਂ ਵਾਲੇ ਪਾਸਿਓਂ ਹਟ ਕੇ ਪੱਬਜੀ ਵਾਲੇ, ਵੇਖੋ ਪੱਬਜੀ 'ਤੇ ਵੀ ਬੰਦੇ ਹੀ ਮਰਦੇ ਨੇ, ਉਹ ਜੋਸ਼ ਸਾਰਾ ਨਿਕਲਦਾ ਜਾ ਰਿਹਾ। ਪੌਰ ਇੰਡਸਟਰੀ ਆ ਗਈ, ਸਾਡੀ ਜਵਾਨੀ ਜਿਹੜੀ ਹੈ ਉਹ ਖੋਖਲੀ ਹੋਈ ਜਾ ਰਹੀ ਹੈ, ਸਾਡੇ ਕਿਰਦਾਰ ਮਰਦੇ ਜਾ ਰਹੇ ਨੇ। ਸਾਡੇ ਵਿੱਚ ਉਹ ਬਾਬਾ ਜਰਨੈਲ ਸਿੰਘ ਵਰਗੇ ਯੋਧੇ, ਕਿਉਂਕਿ ਸਵਾਲ ਤਾਂ ਫਿਰ ਉੱਡਾ ਹੀ ਆਉਣਾ ਨਾ ਕਿ ਟਕਸਾਲ ਨੇ ਬਾਬਾ ਜਰਨੈਲ ਸਿੰਘ ਪੈਦਾ ਕੀਤਾ ਸੀ, ਤੇ ਪਿਛਲੇ 30-37 ਸਾਲਾਂ 'ਚ ਕੀ ਪੈਦਾ ਕੀਤਾ? ਅੱਜ ਕਿਉਂ ਨਹੀਂ ਕਿਸੇ ਨੇ ਮੰਗਿਆ ਸਾਡਾ ਚੰਡੀਗੜ੍ਹ ਦਾ? ਅੱਜ ਕਿਉਂ ਨਹੀਂ ਕਿਸੇ ਨੇ ਮੰਗਿਆ ਸਾਡੇ ਪਾਣੀਆਂ ਦੀ ਰਾਇਲਟੀ ਦਾ? ਅੱਜ ਕਿਉਂ ਨਹੀਂ ਕਿਸੇ ਨੇ ਮੰਗਿਆ ਕਿ ਭਾਈ ਉਹ ਫੈਡਰਲ ਸਟੇਟ ਦਾ ਕੀ ਬਣਿਆ?
ਉਹ ਫੈਡਰਲ ਸਟਰਕਚਰ ਦਿਓ। ਜੀ ਅੱਜ ਸੁੱਖ ਦਾ ਸਾਹ ਮਿਲਿਆ ਕਿ ਜਦੋਂ ਪੰਜਾਬ ਦੇ ਕਿਸਾਨ ਦੀ ਥਾਲੀ ਵਿੱਚੋਂ ਰੋਟੀ ਦੀ ਬੁਰਕੀ ਚੱਕੀ ਗਈ ਜੀ ਵੱਡੇ ਪੱਧਰ ਤੇ, ਇਹ ਮੈਂ ਪੋਜ਼ਿਟਿਵ ਕਹੂੰਗਾ ਸਮੁੱਚੀ ਕੌਮ ਲਈ, ਕਿਉਂਕਿ ਜਿਹੜਾ ਪੂਰੀ ਦੁਨੀਆ ਵਿੱਚ ਵਸਦਾ ਹੋਇਆ ਸਿੱਖ ਭਾਈਚਾਰਾ, ਸਿੱਖ ਡਾਇਸਪੋਰਾ ਹੈ, ਉਹਦੀ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਆ, ਬਹੁਤ ਸਾਰੀਆਂ ਉਹਦੀਆਂ ਮਾੜੀਆਂ ਗੱਲਾਂ ਵੀ, ਪਰ ਉਹ ਤਾਕਤ ਬਣ ਕੇ ਉਹਨੇ ਮੋਰਚੇ ਨੂੰ ਵੱਡੀ ਤਾਕਤ ਦਿੱਤੀ ਕਿ ਨੌਜਵਾਨ ਜਾਗਿਆ ਤੇ ਲੜਾਈ ਫੇਰ ਦੁਬਾਰਾ ਦਿੱਲੀ ਵਰਸਸ ਪੰਜਾਬ ਬਣੀ। ਮੈਨੂੰ ਕੋਈ ਇੱਕ ਸ਼ੱਕ ਨਹੀਂ ਹੈ ਕਿ ਲੜਾਈ ਅਸਲ 'ਚ ਅੱਜ ਵੀ ਦਿੱਲੀ ਵਰਸਸ ਪੰਜਾਬ ਹੈ। ਠੀਕ ਹੈ, ਅਸੀਂ ਚਾਹੁੰਦੇ ਹਾਂ ਅੰਦੋਲਨ ਭਾਰਤ ਪੱਧਰ ਦਾ ਫੈਲੇ, ਸਰਕਾਰ 'ਤੇ ਦਬਾਅ ਵਧੇ, ਸਰਕਾਰ ਸਾਡੀਆਂ ਮਸਲੇ ਛੇਤੀ ਮੰਨ ਲੇ, ਪਰ ਮਸਲਾ ਇਸ ਗੱਲ ਦਾ ਹੈ ਇਹ ਪੰਜਾਬ ਦੀ ਲਾਈ ਹੋਈ ਚਣਕ ਹੈ, ਇਹ ਕੇਸਰੀ ਨਿਸ਼ਾਨ ਸਾਹਿਬ ਦਾ ਤੇਜ ਪ੍ਰਤਾਪ ਹੈ ਕਿ ਉੱਥੇ ਬੈਠ ਕੇ ਲੰਗਰ ਵੀ ਵੰਡ ਰਹੇ ਹਾਂ, ਉੱਥੇ ਬੈਠ ਕੇ ਆਪਣੇ ਹੱਕਾਂ ਦੀ ਲੜਾਈ ਵੀ ਲੜ ਰਹੇ ਹਾਂ, ਸ਼ਾਂਤਮਈ ਵੀ ਲੜ ਰਹੇ ਹਾਂ, ਲੋੜ ਪੈਣ 'ਤੇ ਫਾਨਾ ਵੀ ਠੋਕਿਆ ਕਿ ਜਿਹੜਾ ਉਹ ਸਾਡੇ ਅਕਾਲ ਤਖਤ ਸਾਹਿਬ ਨੂੰ ਕੌਂਕਰ ਕਰਕੇ ਝੰਡਾ ਲਾ ਕੇ ਗਏ ਸੀ, ਅਸੀਂ ਮੋੜਤਾ ਵਾਪਸ ਵੀ ਆਹ ਲਓ, ਜੇ ਧੱਕੇ ਨਾਲ ਇੱਦਾਂ ਝੰਡਾ ਲੱਗ ਸਕਦਾ ਤੇ ਇਹ ਝੰਡਾ ਤਾਂ ਫਿਰ ਲਾਲ ਕਿਲ੍ਹੇ 'ਤੇ ਵੀ ਲੱਗ ਸਕਦਾ। ਜੀ ਸੋ ਵੀਰੇ ਮਸਲਾ ਇਸ ਗੱਲ ਦਾ ਕਿ ਨੌਜਵਾਨ ਜਾਗਿਆ, ਅੱਜ ਲੋੜ ਹੈ ਕਿ ਕੌਮ ਦਾ ਧਾਰਮਿਕ ਆਗੂ ਉਹਨੂੰ ਪੰਥਕ ਕਲਾਵੇ ਵਿੱਚ ਲਵੇ, ਜੀ ਉਹਨੂੰ ਸਿੱਖ ਪੰਥ, ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ, ਖਾਸ ਕਰਕੇ 1984 ਦਾ ਇਤਿਹਾਸ ਜਿਹਨੂੰ ਅਛੂਤ ਸਮਝਿਆ ਜਾਂਦਾ, ਖਾਸ ਕਰਕੇ ਖਾਲਿਸਤਾਨ ਟਰਮ, ਭਿੰਡਰਾਂ ਵਾਲਾ ਅੱਖਰ, ਇਹ ਜਿਹੜੇ ਅਛੂਤ ਬਣ ਚੁੱਕੇ ਨੇ, ਇਹਨਾਂ ਦੀ ਸਹੀ ਵਿਆਖਿਆ ਮਿਲੇ, ਉਹ ਆਪਣੇ ਯੋਧਿਆਂ 'ਤੇ ਮਾਣ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ, ਉਹਨਾਂ ਦੇ ਸੁਪਨੇ ਅਧੂਰੇ ਪਏ ਨੇ, ਉਹਨਾਂ ਨੂੰ ਪੂਰਾ ਕਰ ਸਕਣ। ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਹੈਗੀ ਆ, ਉਹ ਵੀ ਇਹ ਜਿਹੜੀਆਂ ਤੁਸੀਂ 4 ਚੀਜ਼ਾਂ ਗਣਾਈਆਂ ਨੇ, ਇਹ ਵੀ ਵਿੱਚ ਹੀ ਆਉਂਦੀਆਂ ਨੇ। ਐਨਾਲਿਸਿਸ ਅਸੀਂ ਵੀ ਨਹੀਂ ਕੀਤਾ ਹੈਗਾ, ਉਹਨਾਂ ਲੋਕਾਂ ਨੇ ਕੀਤਾ, ਸ਼ਾਇਦ ਇਸ ਚੀਜ਼ ਨੂੰ ਲੈ ਕੇ ਵੀ ਉਹਨਾਂ ਨੇ ਸੋਚਿਆ ਹੋਵੇ, ਜਿਹੜੀ ਲੁੱਟ ਕੇ ਲੈ ਕੇ ਗਏ ਨੇ ਸਾਡਾ ਲਿਟਰੇਚਰ, ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਲੈ ਕੇ ਆਉਣਾ ਸਿੱਖਾਂ 'ਚ। ਦੇਖੋ, ਪੂਰੀ ਦੁਨੀਆ ਦੀਆਂ ਸੱਭਿਅਤਾਵਾਂ ਦਾ ਇਤਿਹਾਸ ਇਹ ਗੱਲ ਕਹਿੰਦਾ ਕਿ ਜਦੋਂ ਕਿਸੇ ਕੌਮ ਨੂੰ ਖਤਮ ਕੀਤਾ ਕਿਸੇ ਨੇ ਨਾ, ਭਾਵੇਂ ਹਿਟਲਰ ਵੇਲੇ ਦੀ ਕਿਸੇ ਵੀ, ਮੈਂ ਜਿੰਨੇ ਵੀ ਮਤਲਬ ਕਹਿ ਲਓ ਡਿਕਟੇਟਰ ਹੋਏ ਨੇ ਹੁਣ ਤੱਕ, ਵੱਡੇ ਕਤਲੋਗਾਰਤ ਹੋਈ ਹੈ, ਉਹਨਾਂ ਨੇ ਕਿਸੇ ਕੌਮ ਨੂੰ ਖਤਮ ਕਰਨ ਲਈ, ਉਹਦੇ ਲਿਟਰੇਚਰ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਜਿਹਦੇ ਤਹਿਤ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਬਰਾੜ ਖੁਦ ਕਹਿ ਰਿਹਾ, ਉਹਦੀ ਕਿਤਾਬ ਵੀ ਪੜ੍ਹ ਲਓ, ਵੀ ਸਾਨੂੰ ਉਸ ਵਕਤ ਵਾਲੇ ਸਾਈਡ ਤੋਂ ਕੋਈ ਬਹੁਤਾ ਵੱਡਾ ਵਿਰੋਧ ਨਹੀਂ ਸੀ ਆ ਰਿਹਾ। ਮੈਨੂੰ ਇਹ ਗੱਲ ਦਾ ਜਵਾਬ ਦਿਓ, ਜਿਹੜਾ ਸੂਈਆਂ ਏਜੰਸੀਆਂ ਨੇ, ਕਿੰਨੇ ਮੋਰਚੇ, ਕਿੱਥੇ ਮੋਰਚੇ, ਕਿਹੜਾ ਬੰਦਾ, ਕਿਹੜੀ ਗਨ ਦਿੱਤੀ ਹੋਊਗੀ ਇਨਫੋਰਮੇਸ਼ਨ, ਤੇ ਇਹ ਨਾ ਦਿੱਤੀ ਹੋਊਗੀ ਕਿ ਲਾਇਬ੍ਰੇਰੀ 'ਚ ਕੋਈ ਨਹੀਂ ਸੀਗਾ ਮੋਰਚਾ। ਹੁਣ ਜਦੋਂ ਲਾਇਬ੍ਰੇਰੀ 'ਚ ਮੋਰਚਾ ਨਹੀਂ ਸੀਗਾ ਤੇ ਫਿਰ ਅੱਗ ਕਿਉਂ ਲਾਈ ਗਈ? ਮਸਲਾ ਇਸ ਗੱਲ ਦਾ ਹੈ ਕਿ ਸਾਡੀ ਕੌਮ ਦੇ, ਇਸੇ ਕਰਕੇ ਤਾਂ ਅਸੀਂ ਘੱਲੂਘਾਰਾ ਕਹਿੰਦੇ ਹਾਂ, ਸਰਵਨਾਸ਼ ਵਾਸਤੇ 5 ਤਰ੍ਹਾਂ ਦੀਆਂ ਫੌਜਾਂ ਦਿੱਲੀ ਚੜ੍ਹ ਕੇ ਆਉਂਦੀਆਂ ਨੇ, ਪਰ ਇੱਕ ਗੱਲ ਜ਼ਰੂਰ ਹੈ, ਕਹਿੰਦੇ ਫੈਸਲਾ ਹੁੰਦਾ ਜਰਨੈਲ ਦੇ ਸਿਰ ਲੈਣ 'ਤੇ। ਆਪਣਾ ਇਤਿਹਾਸ ਕਹਿੰਦਾ ਭਾਰਤ ਦਾ ਕਿ ਜਦੋਂ ਫੈਸਲਾ ਹੁੰਦਾ ਜਰਨੈਲਾਂ ਦੇ ਸਿਰ ਲੈਣ 'ਤੇ ਹੁੰਦਾ। ਬਹੁਤੀ ਵਾਰੀ ਮੇਰੀ ਕੌਮ ਨਿਰਾਸ਼ਾ 'ਚ ਗਈ ਆ, ਸਾਡੀ ਜਾਨ ਨਿਕਲ ਗਈ, ਸਾਡਾ ਜਰਨੈਲ ਜਿਹੜਾ ਉਹ ਸ਼ਹੀਦੀ ਪਾ ਗਿਆ। ਉਹ ਭਾਈ ਉਹਨਾਂ ਦਾ ਜਰਨੈਲ ਵੀ ਦੀ ਵੀ ਧੌਣ ਲੱਗੀ ਤੇ ਸਾਡਾ ਜਰਨੈਲ ਵੀ ਸ਼ਹੀਦੀ ਪਾ ਗਿਆ, ਫਿਰ ਜਿੱਤਿਆ ਕੌਣ ਤੇ ਹਾਰਿਆ ਕੌਣ? ਗੱਲ ਤਾਂ ਇਹ ਹੈ ਕਿ ਤੁਸੀਂ ਸੱਚ ਨਾਲ ਖੜ ਕੇ, ਮਾਣ ਦੇ ਨਾਲ, ਆਪਣੇ ਹੱਕਾਂ ਲਈ, ਕੁੜੀਆਂ ਲਈ, ਨਸ਼ਿਆਂ ਲਈ, ਇੱਕ ਦੂਜੇ ਦੀਆਂ ਨਿੱਕੀਆਂ ਮੋਟੀਆਂ ਯਾਰੀਆਂ ਦੋਸਤੀਆਂ ਲਈ ਲੜਨਾ ਤਿਆਗ ਕੇ ਆਪਣੇ ਹੱਕਾਂ ਲਈ ਲੜੋ, ਕਿਉਂਕਿ ਜਿਹੜੇ ਸਵਾਲ ਬਾਬਾ ਜਰਨੈਲ ਸਿੰਘ ਇਸ ਸਰਕਾਰ ਨੂੰ ਪੁੱਛ ਕੇ ਗਿਆ ਸੀ, ਸਵਾਲ ਉੱਥੇ ਹੀ ਖੜੇ ਨੇ, ਜਵਾਬ ਅਜੇ ਤੱਕ ਨਹੀਂ ਮਿਲੇ। ਭਾਈ ਸਾਹਿਬ ਜੀ, ਬਾਬਾ ਜਰਨੈਲ ਸਿੰਘ ਜੀ ਦੇ ਮਨ ਦੇ ਵਿੱਚ ਅਜਿਹਾ ਹੀ ਕਿਹੜੀ ਚੀਜ਼ ਸੀਗੀ ਜਿਹੜੀ ਦਿੱਲੀ ਦੇ ਨਾਲ ਟੱਕਰ ਲੈਣੀ ਪਈ? ਦੇਖੋ ਵੀਰੇ, ਦਿੱਲੀ ਨਾਲ ਟੱਕਰ ਬਾਬਾ ਜਰਨੈਲ ਸਿੰਘ ਦੇ ਮਨ ਦੀ ਕੋਈ ਰੀਝ ਨਹੀਂ ਹੈ। ਮਸਲਾ ਇਸ ਗੱਲ ਦਾ ਹੈ ਕਿ ਬਾਬਾ ਜਰਨੈਲ ਸਿੰਘ ਜੀ ਨੇ ਤੇ ਆਪਣੀ ਕੌਮ ਦੇ ਹੱਕਾਂ ਦੀ ਗੱਲ ਕੀਤੀ, ਦੂਜੀ ਗੱਲ ਲਿਖਤੀ ਗੱਲ ਕੀਤੀ ਕਿ ਉਹਨਾਂ ਨੂੰ ਆਨੰਦਪੁਰ ਦੇ ਮਤੇ ਦੇ ਰਾਹੀਂ ਹੱਕਾਂ ਦੀ ਗੱਲ ਲਿਖ ਕੇ ਦਿੱਤੀ, ਔਰ ਇੱਕ ਘਟਨਾ ਯਾਦ ਕਰਾਈ। ਘਟਨਾ ਕੀ ਯਾਦ ਕਰਾਈ? 1947 ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ, ਮੁਹੰਮਦ ਅਲੀ ਜਿਨਾਹ ਨੇ ਵੱਖਰਾ ਪਾਕਿਸਤਾਨ ਲੈ ਲਿਆ। ਮੁਹੰਮਦ ਅਲੀ ਜਿਨਾਹ ਨੇ ਸਿੱਖਾਂ ਨੂੰ ਕਿਹਾ, ਤੁਸੀਂ ਇਹਨਾਂ ਨੂੰ ਗੁਲਾਮ ਵੇਖਿਆ, ਆਜ਼ਾਦ ਕੁਰਸੀ 'ਤੇ ਨਹੀਂ ਵੇਖਿਆ, ਇਹ ਆਜ਼ਾਦ ਹੋ ਕੇ ਕੁਰਸੀ 'ਤੇ ਬਹਿ ਗਏ, ਬਹੁਤ ਖਤਰਨਾਕ ਹੋਣਗੇ, ਅਤੇ ਤੁਸੀਂ ਭਈਆ ਆਪਦਾ ਕੋਈ ਸੋਚ ਲਓ। ਚਲੋ ਇਹਨਾਂ ਨੇ ਸਾਨੂੰ ਭਰਮਾ ਲਿਆ, ਸਾਡੇ ਲੀਡਰਾਂ ਨੇ ਭਾਰਤ ਦੇ ਨਾਲ ਰਹਿਣਾ ਹੀ ਪ੍ਰਵਾਨ ਕਰ ਲਿਆ, ਅਤੇ ਇਹਨਾਂ ਨੇ ਵਾਅਦੇ ਕਰ ਲਏ ਕਿ ਅਸੀਂ ਤੁਹਾਨੂੰ ਖੁਦ ਮੁਖਤਿਆਰ ਖਿੱਤਾ ਜਿਹਦੇ ਵਿੱਚ ਸਿੱਖ ਜਿਹੜੇ ਨੇ ਉਹ ਬੜੇ ਸਕੂਨ ਨਾਲ ਰਹਿ ਸਕਦੇ ਨੇ, ਉਹ ਦੇਵਾਂਗੇ। ਹੋਇਆ ਕਿ ਉਹਨਾਂ ਦਿਨਾਂ ਦੇ ਵਿੱਚ, ਮੈਂ ਕਿਉਂਕਿ ਫੈਕਟ ਦੀ ਗੱਲ ਹੈ ਅਤੇ ਮੈਂ ਚਾਹੁੰਦਾ ਕਿ ਮੈਂ ਉਹ ਤੁਹਾਨੂੰ ਦਿਖਾਵਾਂ ਵੀ ਨਾਲ, ਔਰ ਤੁਸੀਂ ਸਾਰੀ ਸੰਗਤ ਨੂੰ, ਦੁਨੀਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਫੈਕਟ ਜ਼ਰੂਰ ਜਿਹੜਾ ਉਹ ਲੋਕਾਂ ਤੱਕ ਲੈ ਕੇ ਆਓ ਕਿ ਮਹਾਤਮਾ ਗਾਂਧੀ ਨੇ ਅਤੇ ਨਹਿਰੂ ਨੇ ਸਿੱਖਾਂ ਨਾਲ ਸੋਵਰਨ ਸਟੇਟ ਦਾ ਵਾਅਦਾ ਕੀਤਾ ਸੀ, ਵੱਧ ਅਧਿਕਾਰਾਂ ਵਾਲੀ ਸਟੇਟ ਦਾ ਵਾਅਦਾ ਕੀਤਾ ਸੀ। ਉਹਦੇ ਨਾਲ ਇੱਕ ਜਲਸਾ ਸੀਗਾ ਬਹੁਤ ਵੱਡਾ, ਅਤੇ ਮਹਾਤਮਾ ਗਾਂਧੀ ਉੱਥੇ ਬੋਲਣ ਲਈ ਆਏ,
ਤੇ ਮਹਾਤਮਾ ਗਾਂਧੀ ਬੋਲਣ ਲਈ ਆਏ ਤੇ ਸਿੱਖਾਂ ਨੇ ਉਹਨਾਂ ਨੂੰ ਕਿਹਾ ਵੀ ਭਾਈ ਸਿੱਖਾਂ ਦੇ ਅੰਦਰ ਬੇਭਰੋਸਗੀ ਹੈ ਤੁਹਾਡੇ ਪ੍ਰਤੀ, ਜੇ ਤੁਸੀਂ ਕੱਲ ਨੂੰ ਮੁੱਕਰ ਕੇ ਸਾਡਾ ਕੀ ਬਣੂ, ਨਾਲੇ ਤੁਸੀਂ ਆਜ਼ਾਦ ਹੋਣਾ ਤੇ ਤੁਹਾਡੇ ਕੋਲ ਫੌਜਾਂ ਹੋਣੀਆਂ ਤੇ ਤੁਸੀਂ ਮੁੜ ਕੇ ਸਾਨੂੰ ਕੀ ਦੇਣਾ। ਤੇ ਮਹਾਤਮਾ ਗਾਂਧੀ ਨੇ ਕਿਹਾ ਵੀ ਅਸੀਂ ਇਦਾਂ ਨਹੀਂ ਕਰਾਂਗੇ, ਕਾਂਗਰਸ ਇਦਾਂ ਸਿੱਖਾਂ ਨਾਲ ਧਰੋਹ ਨਹੀਂ ਕਰੇਗੀ। ਅਸੀਂ ਵਾਅਦਾ ਕਰਦੇ ਹਾਂ, ਰੱਬ ਨੂੰ ਸਾਖੀ ਮੰਨ ਕੇ ਵਾਅਦਾ ਕਰਦੇ ਹਾਂ, ਪ੍ਰਮਾਤਮਾ ਨੂੰ ਜਿਹੜਾ ਧਿਆ ਕੇ ਵਾਅਦਾ ਕਰਦੇ ਹਾਂ ਕਿ ਤੁਹਾਡੇ ਨਾਲ ਧੱਕਾ ਨਹੀਂ ਹੋਏਗਾ, ਅਸੀਂ ਆਪਣੇ ਵਾਅਦੇ ਪੂਰੇ ਕਰਾਂਗੇ। ਔਰ ਯੰਗ ਇੰਡੀਆ ਅਖਬਾਰ ਦੇ ਵਿੱਚ 19 ਮਾਰਚ 1939 ਦੇ ਵਿੱਚ ਇਹ ਬਿਆਨ ਮਹਾਤਮਾ ਗਾਂਧੀ ਦਾ ਜਿਹੜਾ ਛਪਿਆ ਹੈ, ਜਿਹੜਾ ਸਰਦਾਰ ਮਧੂਸੂਦਨ ਸਿੰਘ ਜੀ ਨੂੰ ਭਰੋਸਾ ਦਿਵਾਇਆ ਗਿਆ। ਤੇ ਮਹਾਤਮਾ ਗਾਂਧੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਲੰਬੇ ਬਿਆਨ ਵਿੱਚ ਇਹ ਗੱਲ ਕਹੀ ਕਿ ਭਾਈ ਜੇ ਅਸੀਂ ਮੁੱਕਰੇ, ਅਸੀਂ ਸਿੱਖਾਂ ਨੂੰ ਹੱਕ ਨਹੀਂ ਦਿੱਤੇ ਤੇ ਫਿਰ ਤੁਹਾਡੇ ਗਾਤਰੇ ਕਿਰਪਾਨ ਤਾਂ ਹੈਗੀ ਆ, ਤੁਸੀਂ ਤਲਵਾਰ ਦੇ ਜ਼ੋਰ ਤੇ ਆਪਦੇ ਹੱਕ ਲੈ ਲਿਓ। ਹੁਣ ਤੁਸੀਂ ਦੱਸੋ, ਸੰਤ ਬਾਬਾ ਜਰਨੈਲ ਸਿੰਘ ਜਦੋਂ ਹੱਕ ਮੰਗ ਰਿਹਾ ਤਲਵਾਰ ਦੇ ਮੁੱਠੇ ਤੇ ਹੱਥ ਰੱਖ ਕੇ, ਤੇ ਫਿਰ ਇਹ ਤਾਂ ਜਿੱਦਾਂ ਗਾਂਧੀ ਨੇ ਕਿਹਾ ਸੀ ਉਦਾਂ ਹੀ ਪੂਰਾ ਕਰਤਾ। ਉਹ ਹੱਕ ਮੰਗਣ ਲਈ ਵੀ ਮਜਬੂਰੀ ਕੀਤਾ, ਤੁਸੀਂ ਬਣਦੇ ਹੱਕ ਸੀ ਨਹੀਂ ਸੀ ਦੇ ਰਹੇ ਤਾਂ ਮਜਬੂਰੀ ਬਣ ਗਈ ਇੱਕ। ਸੋ ਮਹਾਤਮਾ ਗਾਂਧੀ ਜੜ ਹੈ ਸਾਰੇ ਪਵਾੜੇ ਦੀ। ਤੇ ਮਹਾਤਮਾ ਗਾਂਧੀ ਨੇ ਕਿਹਾ ਸੀਗਾ ਕਿ ਜੇ ਅਸੀਂ ਹੱਕ ਨਹੀਂ ਦਿੱਤੇ ਤਾਂ ਤੁਸੀਂ ਕਿਰਪਾਨ ਦੇ ਜ਼ੋਰ ਤੇ ਲੈ ਲਿਓ। ਤੇ ਫਿਰ ਸੰਤ ਬਾਬਾ ਜਰਨੈਲ ਸਿੰਘ ਨੇ ਉਸੇ ਤੇ ਚੱਲਦਿਆਂ ਹੋਇਆਂ ਕਿਰਪਾਨ ਦੇ ਜ਼ੋਰ ਦੇ ਉੱਤੇ ਜਦੋਂ ਹੱਕ ਮੰਗੇ ਤੇ ਕਹਿੰਦੇ ਜੀ ਤੂੰ ਅੱਤਵਾਦੀ ਹੈ, ਤੂੰ ਵੱਖਵਾਦੀ ਹੈ। ਸੋ ਇਹ ਸਾਰੇ ਦੇ ਸਾਰੇ ਕਾਰੇ ਦੀ ਵੱਡੀ ਪਵਾੜੇ ਦੀ ਜੜ ਮਹਾਤਮਾ ਗਾਂਧੀ ਹੈ। ਬਹੁਤ ਬਹੁਤ ਧੰਨਵਾਦ ਜੀ। ਇਹ ਇਤਿਹਾਸ ਦੇ ਇਸ ਪੰਨਿਆਂ ਦੇ ਵਿੱਚੋਂ ਨਿਕਲੇ ਹੋਏ ਸਵਾਲ ਸਨ ਜਿਨ੍ਹਾਂ ਦੇ ਜਵਾਬ ਬੜੇ ਲਾਜਵਾਬ ਤਰੀਕੇ ਦੇ ਨਾਲ ਵੀਰ ਜੀ ਹੁਣਾਂ ਨੇ ਦਿੱਤੇ ਨੇ, ਕਿਉਂਕਿ ਨੌਜਵਾਨ, ਜਿਵੇਂ ਮੈਂ ਵਿੱਚ ਵੀ ਗੱਲ ਕੀਤੀ ਸੀ, ਪੜ੍ਹਨਾ ਨਹੀਂ ਚਾਹੁੰਦਾ। ਅੱਜ ਕੇਵਲ ਤੇ ਕੇਵਲ ਜਿਹੜਾ ਲੱਚਰਪੁਣੇ ਵੱਲ ਨੂੰ ਤੁਰਿਆ ਹੋਇਆ ਹੈ, ਇੱਧਰਲੀਆਂ ਉੱਧਰਲੀਆਂ ਚੀਜ਼ਾਂ ਦੇਖਣਾ ਪਸੰਦ ਕਰਦਾ ਹੈ। ਸੀਰੀਅਲ ਚਾਹੇ ਸਾਰਾ ਸਾਰਾ ਦਿਨ ਦਿਖਾ ਲਓ, ਫਿਲਮਾਂ ਜਿਹੜੀਆਂ ਸਾਰਾ ਸਾਰਾ ਦਿਨ ਦਿਖਾ ਲਓ, ਪਰ ਅਸਲ ਤੌਰ ਤੇ ਪੜਚੋਲ ਕਰਨੀ, ਕਈ ਕਿਤਾਬਾਂ ਨੂੰ ਇਕੱਠਿਆਂ ਕਰਕੇ ਬੈਠ ਕੇ ਉਹਨੂੰ ਵਿਚਾਰਨਾ ਵੀ ਸ਼ਰਤ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਲਿਟਰੇਚਰ ਅਸੀਂ ਕਿਹੜਾ ਪੜ੍ਹ ਰਹੇ ਹਾਂ, ਕੀ ਉਹ ਸਰਕਾਰ ਦੇ ਵੱਲੋਂ ਵੰਡਿਆ ਜਾ ਰਿਹਾ ਲਿਟਰੇਚਰ ਤੇ ਨਹੀਂ, ਚਾਹੇ ਉਹ ਸਿੱਖ ਲੇਖਕ ਨੇ ਪਰ ਉਹਨਾਂ ਨੇ ਵੀ ਚੰਗਾ ਇਨਸਾਫ ਨਹੀਂ ਕੀਤਾ ਇਸ ਇਤਿਹਾਸ ਦੇ ਨਾਲ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰ ਜੀ ਦਾ। ਤੁਸੀਂ ਦੇਖ ਰਹੇ ਹੋ ਸੁਰਖਾਬ TV, ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ।